ਤੁਸੀਂ ਬਾਹਰ ਵੀ ਰਹਿ ਕੇ ਆਏ ਹੋ, ਪੰਜਾਬ ਵੱਲ ਕਿਵੇਂ ਖਿੱਚ ਪਈ ਕਿ ਹੁਣ ਮੈਂ ਪੰਜਾਬ 'ਚ ਹੀ ਰਹਿਣਾ, ਜੋ ਜੰਮਿਆ ਪਲਿਆ ਹੋਏ ਬਾਹਰ, ਉਹਦੇ ਲਈ ਇੱਕ ਹੋਰ ਕੰਟਰੀ ਦੇ ਵਿੱਚ ਜਾ ਕੇ ਦੁਬਾਰਾ ਸੈਟਲ ਹੋਣਾ, ਹਰ ਇੱਕ ਚੀਜ਼ ਤੋਂ ਸ਼ੁਰੂਆਤ ਕਰਨੀ ਸੌਖਾ ਨਹੀਂ ਹੈ। ਇਨੀਸ਼ੀਅਲੀ ਮੈਂ ਇੱਥੇ ਜਦੋਂ ਆਈ ਸੀ ਮੈਂ ਸੋਚਿਆ ਸੀਗਾ ਕਿ ਮੈਂ ਟਰੈਵਲ ਕਰਨਾ ਹੈ, ਇੰਡੀਆ ਘੁੰਮਣਾ, ਮੈਂ ਦੇਖਣਾ ਕਿ ਇੰਡੀਆ ਕਿਵੇਂ ਹੈ ਤੇ ਹੋਰ ਏਸ਼ੀਅਨ ਕੰਟਰੀਜ਼ ਮੇਰਾ ਘੁੰਮਣ ਦਾ ਪਲਾਨ ਸੀ। ਬਟ ਇੱਥੇ ਆ ਕੇ ਮੈਨੂੰ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਇੰਡੀਆ ਨਾਲ ਪਿਆਰ ਹੋ ਗਿਆ। 20-25 ਲੱਖ ਲਗਾ ਕੇ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ, ਪੀਆਰ ਹੋ ਜਾਏ, ਕਿਸੇ ਵੀ ਤਰੀਕੇ ਨਾਲ ਪੀਆਰ ਹੋ ਜਾਏ। ਤੁਹਾਡੇ ਕੋਲ ਪੀਆਰ ਹੈ, ਨਿਊਜ਼ੀਲੈਂਡ ਦੇ ਵਿੱਚ ਪੱਕੇ ਹੋ, ਤੁਸੀਂ ਵਾਪਸ ਆ ਗਏ। ਮੈਨੂੰ ਲੱਗਦਾ ਇਹ ਲੋਕੀ ਨਾ ਰੋਲ ਪੈਣਗੇ ਦੇਖ ਕੇ ਕਿ ਸਾਨੂੰ ਪੀਆਰ ਨਹੀਂ ਮਿਲ ਰਹੀ, ਇਹ ਪੀਆਰ ਛੱਡ ਕੇ ਆਈ ਹੋਈ ਹੈ। ਕੱਲ ਮੈਂ ਕੈਫੇ ਵਿੱਚ ਸੀ ਮੋਗੇ 'ਚ ਤੇ ਮੈਨੂੰ ਛੋਟੇ ਛੋਟੇ ਬੱਚੇ 12 ਸਾਲ ਦੇ ਬੱਚੇ ਬੈਠੇ ਹੋਣੇ ਮੇਰੇ ਨਾਲ ਟੇਬਲ ਤੇ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਕਰਨਾ ਹੈ, ਉਹਨਾਂ ਨੇ ਕਿਹਾ ਅਸੀਂ ਬਾਹਰ ਜਾਣਾ ਹੈ। ਉਹਨਾਂ ਨੇ ਪੁੱਛਿਆ ਤੁਸੀਂ ਕਿੱਥੋਂ, ਮੈਂ ਕਿਹਾ ਮੈਂ ਨਿਊਜ਼ੀਲੈਂਡ ਤੋਂ। ਇੱਦਾਂ ਕਰਕੇ ਮੈਂ ਵਾਪਸ ਆ ਗਿਆ, ਸਕੂਲ ਵਿੱਚ ਹੁਣ ਪੜ੍ਹਾ ਰਿਹਾ। ਉਹ ਕਹਿੰਦੇ ਇਹ ਕੀ ਹੋਇਆ ਦੀਦੀ, ਅਸੀਂ ਬਾਹਰ ਜਾ ਰਹੇ ਹਾਂ, ਤੁਸੀਂ ਵਾਪਸ ਆ ਰਹੇ ਹੋ। ਬਹੁਤ ਸਾਰੇ ਮੈਨੂੰ ਬੋਲਦੇ ਆ ਕਿ ਤੁਸੀਂ ਡਿਪੋਰਟ ਹੋਏ ਹੋਵੋਗੇ ਜਾਂ ਤੁਸੀਂ ਜੋ ਵੀ ਉਹਨਾਂ ਦੇ ਕੁਐਸਚਨਸ ਹੈ। ਦਿਸ ਇਜ਼ ਮਾਈ ਪਾਸਪੋਰਟ, ਮੇਰਾ ਬਰਥ ਉੱਥੇ ਹੋਇਆ ਸੀ 2001 ਵਿੱਚ। ਜਦੋਂ ਪਾਪਾ ਨੂੰ ਦੱਸਿਆ, ਮੰਮਾ ਨੂੰ ਦੱਸਿਆ ਕਿ ਮੇਰੇ ਫਾਈਨਲ ਡਿਸੀਜਨ ਹੈ, ਤਾਂ ਕੀ ਰਿਐਕਸ਼ਨ ਸੀਗਾ ਪੇਰੈਂਟਸ ਦਾ? ਜਿਵੇਂ ਤੁਹਾਨੂੰ ਪਤਾ ਬਾਹਰ ਕੀ ਹੁੰਦਾ, ਫਰਾਈਡੇ ਸੈਟਰਡੇ ਘੁੰਮਣਾ ਫਿਰਨਾ, ਤੇ ਅਸੀਂ ਤਾਂ ਐਕਸਪੈਕਟ ਨਹੀਂ ਸੀ ਕੀਤਾ ਵੀ ਇਹ ਇੰਡੀਆ 'ਚ ਵੀ ਕਦੀ ਰਹੂਗੀ। ਤੇ ਈਵਨ ਮੇਰੇ ਵਾਸਤੇ ਵੀ ਮੈਨੂੰ ਲੱਗਦਾ ਸੀ ਮੇਰੇ ਬੱਚੇ ਜਿਹੜੇ ਬਾਹਰ ਹੀ ਰਹਿਣਗੇ। ਦੇयर ਵਾਸ ਅ ਟਾਈਮ ਜਦੋਂ ਮੈਂ ਹੁਣ ਇੱਥੇ ਡਿਸਾਈਡ ਕੀਤਾ ਕਿ ਮੈਂ ਰਹਿਣਾ ਹੈ, ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਪਾਪਾ ਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਸਾਨੂੰ ਛੱਡ ਕੇ ਆਪਦੇ ਪੇਰੈਂਟਸ ਦੇਖਣ ਆ ਸਕਦੇ ਹੋ, ਫਿਰ ਅਸੀਂ ਤੁਹਾਨੂੰ ਉੱਥੇ ਛੱਡ ਕੇ ਤੁਹਾਨੂੰ ਦੇਖਣ ਕਿਉਂ ਨਹੀਂ ਆਵਾਂਗੇ। ਤੁਸੀਂ ਆਪਣੀ ਬੱਚੀ ਦੇ ਡਿਸੀਜਨ ਨੂੰ ਸਪੋਰਟ ਕੀਤਾ ਕਿ ਉਹਨੇ ਪੰਜਾਬ 'ਚ ਰਹਿਣਾ ਹੈ? ਕਿਉਂਕਿ ਤੁਸੀਂ ਮੈਨੂੰ ਲੱਗਦਾ ਹੈ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬੱਚਿਆਂ ਨੂੰ ਸੈਟਲ ਕਰਨ ਦੀ ਲਗਾਤਾ ਹੈ ਨਾ। ਬਾਹਰ ਤੁਸੀਂ ਕਿੰਨੀ ਸਟਰਗਲ ਕੀਤੀ ਹੋਣੀ ਹੈ। ਇਹ ਆਪਦੀ ਜਗ੍ਹਾ ਇਹਨਾਂ ਨੇ ਕੈਂਪ ਲੂਪਸੀਆਂ ਮੱਛੀਆਂ ਵਾਂਗੂ ਸਮੁੰਦਰ ਜਾਣਾ ਹੀ ਜਾਣਾ, ਪਰ ਘੁੰਮ ਫਿਰ ਕੇ ਵਾਪਸ ਹੋਣਾ। ਜੋ ਪੰਜਾਬੀ 'ਚ ਮੁਹਾਵਰੇ ਵਾਲੇ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ, ਮੱਛੀ ਨੂੰ ਪਹਿਲਾਂ ਤੁਸੀਂ ਰੋਕ ਹੀ ਨਹੀਂ ਸਕਦੇ, ਪੱਥਰ ਚੱਟਣਾ ਹੀ ਚੱਟਣਾ। ਮੈਨੂੰ ਇਹ ਬਹੁਤ ਪੋਜ਼ਿਟਿਵ ਲੱਗਦਾ ਗੱਲਾਂ। ਮੈਨੂੰ ਲੱਗਦਾ ਵੀ ਅਸੀਂ ਬਾਹਰ ਗਏ ਬਹੁਤ ਵਧੀਆ ਗਏ, ਅਸੀਂ ਬਾਹਰੋਂ ਸਿੱਖਿਆ ਤਾਂ ਹੀ ਇੱਥੇ ਗੱਲਾਂ ਕਰ ਰਹੇ ਹਾਂ। ਜਿਵੇਂ ਸਾਡੇ ਥੱਲੇ ਵੀ ਕਮੈਂਟ ਕਰਦੇ ਆ ਵੀ ਆਪ ਤਾਂ ਘੁੰਮਿਆ ਹੁਣ ਦੂਜਿਆਂ ਨੂੰ ਰੋਕਦਾ। ਜੇ ਤੁਸੀਂ ਉੱਥੇ ਬੌਨ ਹੋ, ਤੁਹਾਨੂੰ ਉੱਥੇ ਪੈਸੇ ਵੀ ਮਿਲਦੇ ਆ। ਜੇ ਮੈਂ ਨਾ ਵੀ ਕੰਮ ਕਰਾਂ ਤਾਂ ਮੈਨੂੰ $200 ਮਿਲ ਹੀ ਜਾਣੇ ਆ। ਮੇਰੇ ਲਈ ਬਹੁਤ ਚੀਜ਼ਾਂ ਕੰਪੈਰੇਟਿਵਲੀ ਈਜ਼ੀ ਵੀ ਰਹੀਆਂ ਕਿਉਂਕਿ ਮੈਨੂੰ ਸਕੂਲ ਪੈਸੇ ਨਹੀਂ ਦੇਣ ਦੀ ਲੋੜ, ਮੈਨੂੰ ਯੂਨੀ ਪੈਸੇ ਦੇਣ ਦੀ ਨਹੀਂ ਲੋੜ। ਸੋ ਇਹੋ ਜਿਹੀਆਂ ਚੀਜ਼ਾਂ ਹੈਗੀਆਂ। ਬਟ ਫਿਰ ਵੀ ਮੈਨੂੰ ਲੱਗਦਾ ਕਿ ਆਈ ਥਿੰਕ ਪਰਸਨਲੀ ਲੋਕਾਂ ਲਈ ਅੰਡਰਸਟੈਂਡ ਕਰਨਾ ਔਖਾ ਕਿ ਕਿਉਂ ਮੈਨੂੰ ਇੰਡੀਆ ਵਧੀਆ ਲੱਗਦਾ। ਉਹਨਾਂ ਨੂੰ ਗੁੱਸਾ ਚੜ੍ਹਦਾ ਕਿ ਨਿਊਜ਼ੀਲੈਂਡ ਤਾਂ ਇੰਨੀ ਬਿਊਟੀਫੁਲ ਕੰਟਰੀ ਹੈ, ਤੁਹਾਨੂੰ ਉਹ ਨਹੀਂ ਪਸੰਦ। ਸਾਨੂੰ ਚਾਹੀਦਾ ਇਮੋਸ਼ਨਲ ਕੋਸ਼ੀਐਂਟ। ਇੱਥੇ ਤੁਹਾਡੀਆਂ ਮਾਸੀਆਂ, ਚਾਚੀਆਂ, ਤਾਈਆਂ ਕਿੰਨੀਆਂ, ਉੱਥੇ ਸਾਡੇ ਕੋਲ ਇਮੋਸ਼ਨਲ ਕੋਸ਼ੀਐਂਟ ਨਹੀਂ। ਗੋਰਿਆਂ ਨਾਲ ਕੀ ਗੱਲਾਂ ਕਰੋਗੇ ਤੁਸੀਂ? ਇੱਥੇ ਹਰ ਇੱਕ ਨੂੰ ਪਤਾ ਮੇਰਾ ਬੱਚਾ ਮੇਰਾ ਬੱਚਾ ਹੈ। ਇੱਥੇ ਪਤਾ ਮੇਰੀ ਮਾਂ ਨੇ ਮੇਰੇ ਵਾਸਤੇ ਜੀਣਾ ਹੈ। ਤੁਹਾਡੇ ਕੋਲ ਸੈਟਅਪ ਸੀਗਾ, ਤੁਹਾਡੀ ਬੇਟੀ ਆਈ, ਜੇ ਕੋਈ ਹੋਰ ਫੈਮਿਲੀ ਦੇ ਵਿੱਚ ਕੋਈ ਬੱਚਾ ਵਾਪਸ ਪਰਤੇ ਤਾਂ ਸ਼ਾਇਦ ਪੇਰੈਂਟਸ ਲਈ ਬਹੁਤ ਵੱਡਾ ਸ਼ੌਕ ਹੋ ਜਾਏ। ਬਾਹਰ ਆਪਾਂ ਕੰਮ ਕਰਦੇ ਹਾਂ ਤਾਂ ਆਪਾਂ ਸ਼ਰਮ ਨਹੀਂ ਕਰਦੇ। ਤੁਸੀਂ ਮੈਕਡੋਨਲਡਸ ਕੰਮ ਕਰੋ, ਤੁਸੀਂ ਡੋਮਿਨੋਜ਼ ਕਰੋ, ਤੁਸੀਂ ਸ਼ਰਮ ਨਹੀਂ ਕਰਦੇ। ਤੁਹਾਨੂੰ ਪਤਾ ਹੈ ਇੱਥੇ ਤੁਸੀਂ ਕਰੋ। ਇੱਥੇ ਤੁਹਾਨੂੰ ਮੈਂ ਕਿਸੇ ਨੂੰ ਖੜਾ ਦਾਂ ਸਬਵੇ ਤੇ, ਤੁਸੀਂ ਬੋਲੋਗੇ ਮੈਂ ਕਿਉਂ ਕਰਾਂ, ਮੇਰੇ ਪਾਪਾ ਕੋਲ ਆ ਹੈ, ਮੇਰੇ ਕੋਲ ਉਹ ਹੈ। ਹੁਣ ਕਿਰਤ ਅਸੀਂ ਭੁੱਲ ਗਏ, ਨਾ ਅਸੀਂ ਡਾਊਨ ਸੀਲਿੰਗ ਕਰਦੇ, ਨਾ ਅਸੀਂ ਪਲੰਬਰ ਹੈ, ਨਾ ਅਸੀਂ ਇਲੈਕਟ੍ਰੀਸ਼ੀਅਨ ਹੈ। ਸ਼ਰਮ ਆਉਂਦੀ ਹੈ। ਕਈ ਵਾਰੀ ਲੋਕ ਮੈਨੂੰ ਕਹਿੰਦੇ ਵੀ ਜਦੋਂ ਬਾਹਰਲੇ ਬੱਚੇ ਆਉਣਗੇ ਕੀ ਕਲਚਰ ਇਹੋ ਜਿਹਾ ਹੋ ਜਾਊਗਾ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਬਾਲੀਵੁੱਡ ਦੇ ਵਿੱਚ ਬੜੀ ਕੋਸ਼ਿਸ਼ ਕੀਤੀ ਲਿਵ ਇਨ ਰਿਲੇਸ਼ਨਸ਼ਿਪ ਦੀ, ਕਾਮਯਾਬ ਨਹੀਂ ਹੋਇਆ। ਕਿ ਤੁਹਾਡੀ ਕੋਡਿੰਗ ਇੰਨੀ ਵਧੀਆ ਹੋਈ ਵੀ ਹੈ, ਤੁਹਾਡੇ ਦਿਮਾਗ 'ਚ ਇਹੀ ਵਾਲੇ ਵਿਆਹ ਕਰਾਉਣਾ, ਵਿਆਹ ਕਰਾਉਣਾ, ਵਿਆਹ ਕਰਾਉਣਾ। ਉਹੀ ਗੱਲ ਹੈ ਕਿ ਮੇਰੇ ਅੰਦਰ ਹੁਣ ਮੈਂ ਬਹੁਤ ਇੰਡੀਪੈਂਡੈਂਟ ਹੈ। ਮੈਂ ਜੋ ਮਰਜ਼ੀ ਜੋ ਮੈਂ ਕਰਨਾ ਮੈਂ ਉਹੀ ਕਰਨਾ। ਬਟ ਮੇਰੇ ਅੰਦਰ ਵੀ ਕਲਚਰ ਇੰਨਾ ਰੂਟਡ ਹੈ ਕਿ ਉਹ ਤੁਸੀਂ ਮੇਰੇ 'ਚੋਂ ਕੱਢ ਹੀ ਨਹੀਂ ਸਕਦੇ ਹੋ। ਇਹ ਸਦੀ ਪੰਜਾਬੀ ਕੁੜੀਆਂ ਦੀ ਸਦੀ ਹੈ। ਜਿਵੇਂ ਪਹਿਲਾਂ ਅਸੀਂ ਕਹਿੰਦੇ ਸੀਗੇ ਵੀ ਔਰਤ ਜਿਹੜੀ ਗੁਲਾਮ ਹੈ, ਹੁਣ ਮੇਰੇ ਖਿਆਲ ਮਰਦ ਗੁਲਾਮ ਹੋਣ ਵਾਲੇ। ਨਿਊਜ਼ੀਲੈਂਡ, ਕੈਨੇਡਾ ਦੇ ਵਿੱਚ ਉੱਥੇ ਪਲੰਬਰਾਂ ਕੋਲ ਆਪਦੀਆਂ ਗੱਡੀਆਂ ਹੁੰਦੀਆਂ, ਉਹ ਜਾਂਦੇ ਆ 10 ਮਿੰਟਾਂ 'ਚ ਕੰਮ ਕਰੇ ਹੁੰਦੇ। ਪੰਜਾਬੀ ਜਿਹੜੇ ਆਉਣਗੇ ਅੱਜ ਤੋਂ 20 ਸਾਲ ਬਾਅਦ, ਉਹ ਆਪਣੀ ਕੰਪਨੀਆਂ ਸ਼ੁਰੂ ਕਰਨਗੇ ਪਲੰਬਰਾਂ ਦੀਆਂ। ਐਵੇਂ ਹੀ ਉਹ ਲੋਕਾਂ ਨੂੰ ਹਾਇਰ ਕਰਨਗੇ, ਐਵੇਂ ਹੀ ਆਨਲਾਈਨ ਕਲਿੱਕ ਕਰਾਂਗੇ, ਇੱਕ ਦਿਨ 'ਚ ਪਲੰਬਿੰਗ ਹੋ ਜੂਗੀ। ਯਾਨੀ ਰਿਵਰਸ ਮਾਈਗ੍ਰੇਸ਼ਨ ਆਪਣੇ ਆਪ ਆਟੋਮੇਟਡ ਹੈ। ਸਾਨੂੰ ਗਾਲਾਂ ਗੁਲਾਂ ਜਿੰਨੀਆਂ ਮਰਜ਼ੀ ਕੱਢ ਲਓ, ਪਰ ਅਸੀਂ ਨਹੀਂ ਕਰਾ ਰਹੇ। ਇਹ ਵਕਤ ਹੋ ਰਿਹਾ। ਹੌਟਨਸ ਖੁੱਲਿਆ, ਇਹ ਕਿੰਨੇ ਖੋਲਿਆ? ਕੋਈ ਕੈਨੇਡਾ ਗਿਆ, ਕੋਈ ਪੰਜਾਬੀ ਕੈਨੇਡਾ ਗਿਆ, ਉਹਨੇ ਇੱਥੇ ਆ ਕੇ ਪੰਜਾਬ 'ਚ ਖੋਲਿਆ ਨਾ। ਕੋਈ ਜਿੰਨੇ ਵੀ ਬ੍ਰਾਂਡਸ ਆ ਰਹੇ ਆ, ਜਿੰਨਾ ਕੁਝ ਵਧੀਆ ਆ ਰਿਹਾ ਹੈ, ਉਹੀ ਬੱਚੇ ਨੇ ਜਿਹੜੇ ਪਹਿਲਾਂ ਬਾਹਰ ਗਏ ਨੇ, ਉਹਨਾਂ ਨੇ ਉੱਥੇ ਪੈਸੇ ਕਮਾਏ ਨੇ। ਹੁਣ ਉਹ ਕਹਿੰਦੇ ਅਸੀਂ ਪੰਜਾਬ ਲਈ ਕੁਝ ਕਰਨਾ ਹੈ ਤੇ ਉਹ ਪੰਜਾਬ ਵਿੱਚ ਪੈਸੇ ਇਨਵੈਸਟ ਕਰ ਰਹੇ ਆ। ਤੇ ਇਸ ਕਰਕੇ ਆਪਣੇ ਘਰ ਆਪਦੀਆਂ ਜ਼ਮੀਨਾਂ ਬਚਾ ਕੇ ਰੱਖੋ। ਆਉਣ ਵਾਲਾ ਸਮਾਂ ਪੰਜਾਬ ਦਾ ਹੀ ਹੈ। ਕਿਉਂਕਿ ਜਿਵੇਂ ਆਪਾਂ ਪੰਜਾਬੀਆਂ ਨੂੰ ਬਹੁਤ ਨੱਪਿਆ ਵੀ ਮਾੜੇ ਹੈ, ਅਮਲੀ ਹੈ, ਨਸ਼ਈ ਹੈ। ਜਦੋਂ ਕਿਸ ਚੀਜ਼ ਨੂੰ ਹੀ ਨੱਪਦੇ ਆ, ਦੇਖੋ ਲਹਿ ਰਹੇ ਆ, ਦੇਖੋ ਕੁਦਰਤ ਦੇ ਵਿੱਚ ਐ ਆਪਾਂ ਪਾਣੀ ਦੇ ਉੱਪਰ ਵੱਟਾ ਮਾਰਦੇ ਆ ਤੇ ਆਪਾਂ ਕਹਿੰਦੇ ਪਾਣੀ ਦਬ ਗਿਆ, ਪਰ ਉਹ ਅਗਲੇ ਨੂੰ ਤਾਂ ਚੱਕਦਾ। ਜੇ ਮੈਂ ਕਹਾਂ I'll say I'm in awe of India। ਲਾਈਕ ਮੈਂ ਹੈਰਾਨ ਹੈ ਕਿ ਇੰਨਾ ਵਧੀਆ ਹੈ। ਤੇ ਸਾਰਿਆਂ ਨੇ ਮੈਨੂੰ ਕਹਿਣਾ ਤੂੰ ਨਿਊਜ਼ੀਲੈਂਡ ਨੂੰ ਮਾੜਾ ਕਿਹਾ। ਮੈਂ ਨਿਊਜ਼ੀਲੈਂਡ ਨੂੰ ਮਾੜਾ ਨਹੀਂ ਕਿਹਾ, ਮੈਂ ਸਿਰਫ ਇਹ ਕਿਹਾ ਕਿ ਇੰਡੀਆ ਬਹੁਤ ਵਧੀਆ ਹੈ। ਤੇ ਮੈਨੂੰ ਬਹੁਤ ਮੈਂ ਸੈਡ ਹੈ ਕਿ ਇੰਨੇ ਸਾਲ ਮੈਨੂੰ ਆਪਣੀ ਲਾਈਫ ਦਾ ਪਤਾ ਨਹੀਂ ਸੀ।
ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸਨੂਰ ਤਵਨ। ਅੱਜ ਕੱਲ੍ਹ ਬਾਹਰ ਜਾਣ ਦਾ ਟ੍ਰੈਂਡ ਵੱਧ ਰਿਹਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਲਗਾਤਾਰ ਹਰ ਸਾਲ 3 ਤੋਂ 4 ਲੱਖ ਵਿਦਿਆਰਥੀ ਪੰਜਾਬ ਤੋਂ ਬਾਹਰ ਵੱਲ ਦਾ ਰੁਖ ਕਰਦਾ ਹੈ। 12ਵੀਂ ਕਰਨ ਤੋਂ ਬਾਅਦ ਸਿਰਫ ਇਹ ਅੱਜ ਕੱਲ੍ਹ ਦੇ ਨੌਜਵਾਨਾਂ ਦਾ ਗੋਲ ਹੈ ਕਿ ਬਾਹਰ ਜਾਣਾ ਹੈ। ਬਾਹਰ ਜਾ ਕੇ ਕਰਨਾ ਕੀ ਹੈ, ਸਰਵਾਈਵ ਕਿਵੇਂ ਕਰਨਾ ਹੈ, ਫੰਡਸ ਕਿਵੇਂ ਇਕੱਠੇ ਕਰਨੇ ਨੇ, ਰਹਿਣਾ ਕਿਵੇਂ, ਇਹ ਨਹੀਂ ਪਤਾ, ਪਰ ਇੱਕ ਗੋਲ ਜ਼ਰੂਰ ਹੈ ਕਿ ਬਾਹਰ ਜਾਣਾ ਹੈ। ਪਰ ਇਸ ਦੇ ਨਾਲ ਹੀ ਅੱਜ ਕੱਲ੍ਹ ਰਿਵਰਸ ਮਾਈਗ੍ਰੇਸ਼ਨ ਦਾ ਟ੍ਰੈਂਡ ਸ਼ੁਰੂ ਹੋਇਆ ਹੈ। ਰਿਵਰਸ ਮਾਈਗ੍ਰੇਸ਼ਨ ਦੇ ਵਿੱਚ ਉਹ ਲੋਕ ਜੋ ਬਾਹਰ ਸੈਟਲ ਨੇ, ਉਹਨਾਂ ਨੇ ਪੰਜਾਬ 'ਚ ਵੀ ਰਹਿ ਕੇ ਦੇਖਿਆ ਹੈ, ਬਾਹਰ ਵੀ ਰਹਿ ਕੇ ਦੇਖਿਆ, ਔਰ ਉਹਨਾਂ ਨੇ ਇਹ ਕੰਪੈਰੀਜ਼ਨ ਕਰ ਲਿਆ, ਇਹ ਪਛਾਣ ਲੈ ਕੇ ਆਖਿਰ ਬਿਹਤਰ ਰਹਿਣਾ ਕਿੱਥੇ ਹੈ, ਪੰਜਾਬ ਨੂੰ ਕਿਹਦੀ ਲੋੜ ਹੈ, ਪੰਜਾਬ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ। ਉਹ ਲੋਕ ਅੱਜ ਕੱਲ੍ਹ ਸਾਹਮਣੇ ਆ ਰਹੇ ਨੇ, ਆਪਣੇ ਐਕਸਪੀਰੀਐਂਸਿਸ ਸ਼ੇਅਰ ਕਰ ਰਹੇ ਨੇ ਔਰ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ ਕਿ ਬਾਹਰ ਜ਼ਰੂਰ ਜਾਓ, ਪਰ ਜਦੋਂ ਤੁਸੀਂ ਆਪਣੇ ਆਪ ਲਈ ਸਰਵਾਈਵਲ ਇੱਕ ਇਕੱਠਾ ਕਰ ਲਿਆ, ਲਾਈਵਲੀਹੁੱਡ ਵਧੀਆ ਬਣਾ ਲਈ, ਤਾਂ ਪੰਜਾਬ ਨੂੰ ਆ ਕੇ ਜ਼ਰੂਰ ਦਿਓ। ਜਿਹੜੀ ਮਿੱਟੀ ਤੋਂ ਤੁਸੀਂ ਜੰਮੇ ਪਲੇ ਹੋ, ਜਿਹੜੀ ਮਿੱਟੀ ਨੇ ਤੁਹਾਡੀ ਪਛਾਣ ਬਣਾਈ ਹੈ, ਤੁਹਾਨੂੰ ਇਸ ਕਾਬਿਲ ਬਣਾਇਆ ਕਿ ਤੁਸੀਂ ਬਾਹਰ ਜਾ ਕੇ ਕੰਮ ਕਰੋ, ਤਾਂ ਉਸ ਮਿੱਟੀ ਨੂੰ ਵੀ ਵਾਪਸ ਕੁਝ ਦੇਣ ਦੀ ਅੱਜ ਲੋੜ ਹੈ। ਤਾਂ ਤੁਸੀਂ ਪੰਜਾਬ 'ਚ ਆ ਕੇ ਪੰਜਾਬ ਲਈ ਵੀ ਕੰਮ ਕਰੋ। ਤਾਂ ਜਿਹੇ ਇੱਕ ਕਿੱਸਾ ਲੈ ਕੇ ਆਇਆ ਤੁਹਾਡੇ ਕੋਲ। ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ, ਇਹਨਾਂ ਨਾਲ ਗੱਲਬਾਤ ਕਰਾਂਗੇ। ਜਤਿੰਦਰ, ਅਵੰਤਿਕਾ ਸਾਡੇ ਨਾਲ ਮੌਜੂਦ ਨੇ, ਹੀਨਾ ਸਾਡੇ ਨਾਲ ਮੌਜੂਦ ਹੈ। ਤਾਂ ਸਵਾਗਤ ਕਰਦੇ ਔਰ ਰਿਵਰਸ ਮਾਈਗ੍ਰੇਸ਼ਨ ਦੇ ਇਸ਼ੂ ਤੇ ਟ੍ਰੈਂਡ ਤੇ ਗੱਲਬਾਤ ਕਰਾਂਗੇ। ਨਿਊਜ਼ੀਲੈਂਡ ਤੋਂ ਇਹ ਪਰਤੇ ਨੇ, ਤਾਂ ਉਹ ਗੱਲਬਾਤ ਕਰਦੇ ਆ। ਸਵਾਗਤ ਕਰਦੇ ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸੇਤਾ ਕਿਵੇਂ ਹੈ ਸਭ ਤੋਂ ਪਹਿਲੇ? ਬਹੁਤ ਵਧੀਆ, ਤੁਹਾਡੇ ਕਿਵੇਂ ਹੈ? ਬਹੁਤ ਵਧੀਆ। ਤਾਂ ਚਰਚੇ ਹੋ ਰਹੇ ਨੇ ਅੱਜ ਕੱਲ੍ਹ ਕਿ ਰਿਵਰਸ ਮਾਈਗ੍ਰੇਸ਼ਨ ਦਾ ਟ੍ਰੈਂਡ ਸ਼ੁਰੂ ਹੋ ਗਿਆ। ਹੁਣ ਜਿਹੜੇ ਬਾਹਰ ਰਹਿ ਚੁੱਕੇ ਨੇ ਉਹ ਆ ਕੇ ਦੇਖ ਰਹੇ ਨੇ ਕਿ ਪੰਜਾਬ ਔਰ ਬਾਹਰ ਦਾ ਕਿਵੇਂ ਕਲਚਰ ਡਿਫਰੈਂਟ ਹੈ, ਬਿਹਤਰ ਕਿੱਥੇ ਹੈ, ਕੰਪੈਰੀਜ਼ਨ ਹੋ ਰਿਹਾ ਔਰ ਵਾਪਸ ਪਰਤਨੇ। ਸੋ ਅਵੰਤਿਕਾ ਨਾਲ ਗੱਲਬਾਤ ਕਰਦੇ ਆ। ਤੁਹਾਡੀ ਉਮਰ ਕੀ ਹੈ, ਤੁਸੀਂ ਕਦੋਂ ਨਿਊਜ਼ੀਲੈਂਡ ਗਏ, ਕਿੱਥੇ ਕੀ ਕੀਤਾ ਔਰ ਪੰਜਾਬ ਕਦੋਂ ਆਉਣਾ ਹੋਇਆ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਅਵੰਤਿਕਾ ਪੰਚਤੂਰੀ ਹੈ। ਆਈ ਐਮ 21 years old। ਮੈਂ 21 ਸਾਲਾਂ ਦੀ ਹੈ ਐਂਡ ਮੇਰਾ ਬਰਥ ਨਿਊਜ਼ੀਲੈਂਡ ਵਿੱਚ ਹੋਇਆ ਸੀ 2001 ਵਿੱਚ। ਤੇ ਇਹਦੇ ਲਈ ਆਈਵ ਆਲਸੋ ਗਾਟ ਮਾਈ ਪਾਸਪੋਰਟ, ਕਿਉਂਕਿ ਬਹੁਤ ਸਾਰੇ ਮੈਨੂੰ ਬੋਲਦੇ ਆ ਕਿ ਤੁਸੀਂ ਡਿਪੋਰਟ ਹੋਏ ਹੋਵੋਗੇ ਜਾਂ ਤੁਸੀਂ ਜੋ ਵੀ ਉਹਨਾਂ ਦੇ ਕੁਐਸਚਨਸ ਹੈ। ਦਿਸ ਇਜ਼ ਮਾਈ ਪਾਸਪੋਰਟ। ਮੇਰਾ ਬਰਥ ਉੱਥੇ ਹੋਇਆ ਸੀ 2001 ਵਿੱਚ। ਤੇ ਹੁਣ ਮੈਨੂੰ ਇੰਡੀਆ ਆਏ ਹੋਏ 5 months ਹੋ ਗਏ ਆ। ਮੇਰੇ ਪਾਪਾ ਦਾ ਇੱਥੇ ਸਕੂਲ ਹੈ, ਆਕਲੈਂਡ ਗ੍ਰਾਮਰ ਸਕੂਲ ਫਤਿਹਗੜ੍ਹ ਪੰਜਤੂਰ ਵਿੱਚ। ਇਨੀਸ਼ੀਅਲੀ ਮੈਂ ਇੱਥੇ ਜਦੋਂ ਆਈ ਸੀ, ਮੈਂ ਸੋਚਿਆ ਸੀਗਾ ਕਿ ਮੈਂ ਟਰੈਵਲ ਕਰਨਾ, ਇੰਡੀਆ ਘੁੰਮਣਾ, ਮੈਂ ਦੇਖਣਾ ਕਿ ਇੰਡੀਆ ਕਿਵੇਂ ਹੈ ਤੇ ਹੋਰ ਏਸ਼ੀਅਨ ਕੰਟਰੀਜ਼ ਮੇਰਾ ਘੁੰਮਣ ਦਾ ਪਲਾਨ ਸੀ। ਬਟ ਇੱਥੇ ਆ ਕੇ ਮੈਨੂੰ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਇੰਡੀਆ ਨਾਲ ਪਿਆਰ ਹੋ ਗਿਆ, ਮੈਨੂੰ ਇਸ ਸਕੂਲ ਨਾਲ ਪਿਆਰ ਹੋ ਗਿਆ। ਜੋ ਇੱਕ ਖਿੱਚ ਹੁੰਦੀ ਹੈ, ਜੋ ਮੈਨੂੰ ਇਹ ਧਰਤੀ ਖਿੱਚ ਲਿਆਈ ਹੈ। ਤੇ ਹੁਣ ਮੈਂ ਫਤਿਹਗੜ੍ਹ ਪੰਜਤੂਰ ਵਿੱਚ, ਮੈਨੂੰ 5 ਮਹੀਨੇ ਹੋ ਚੁੱਕੇ ਆ ਇੱਥੇ ਇਸ ਸਕੂਲ ਵਿੱਚ ਕੰਮ ਕਰਦੇ ਹੋਏ। ਅੱਛਾ, ਏਜ ਇੱਦਾਂ ਦੀ ਹੈ ਤੁਹਾਡੀ ਹੈ ਨਾ ਕਿ ਐਕਸਪਲੋਰ ਕਰਨ ਦਾ ਦਿਲ ਕਰਦਾ ਹੈ। ਜਦੋਂ अर्ਲੀ 20s ਦੇ ਵਿੱਚ ਹੁੰਦੇ ਹੋ, ਹਰ ਇੱਕ ਚੀਜ਼ ਦੇਖਣ ਦਾ ਦਿਲ ਕਰਦਾ ਹੈ। ਤੁਸੀਂ ਬਾਹਰ ਵੀ ਰਹਿ ਕੇ ਆਏ ਹੋ, ਪੰਜਾਬ ਵੱਲ ਕਿਵੇਂ ਖਿੱਚ ਪਈ ਕਿ ਹੁਣ ਮੈਂ ਪੰਜਾਬ 'ਚ ਹੀ ਰਹਿਣਾ? ਕਿਉਂਕਿ ਜੋ ਜੰਮਿਆ ਪਲਿਆ ਹੋਏ ਬਾਹਰ, ਉਹਦੇ ਲਈ ਇੱਕ ਹੋਰ ਕੰਟਰੀ ਦੇ ਵਿੱਚ ਜਾ ਕੇ ਦੁਬਾਰਾ ਸੈਟਲ ਹੋਣਾ, ਹਰ ਇੱਕ ਚੀਜ਼ ਤੋਂ ਸ਼ੁਰੂਆਤ ਕਰਨੀ ਸੌਖਾ ਨਹੀਂ ਹੈ। ਬਟ ਮੈਨੂੰ ਇਹ ਲੱਗਦਾ ਕਿ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਜ਼ਿਆਦਾ ਕਲਚਰ, ਦੋਨੋਂ ਕਲਚਰਸ ਵਿੱਚ ਰੱਖਿਆ, ਨਿਊਜ਼ੀਲੈਂਡ ਦੇ ਕਲਚਰ ਤੇ ਇੰਡੀਆ ਵਿੱਚ ਵੀ। ਜਦੋਂ ਮੈਂ ਛੋਟਾ ਵੀ ਸੀ, ਅਸੀਂ ਬਹੁਤ ਵਿਜ਼ਿਟ ਕਰਦੇ ਸੀ ਗ੍ਰੈਂਡ ਪੇਰੈਂਟਸ ਨੂੰ। ਮੈਨੂੰ ਇੱਕ ਮੌਕਾ ਮਿਲਿਆ ਕਿ ਮੈਂ ਸਿਰਫ ਬਾਹਰ ਨਾ ਰਵਾਂ, ਮੈਂ ਵੀ ਦੇਖਾਂ ਕਿ ਮੇਰੇ ਗ੍ਰੈਂਡ ਪੇਰੈਂਟਸ ਇੱਥੇ ਹੈ, ਮੇਰੀ ਫੈਮਿਲੀ ਇੱਥੇ ਹੈ, ਐਕਸਟੈਂਡਡ ਫੈਮਿਲੀ ਵੀ ਮੇਰੀ ਇੱਥੇ ਹੈ। ਬਟ ਪਿਛਲੇ 6 ਸਾਲਾਂ ਤੋਂ ਜੇ ਆਪਾਂ ਗੱਲ ਕਰੀਏ, ਪਿਛਲੇ 6 ਸਾਲਾਂ ਤੋਂ ਆਈ ਵਾਜ਼ ਇਨ ਨਿਊਜ਼ੀਲੈਂਡ। ਤੇ ਇੱਕ ਤਰੀਕੇ ਨਾਲ ਆਈ ਵਾਜ਼ ਡਿਸਕਨੈਕਟਡ ਇਹ ਪੂਰੀ ਜਗ੍ਹਾ ਤੋਂ। ਜਦੋਂ ਪਾਪਾ ਨੇ ਬੋਲਿਆ ਕਿ ਐਕਚੁਅਲੀ ਦ ਰੀਜ਼ਨ ਮੈਂ ਇੱਥੇ ਸੀ, ਮੇਰੀ ਦੀਦੀ ਦੀ ਵੈਡਿੰਗ ਐਨੀਵਰਸਰੀ ਸੀ, ਤਾਂ ਅਸੀਂ ਸਾਰੇ ਘੁੰਮਣ ਲਈ, ਮਿਲਣ ਲਈ ਆਏ। ਤਾਂ ਇਨੀਸ਼ੀਅਲੀ ਆਈ ਵਾਜ਼ ਲਾਈਕ ਮੈਨੂੰ ਨਹੀਂ ਪਤਾ ਮੈਂ ਜਾਣਾ ਹੈ ਨਹੀਂ ਜਾਣਾ। ਤੇ ਮੈਂ ਆਪਣਾ ਵੀਜ਼ਾ ਵੀ ਨਹੀਂ ਅਪਲਾਈ ਕੀਤਾ, ਮੈਨੂੰ OCI ਦੀ ਲੋੜ ਹੈ। ਤੇ ਲਾਸਟ ਮਿੰਟ ਮੈਂ ਟੂਰਿਸਟ ਵੀਜ਼ਾ ਲੈ ਕੇ ਆ ਕੇਮ ਹੇਅਰ। ਤੇ ਮੈਨੂੰ ਤਾਂ ਲੱਗਾ 1 ਮਹੀਨਾ ਰਹਿਣਾ, ਕਿਉਂਕਿ ਟੂਰਿਸਟ ਵੀਜ਼ਾ ਵੀ ਹੁੰਦਾ 3 ਮਹੀਨੇ ਬਾਅਦ ਖਤਮ ਹੋ ਜਾਂਦਾ। ਸੋ ਆਈ ਵਾਜ਼ ਹੇਅਰ। ਤੇ ਬਸ ਫਿਰ ਮੈਨੂੰ ਥੋੜਾ, ਕਿਉਂਕਿ ਮੈਂ ਇੱਥੇ ਪਹਿਲਾਂ ਰਹਿ ਚੁੱਕਾ ਹਾਂ, ਤਾਂ ਮੈਨੂੰ ਥੋੜਾ ਈਜ਼ੀ ਲੱਗਾ। ਜੇ ਤੁਸੀਂ ਗੱਲ ਕਰੋ ਤੁਹਾਡੀ ਏਜ ਐਕਸਪਲੋਰ ਕਰਨ ਦੀ ਹੈ, ਡੈਫੀਨੇਟਲੀ ਮੈਂ 21 ਹੈ। ਤੇ ਮੈਨੂੰ ਲੱਗਦਾ ਕਿ ਆਈ ਐਮ ਰੀਅਲੀ ਗ੍ਰੇਟਫੁਲ। ਦ ਰੀਜ਼ਨ ਜੋ ਮੈਂ ਇੱਥੇ ਇੱਕ ਹੋਰ ਤਰੀਕੇ ਨਾਲ ਹੈ ਕਿ ਆਈ ਐਮ ਸਟਿਲ ਐਕਸਪਲੋਰਿੰਗ। ਇਹ ਨਹੀਂ ਹੈ ਕਿ ਤੁਸੀਂ ਇੰਡੀਆ ਵਿੱਚੋਂ ਯੂ ਸਟਾਪ ਐਕਸਪਲੋਰਿੰਗ। ਮੈਂ ਇੱਥੇ ਰਹਿ ਕੇ ਆਈ ਵਰਕ 7 days, I work 6 days, and then I have the weekend, then I go around, I go to Himachal, I go to different cities. So I feel like you can still do it. ਤੁਸੀਂ ਉਹ ਵੀ ਕਰ ਸਕਦੇ ਹੋ। ਅੱਛਾ, ਜਿਵੇਂ ਮੈਂ ਗੱਲ ਕੀਤੀ ਕਿ ਟ੍ਰੈਂਡ ਇੰਨਾ ਵੱਧ ਰਿਹਾ ਹੈ, ਸਰ ਨਾਲ ਵੀ ਗੱਲ ਕਰਾਂਗੇ ਕਿ 20-25 ਲੱਖ ਲਗਾ ਕੇ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ। PR ਹੋ ਜਾਏ, ਕਿਸੇ ਵੀ ਤਰੀਕੇ ਨਾਲ PR ਹੋ ਜਾਏ। ਇੱਕ ਰਸਤਾ ਚੁਣਦੇ ਉਹ ਨਹੀਂ ਮਿਲਦਾ, BC, ਮਤਲਬ ਉਹਨਾਂ ਨੇ 5-6 ਰਸਤੇ ਲਗਾ ਰੱਖੇ ਅੱਜ ਕੱਲ੍ਹ ਇਮੀਗ੍ਰੇਸ਼ਨ ਏਜੰਟਸ ਦੇ ਥਰੂ ਕਿ PR ਕਰਾਉਣੀ ਹੈ। ਤੁਹਾਡੇ ਕੋਲ PR ਹੈ, ਨਿਊਜ਼ੀਲੈਂਡ ਦੇ ਵਿੱਚ ਪੱਕੇ ਹੋ,
ਤੁਸੀਂ ਵਾਪਸ ਆ ਗਏ, ਮੈਨੂੰ ਲੱਗਦਾ ਇਹ ਲੋਕੀ ਨਾ ਰੋਲ ਪੈਣਗੇ ਦੇਖ ਕੇ ਕਿ ਸਾਨੂੰ ਪੀਆਰ ਨਹੀਂ ਮਿਲ ਰਹੀ, ਇਹ ਪੀਆਰ ਛੱਡ ਕੇ ਆਈ ਹੋਈ ਹੈ। ਤੁਹਾਨੂੰ ਮੈਂ ਅੱਜ ਹੀ ਦੱਸਿਆ, ਕੱਲ ਮੈਂ ਕੈਫੇ ਵਿੱਚ ਸੀ ਮੋਗੇ 'ਚ, ਤੇ ਮੈਨੂੰ ਛੋਟੇ ਛੋਟੇ ਬੱਚੇ 12 ਸਾਲ ਦੇ ਬੱਚੇ ਬੈਠੇ ਹੋਣੇ ਮੇਰੇ ਨਾਲ ਟੇਬਲ ਤੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਹੈਲੋ ਹਾਈ ਕੀਤੀ ਕਿ ਮੈਨੂੰ ਬੱਚਿਆਂ ਨਾਲ ਗੱਲਾਂ ਕਰਨੀਆਂ ਪਸੰਦ ਹੈ, ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੀ ਕਰਨਾ ਹੈ? ਉਹਨਾਂ ਨੇ ਕਿਹਾ ਅਸੀਂ ਬਾਹਰ ਜਾਣਾ ਹੈ। ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੋਂ? ਮੈਂ ਕਿਹਾ ਮੈਂ ਨਿਊਜ਼ੀਲੈਂਡ ਤੋਂ, ਇੱਦਾਂ ਕਰਕੇ ਮੈਂ ਵਾਪਸ ਆ ਗਿਆ, ਸਕੂਲ ਵਿੱਚ ਹੁਣ ਪੜ੍ਹਾ ਰਿਹਾ। ਉਹ ਕਹਿੰਦੇ ਇਹ ਕੀ ਹੋਇਆ ਦੀਦੀ, ਅਸੀਂ ਬਾਹਰ ਜਾ ਰਹੇ ਹਾਂ, ਤੁਸੀਂ ਵਾਪਸ ਆ ਰਹੇ ਹੋ। ਤੇ ਮੈਂ ਕਿਹਾ ਮੈਨੂੰ ਇੱਦਾਂ ਲੱਗਦਾ ਕਿ ਜਦੋਂ, ਕਿਉਂਕਿ ਤੁਸੀਂ ਬਿਲਕੁਲ ਬੋਲਿਆ ਕਿ ਤੁਸੀਂ ਦੋਨੋਂ ਜਗ੍ਹਾ ਰਹਿ ਚੁੱਕੇ ਹੋ, ਫਿਰ ਤੁਸੀਂ ਦੇਖਦੇ ਹੋ ਕੀ ਜਗ੍ਹਾ ਸਹੀ ਹੈ, ਤੇ ਤੁਹਾਨੂੰ ਥੋੜਾ ਜਿਹਾ ਪਤਾ ਲੱਗ, ਈਵਨ ਦੋ ਆਮ 21, ਮੇਰੀ ਏਜ ਸਿਰਫ 21 ਹੈ, ਬਟ ਮੈਨੂੰ ਲੱਗਦਾ ਮੈਨੂੰ ਇੰਨਾ ਪਤਾ ਲੱਗ ਚੁੱਕਾ ਹੈ ਕਿ ਤੁਸੀਂ ਕਿੱਦਾਂ ਬਾਹਰ ਜਾ ਸਕਦੇ ਹੋ, ਕੀ ਚੀਜ਼ਾਂ ਕਰ ਸਕਦੇ ਹੋ। ਤੇ ਜੋ ਇਹ ਪ੍ਰੋਬਲਮ ਵੱਧ ਵੀ ਰਹੀ ਹੈ, ਮੈਂ ਉਹਨਾਂ ਬੱਚਿਆਂ ਨੂੰ ਵੀ ਕਿਹਾ ਕਿ ਤੁਸੀਂ ਪੜ੍ਹ ਕੇ ਬਾਹਰ ਜਾਓ, ਸਿੱਧਾ ਨਾ ਬਾਹਰ ਜਾਓ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ, ਇਹਦੇ ਨਾਲ ਆਪਣਾ ਡਿਪਰੈਸ਼ਨ ਵੀ ਵੱਧ ਰਿਹਾ, ਕਿੰਨੀਆਂ ਜ਼ਿਆਦਾ ਪ੍ਰੋਬਲਮਸ ਆ ਰਹੀਆਂ। ਜੋ ਇਹ ਛੋਟੇ ਛੋਟੇ 17 ਈਅਰ ਓਲਡਸ ਦੇ ਬੱਚੇ ਜਾ ਰਹੇ ਹੈ, ਉਹਨਾਂ ਨੂੰ ਹੋਰ ਸਪੋਰਟ ਦੀ ਲੋੜ ਹੈ। ਐਜ਼ ਅ ਪੇਰੈਂਟ ਜਤਿੰਦਰ ਜੀ, ਤੁਸੀਂ ਆਪਣੀ ਬੱਚੀ ਦੇ ਡਿਸੀਜਨ ਨੂੰ ਸਪੋਰਟ ਕੀਤਾ ਕਿ ਉਹਨੇ ਪੰਜਾਬ 'ਚ ਰਹਿਣਾ ਹੈ? ਕਿਉਂਕਿ ਤੁਸੀਂ, ਮੈਨੂੰ ਲੱਗਦਾ ਹੈ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬੱਚਿਆਂ ਨੂੰ ਸੈਟਲ ਕਰਨ ਦੀ ਲਗਾਤਾ ਹੈ ਨਾ। ਬਾਹਰ ਤੁਸੀਂ ਕਿੰਨੀ ਸਟਰਗਲ ਕੀਤੀ ਹੋਣੀ ਹੈ, ਪੰਜਾਬ ਛੱਡ ਕੇ ਬਾਹਰ ਗਏ, ਪੈਸੇ ਵੀ ਲਗਾਏ, ਇਮੋਸ਼ਨਲ ਹੈਲਥ ਵਾਈਜ਼ ਹਰ ਇੱਕ ਚੀਜ਼ ਤੁਸੀਂ ਸੈਕਰੀਫਾਈਸ ਕੀਤੀ ਬੱਚਿਆਂ ਦੇ ਭਵਿੱਖ ਲਈ, ਤੇ ਉਹ ਮੁੜ ਕੇ ਪੰਜਾਬ ਆ ਗਏ। 1999 ਚ ਮੈਂ ਐਜ਼ ਅ ਸਾਇੰਸ ਟੀਚਰ, ਉਦੋਂ ਪੁਆਇੰਟ ਸਿਸਟਮ ਸੀਗਾ, ਨਿਊਜ਼ੀਲੈਂਡ ਮਾਈਗ੍ਰੇਟ ਕੀਤਾ। ਮੇਰੇ ਫਾਦਰ ਸਾਹਿਬ ਇੱਥੇ ਟੀਚਰ ਸੀਗੇ, ਤੇ ਮੈਨੂੰ ਕਹਿਣ ਲੱਗੇ ਯਾਰ ਤੂੰ ਉੱਥੇ ਕਿਉਂ ਜਾਣਾ ਹੈ, ਲੈ ਪੜਾਉਣਾ ਹੈ ਤੇ ਇੱਥੇ ਪੜ੍ਹਾ ਲੈ, ਜਿੱਥੋਂ ਦਾ ਰੁੱਖ ਹੈ ਉੱਥੇ ਹੀ ਸੁੱਖ ਹੋਣਾ ਚਾਹੀਦਾ। ਮੇਰੇ ਵਾਸਤੇ ਬੜਾ ਗੰਭੀਰ ਪ੍ਰੋਬਲਮ ਸੀ, ਕਿਉਂਕਿ ਮੇਰੀ ਜਿਹੜੀ ਵਾਈਫ ਹੈ, ਤੁਹਾਨੂੰ ਪਤਾ ਬੱਚੇ ਉੱਥੇ ਰਹਿਣਾ ਚਾਹੁੰਦੇ ਆ, ਪਰ ਮੈਂ ਆਪਣੇ ਫਾਦਰ ਦੀ ਗੱਲ ਮੰਨੀ। ਮੈਂ ਉਦੋਂ ਤੋਂ ਹੀ, ਵਿੱਚੋਂ ਮੇਰੇ ਫਾਦਰ ਸਕੂਲ ਸੰਭਾਲਦੇ ਸੀ, ਮੇਰੇ ਬ੍ਰਦਰ ਸਕੂਲ ਸੰਭਾਲਦੇ ਸੀ, ਮੈਂ ਇੱਥੇ ਹਮੇਸ਼ਾ ਆਪਦਾ ਨਾਤਾ ਜਿਹੜਾ ਪੰਜਾਬ ਦੇ ਨਾਲ ਬਣਾ ਕੇ ਰੱਖਿਆ। ਤੇ ਹੁਣ ਵਿਸ਼ਾ ਇਹ ਵੀ ਜਿਵੇਂ ਮੇਰੇ ਫਾਦਰ ਨੇ ਦੇ ਕਹਿਣ ਤੇ ਮੈਂ ਇੱਥੇ ਆਇਆ ਸੀਗਾ, ਮੇਰੇ ਕਹਿਣ ਤੇ ਜਦੋਂ ਇਹਨਾਂ ਨੇ ਸਾਨੂੰ ਦੇਖਿਆ, ਮੇਰੇ ਫਾਦਰ ਵੀ ਆਪਣੇ ਫਾਦਰ ਦੀ ਗੱਲ ਸੁਣੀ, ਤੇ ਇਹਨਾਂ ਦੇ ਦਿਮਾਗ ਦੇ ਵਿੱਚ ਵੀ ਉਹ ਕਨਸੈਪਟ ਸੀਗਾ। ਇੱਕ ਨਾ ਕੈਨੇਡਾ ਦੀ ਬਹੁਤ ਵਧੀਆ ਬੁੱਕ ਹੈ ਪੰਜਾਬੀ ਦੀ, ਕੈਂਪ ਲੂਪਸ ਦੀਆਂ ਮੱਛੀਆਂ। ਤੁਹਾਡੇ ਸਵਾਲ ਦਾ ਜਵਾਬ ਮੈਂ ਉੱਥੋਂ ਦੇਣਾ ਚਾਹੂੰਗਾ। ਕੈਂਪ ਲੂਪਸ ਇੱਕ ਜਗ੍ਹਾ ਹੈ ਜਿੱਥੋਂ ਦੀਆਂ ਮੱਛੀਆਂ ਜਿਹੜੀਆਂ ਸਮੁੰਦਰ ਜਾਂਦੀਆਂ, ਘੁੰਮਦੀਆਂ ਫਿਰਦੀਆਂ, ਪਰ ਜਦੋਂ ਉਹਨਾਂ ਦਾ ਆਖਰੀ ਸਮਾਂ ਹੁੰਦਾ ਹੈ, ਤੇ ਉਹ ਸਮੁੰਦਰੀ ਧਾਰਾ ਦੇ ਉਲਟ ਜਿਹੜੀਆਂ ਛਾਲਾਂ ਮਾਰ ਕੇ ਜਿੱਥੇ ਉਹਨਾਂ ਦਾ ਜਨਮ ਹੁੰਦਾ ਹੈ, ਉੱਥੇ ਜਾ ਕੇ ਬੱਚੇ ਦੇ ਕੇ ਖਤਮ ਹੋ ਜਾਂਦੀਆਂ। ਸਾਡਾ ਜੀਵਨ ਵੀ ਕੈਂਪ ਲੂਪਸ ਦੀਆਂ ਮੱਛੀਆਂ ਵਾਂਗੂ ਹੈ। ਸਾਨੂੰ ਜਾਣਾ ਚਾਹੀਦਾ ਹੈ ਵੱਡੇ ਸਮੁੰਦਰ ਦੇ ਵਿੱਚ, ਨਦੀ ਨੂੰ ਛੱਡਣਾ ਚਾਹੀਦਾ ਹੈ, ਘੁੰਮ ਫਿਰ ਕੇ ਵਾਪਸ ਆ ਜਾਣਾ ਚਾਹੀਦਾ ਹੈ। ਸਾਡਾ ਜਿਹੜਾ ਵਕਤ ਅਸੀਂ ਦੇਖ ਲਿਆ ਸਾਰੀ ਦੁਨੀਆ ਦੇ ਵਿੱਚ, ਕਿ ਜਿਵੇਂ ਆਪਾਂ ਗੱਲ ਕਰਦੇ ਸੀ ਕਿ ਆਪਾਂ ਨੂੰ ਪੰਜਾਬ ਵਾਪਸ ਆਉਣ ਦਾ ਸਿਰਫ ਇੱਕੋ ਹੀ ਕਾਰਨ ਨਹੀਂਗਾ, ਲੈ ਵੀ ਆਪਣੀ ਧਰਤੀ ਨਾਲ ਪਿਆਰ ਹੈ। ਇੱਕ ਇਕਨੋਮਿਕ ਕਾਰਨ ਵੀ ਤੁਸੀਂ ਆਪਣੇ ਦਿਮਾਗ 'ਚ, ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਦਿਮਾਗ 'ਚ ਰੱਖੋ ਕਿ ਦੁਨੀਆ ਦੀ ਆਬਾਦੀ 800 ਕਰੋੜ ਦੇ ਕਰੀਬ ਹੋ ਗਈ ਹੈ। ਆਉਣ ਵਾਲੇ 15-20 ਸਾਲਾਂ 'ਚ 200 ਕਰੋੜ ਜੇ ਦੁਨੀਆ ਦੀ ਆਬਾਦੀ ਵੱਧ ਗਈ ਨਾ, ਤੇ ਤੁਹਾਡੇ ਕੋਲ ਖਾਣ ਨੂੰ ਕੁਝ ਬਚਣਾ ਨਹੀਂਗਾ। ਕੋਵਿਡ ਦੇ ਵਿੱਚ ਅਸੀਂ ਦੇਖਿਆ ਵੀ ਕੈਨੇਡਾ ਅਮਰੀਕਾ ਦੀ ਸਰਕਾਰਾਂ ਜਿਹੜੀਆਂ ਕੁਝ ਪੈਸੇ ਦਿੰਦੀਆਂ ਸੀ, ਤੇ ਹਰੇਕ ਬੰਦਾ ਕਹਿੰਦਾ ਸੀ ਯਾਰ ਕੈਨੇਡਾ ਦੀ ਸਰਕਾਰ ਪੈਸੇ ਦਿੰਦੀ ਹੈ, ਤੇ ਉਹਨਾਂ ਪੈਸੇ ਨਾਲ ਬ੍ਰੈਡ ਹੀ ਖਰੀਦਣੀ ਸੀ। ਸਾਡੇ ਕੋਲ ਹਰ ਇੱਕ ਕੋਲ ਖਾਣਾ ਹੈ, ਤੇ ਸਾਡੇ ਕੋਲ ਹਰ ਇੱਕ ਕੋਲ ਮਕਾਨ ਆਪਦਾ ਹੈ, ਜਿਹੜਾ ਕਿ ਬਾਹਰਲੇ ਦੇਸ਼ਾਂ 'ਚ ਸਾਨੂੰ ਖਾਣਾ ਤੇ ਮਕਾਨ ਖਰੀਦਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਮਸ਼ੱਕਤ ਕਰਨੀ ਪੈਂਦੀ ਹੈ। ਤੇ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ, ਅਸੀਂ ਨਹੀਂ ਕਹਿੰਦੇ ਕਿ ਬਾਹਰ ਨਾ ਜਾਓ, ਘੁੰਮੋ ਫਿਰੋ, ਪਰ ਆਪਣੀ ਜ਼ਮੀਨ ਦੇ ਨਾਲ ਨਾਤਾ ਰੱਖੋ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦਾ ਹੈ। ਸੈਂਟਰਲ ਏਸ਼ੀਆ ਤੋਂ ਰਸਤਾ ਖੁੱਲ੍ਹਣਾ ਹੀ ਖੁੱਲ੍ਹਣਾ। ਕਿੰਨੇ ਸਾਲ ਲੱਗ ਜਾਣਗੇ ਪਾਕਿਸਤਾਨ ਦਾ ਰਸਤਾ ਖੁੱਲ੍ਹਣ ਨੂੰ? ਨੰਬਰ 2 ਦੇ ਉੱਪਰ ਜੋ ਤੁਸੀਂ ਇੱਥੇ ਇੰਜੋਏ ਕਰ ਸਕਦੇ ਆ, ਆਉਣ ਵਾਲੇ ਸਮੇਂ 'ਚ ਸਾਡੇ ਕੋਲ ਖੁਰਾਕ ਹੈ, ਸਾਡੇ ਕੋਲ ਮਕਾਨ ਹੈ। ਬਾਹਰ ਸਾਡਾ ਸਾਰਾ ਸੰਘਰਸ਼ ਹੀ ਇਹਦੇ ਵਾਸਤੇ ਹੈ। ਤੇ ਮੈਂ ਐਪਰੀਸ਼ੀਏਟ ਕਰਦਾ ਕਿ ਇਹਨੇ ਮਤਲਬ ਦੇਖ ਲਿਆ ਸਾਰਾ ਕੰਪੈਰੀਜ਼ਨ ਕਰਕੇ, ਤੇ ਇਹ ਵਾਪਸ ਆਈ ਹੈ। ਜਿੱਦਾਂ ਤੁਹਾਡੇ ਕੋਲ ਆਪਣਾ ਸਕੂਲ ਹੈ, ਤੁਹਾਨੂੰ ਪਤਾ ਹੈ ਕਿ ਤੁਹਾਨੂੰ ਲੋਕ ਵੀ ਚਾਹੀਦੇ ਹੈ ਨਾ ਜੋ ਤੁਹਾਡੀ ਹੈਲਪ ਕਰ ਸਕਣ, ਤੁਹਾਨੂੰ ਮੈਨ ਪਾਵਰ ਚਾਹੀਦੀ ਹੈ, ਤੁਹਾਡੀ ਬੇਟੀ ਤੁਹਾਡਾ ਸਾਥ ਦੇ ਰਹੀ ਹੈ। ਪਰ ਜੇ ਇੱਕ ਨੋਰਮਲ ਪੇਰੈਂਟ ਦੀ ਜੇ ਮੈਂ ਗੱਲ ਕਰਾਂ, ਤੁਹਾਡੇ ਪਿੰਡ ਦੇ ਵਿੱਚ ਹੋਣ ਚਾਹੇ ਆਸ-ਪਾਸ ਹੋਣ, ਉਹਨਾਂ ਕੋਲ ਸ਼ਾਇਦ ਇੰਨਾ ਫੰਡ ਨਾ ਹੋਏ ਕਿ ਉਹਨਾਂ ਦਾ ਬੱਚਾ ਵਾਪਸ ਆਏ, ਉਹ ਸਸਟੇਨ ਕਰ ਪਾਏ, ਉਹ ਨਵੀਂ ਜੌਬ ਲੱਭੇ, ਤੇ ਇਹਦੇ ਤੇ ਤੁਹਾਡਾ ਕੀ ਪੁਆਇੰਟ ਆਫ ਵਿਊ ਹੈ? ਕਿਉਂਕਿ ਤੁਹਾਡੇ ਕੋਲ ਸੈਟਅਪ ਸੀਗਾ, ਤੁਹਾਡੀ ਬੇਟੀ ਆਈ, ਜੇ ਕੋਈ ਹੋਰ ਫੈਮਿਲੀ ਦੇ ਵਿੱਚ ਕੋਈ ਬੱਚਾ ਵਾਪਸ ਪਰਤੇ ਤਾਂ ਸ਼ਾਇਦ ਪੇਰੈਂਟਸ ਲਈ ਬਹੁਤ ਵੱਡਾ ਸ਼ੌਕ ਹੋ ਜਾਏ। ਬਿਲਕੁਲ ਗੱਲ ਇਸ ਤਰ੍ਹਾਂ ਵੀ ਜਦੋਂ ਤੁਸੀਂ ਆਲੇ ਦੁਆਲੇ ਸਿੱਖਦੇ ਆ, ਇਹ ਜਿਹੜਾ ਜਿਵੇਂ ਆਪਾਂ ਦੇਖੀਏ ਵੀ $100 ਬਿਲੀਅਨ ਦਾ ਅਸੀਂ ਸਮਾਨ ਚਾਈਨਾ ਤੋਂ ਖਰੀਦਦੇ ਆ, ਚਾਰੇ ਪਾਸੇ ਚਾਈਨਾ ਹੋਈ ਪਈ ਹੈ। $500 ਬਿਲੀਅਨ ਦਾ ਅਸੀਂ ਸੌਫਟਵੇਅਰ ਦੁਨੀਆ ਨੂੰ ਵੇਚਦੇ ਆ। ਦੇਖੋ ਜਿੰਨੀਆਂ ਵੱਡੀਆਂ ਕੰਪਨੀਆਂ, ਸਾਰਿਆਂ ਦੇ ਮਤਲਬ CEO ਜਿਹੜੇ ਹੈੱਡ ਹੈ ਉਹ ਇੰਡੀਅਨ ਹੈ। ਆਉਣ ਵਾਲਾ ਸਮਾਂ ਦੁਨੀਆ ਕੋਲ ਤਾਂ ਬੰਦੇ ਨਹੀਂ ਕੰਮ ਕਰਨ ਵਾਸਤੇ, ਆਬਾਦੀ ਘਟ ਰਹੀ ਹੈ ਵੈਸਟਰਨ ਕੰਟਰੀਜ਼ ਦੀ, ਤੇ ਜਿੰਨਾ ਵੀ ਸੌਫਟਵੇਅਰ ਹੈਗਾ ਉਹ ਸਾਰਾ ਸਾਊਥ ਦੇ ਵਿੱਚ ਹੈ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਉਹ ਕੋਸ਼ਿਸ਼ ਕਰ ਰਹੀਆਂ ਕਿ ਅਸੀਂ ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਸਿਸਟਮ ਬਣਾਈਏ। ਆਪਾਂ ਕਹਿੰਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ, ਜਦੋਂ ਸੌਫਟਵੇਅਰ ਡਿਵੈਲਪ ਕਰਨਗੇ, ਘਰੇ ਬੈਠ ਕੇ ਕੰਮ ਕਰਨ, ਸਭ ਰੁਜ਼ਗਾਰ ਪੈਦਾ ਹੋ ਜਾਂਦੇ। ਨਾਲੇ ਦੇਖੋ ਸਭ ਨਾਲੋਂ ਵੱਡਾ ਰੁਜ਼ਗਾਰ ਦੁਨੀਆ ਦਾ ਖੇਤੀ ਹੈ, ਤੇ ਉਹ ਸਾਡੇ ਕੋਲ ਪੰਜਾਬ ਦੀ ਇੱਕ ਧਰਤੀ ਇਹੋ ਜਿਹੀ ਧਰਤੀ ਹੈ ਜਿੱਥੇ ਤੁਸੀਂ ਦੇਖੋ ਵੀ ਰਾਜਸਥਾਨ ਜਿਹੜਾ 5-6 ਘੰਟੇ ਦੂਰ ਹੈ,
ਤੇ ਸਾਡੇ ਕੋਲੋਂ ਹਿਮਾਲਿਆ ਜਿਹੜਾ 5-6 ਘੰਟੇ ਦੂਰ ਹੈ, ਸਾਡੇ ਕੋਲ ਰਾਜਸਥਾਨ ਵੀ ਹੈ, ਹਿਮਾਲਿਆ ਵੀ ਹੈ। ਇਸ ਕਰਕੇ ਜਿੰਨੀ ਵੈਰਾਈਟੀ ਆਫ ਫੂਡ, ਅਸੀਂ ਸੌਂਫ ਸਿਟੀ ਸੌਂਫ ਹੋ ਜਾਂਦੀ ਹੈ, ਅਸੀਂ ਜੋ ਮਰਜ਼ੀ, ਕੇਲੇ ਇੱਕ ਬੰਦੇ ਨੇ ਸੇਬ ਉਗਾਤੇ, ਤੇ ਤੁਸੀਂ ਦੇਖੋ ਨਾ ਵੀ ਅੰਗੂਰ ਕਿੰਨਾ ਸੀ ਸਾਡੇ ਕੋਲ, ਤੇ ਕੀਨੂ ਕਿੰਨਾ ਸੀ। ਜੇ ਇੱਥੇ ਵਪਾਰ ਨਹੀਂ ਤੇ ਵਪਾਰ ਹੈ ਕਿੱਥੇ? ਅਸੀਂ ਫੂਡ ਪ੍ਰੋਸੈਸਿੰਗ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋ ਸਕਦਾ ਹਵਾਈ ਜਹਾਜ਼ ਤੁਸੀਂ ਦੇ UAE ਜਾਣ। ਪਹਿਲਾਂ ਸਾਡੇ ਕੋਲ ਟੈਕਨੋਲੋਜੀ ਨਹੀਂ ਸੀ, ਜੇ ਬੱਚੇ ਬਾਹਰ ਘੁੰਮਣ ਫਿਰਨਗੇ ਟੈਕਨੋਲੋਜੀ ਲੈ ਕੇ ਆਉਣਗੇ, ਆਉਣ ਵਾਲੇ 15-20 ਸਾਲ ਸਭ ਰੁਜ਼ਗਾਰ ਪੈਦਾ ਹੋਊਗਾ। ਸਾਡੇ ਕੋਲ ਰੁਜ਼ਗਾਰ ਹੈਗਾ, ਸਾਰਿਆਂ ਕੋਲ ਰੁਜ਼ਗਾਰ ਹੈ। ਨਾਲੇ ਤੁਸੀਂ ਆਪਾਂ ਗੱਲ ਕਰਦੇ ਹਾਂ ਵੀ ਦੂਜਿਆਂ ਕੋਲ ਸੈਟਅਪ ਨਹੀਂ, ਪੰਜਾਬ ਦੀ 70% ਜਿਹੜੇ ਬੱਚੇ, 80% ਬੱਚੇ ਜਿਹੜੇ ਉਹ ਜ਼ਿਮੀਂਦਾਰਾਂ ਦੇ ਹੈ, ਤੇ ਸਾਰਿਆਂ ਕੋਲ ਜ਼ਮੀਨ ਹੈ। ਹੁਣ ਉਹ ਕਾਲਾ ਝੋਨਾ ਲਾਉਣਗੇ, ਆਨਲਾਈਨ ਅਮੇਜ਼ਨ ਤੇ ਵੇਚਣਗੇ। ਸਮਾਂ ਆਉਣ ਵਾਲਾ ਜਿਵੇਂ ਮੈਂ ਤੁਹਾਨੂੰ ਦੱਸਦਾ ਲੈ ਵੀ, ਜਿਵੇਂ ਇੱਕ ਆਪਣੀ ਬੋਡੀ ਹੈ, ਆਪਣੀ ਬੋਡੀ ਨੂੰ ਜਦੋਂ ਜ਼ਰੂਰਤ ਪੈਂਦੀ ਹੈ ਅੱਖਾਂ ਦੀ, ਐਨਕਾਂ ਨੂੰ, ਐਨਕਾਂ ਦੀ ਜ਼ਰੂਰਤ ਪੈਂਦੀ, ਤੁਹਾਡੀ ਬੋਡੀ ਦੱਸਣ ਲੱਗ ਪੈਂਦੀ, ਤੁਹਾਨੂੰ ਦਿਸਦਾ ਨਹੀਂ। ਤੁਹਾਡਾ ਸਰੀਰ, ਦਿਲ ਦੱਸਣ ਲੱਗ ਪੈਂਦਾ, ਧੜਕਣ ਜ਼ਿਆਦਾ ਹੋ ਗਈ। ਹੁਣ ਪੰਜਾਬ ਜਿਹੜਾ ਆਲਾ ਦੁਆਲਾ ਵਕਤ ਉਹ ਦੱਸਣ ਲੱਗ ਪਿਆ ਸਾਨੂੰ ਲੈ ਵੀ ਸਾਨੂੰ ਪੰਜਾਬ ਦੀ ਜ਼ਰੂਰਤ ਹੈ। ਮੈਂ ਨਹੀਂ ਕਹਿ ਰਿਹਾ, ਨਾ ਮੇਰੇ ਕਿੱਤਿਆਂ ਹੋਣਾ, ਨਾ ਮੇਰੇ ਕਿਹਾ ਲੋਕ ਵਾਪਸ ਹੋਣੇ। ਜਦੋਂ ਉੱਥੇ ਸਾਨੂੰ ਕਾਰੋਬਾਰ ਹੀ ਨਹੀਂ ਲੱਭਦਾ ਪਿਆ ਬੱਚਿਆਂ ਨੂੰ, ਉੱਥੇ ਇੱਕ ਰੋਟੀ ਪਿੱਛੇ ਸੰਘਰਸ਼ ਕਰਨਾ ਪੈਂਦਾ। ਅੱਜ ਨਹੀਂ, ਸਵੇਰੇ ਨਹੀਂ, ਪਰਸੋਂ ਨਹੀਂ, ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਹੋਣੀ ਹੈ। ਨਾਲੇ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਵਾਂ ਕਿ ਪੰਜਾਬ ਬਹੁਤ ਅੱਗੇ ਹੈ। ਲੋਕ ਕਹਿੰਦੇ ਪੰਜਾਬ ਮਰ ਗਿਆ, ਪੰਜਾਬ ਮਰ ਗਿਆ। ਪੰਜਾਬ ਮਰ ਗਿਆ ਨਹੀਂ, ਪੰਜਾਬ ਲੋਕਾਂ ਨਾਲੋਂ ਦੂਜੇ ਪੂਰੇ ਹਿੰਦੁਸਤਾਨ ਨਾਲ 20 ਸਾਲ ਅੱਗੇ ਹੈ। ਅਸੀਂ ਦੂਜੇ ਵਿਸ਼ਵ ਜੰਗ ਦੇ ਵਿੱਚ ਅੰਗਰੇਜ਼ਾਂ ਨਾਲ ਲੜੇ, ਸਾਰੀ ਦੁਨੀਆ 'ਚ ਸੈਟਲ ਹੋਏ। ਅੱਜ ਸਾਨੂੰ ਪਤਾ ਹੈ ਲੈ ਵੀ ਆਉਣ ਵਾਲਾ ਸਮਾਂ ਸਾਡਾ ਹੈ। ਇਸ ਕਰਕੇ ਸਾਰੇ ਇਸ਼ਾਰੇ ਜਿਹੜੇ ਰਿਵਰਸ ਮਾਈਗ੍ਰੇਸ਼ਨ ਦੱਸ ਰਹੇ ਆ ਲੈ ਵੀ ਇੱਥੇ ਹੀ ਸਾਰਾ ਕੁਝ ਹੋਣਾ, ਇੱਥੇ ਹੀ ਸਭ ਕੁਝ ਹੈ। ਅੱਛਾ ਅਵੰਤਿਕਾ, ਤੁਸੀਂ ਬਾਹਰ ਰਹੇ ਹੋ, ਇੱਥੇ ਵੀ ਰਹੇ ਹੋ, ਹੈ ਨਾ? ਕਿਹੜੀ ਉਮਰ ਦੇ ਵਿੱਚ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ, ਔਰ ਕਿਹੜੀ ਚੀਜ਼ਾਂ ਤੁਸੀਂ ਬਾਹਰ ਸਿੱਖੀਆਂ ਜੋ ਇੱਥੇ ਆ ਕੇ ਬੱਚਿਆਂ ਨੂੰ ਸਿਖਾ ਰਹੇ ਹੋ? I think so ਮੈਂ ਜਦੋਂ I was 15-16 that's when I started working। ਉਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ 15-16 ਸਾਲ ਦੀ ਏਜ ਵਿੱਚ। ਤੇ ਮੈਂ ਸ਼ੁਰੂ ਕੀਤੀ ਕਿਡਸ ਮੇਨੀਆ, ਜੋ ਸੀਗਾ ਇੱਕ ਇਨਡੋਰ ਬੱਚਿਆਂ ਦਾ ਪਲੇ ਏਰੀਆ। ਉੱਥੋਂ ਮੈਕਡੋਨਲਡਸ, ਡੋਮਿਨੋਜ਼, ਹੁਣ ਮੈਂ ਡਿਊਟੀ ਫ੍ਰੀ ਤੇ ਕੰਮ ਕੀਤਾ ਏਅਰਪੋਰਟ ਤੇ। ਐਂਡ ਆਈ ਥਿੰਕ ਜੋ ਈਵਨ ਗੋਰਿਆਂ ਦੇ ਬੱਚੇ ਉੱਥੇ ਜਦੋਂ ਕੰਮ ਕਰਦੇ ਹੋ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹੋ। ਤੁਸੀਂ ਇਹ ਸਿੱਖਦੇ ਹੋ ਕਿ ਤੁਸੀਂ ਤੁਹਾਡੇ ਕੋਲ ਪੈਸੇ ਹੋ ਸਕਦੇ ਆ, ਬਟ ਤੁਸੀਂ ਫਿਰ ਵੀ ਮੈਕਡੋਨਲਡਸ 'ਤੇ ਕੰਮ ਕਰ ਰਹੇ ਹੋ, ਤੁਸੀਂ ਕਸਟਮਰ ਸਰਵਿਸ ਸਿੱਖਦੇ ਹੋ। ਮੈਨੂੰ ਲੱਗਦਾ ਕਿ ਉਹ ਜੋ ਮੇਰੇ ਲਈ ਟਾਈਮ ਸੀ ਉਹ ਡੈਫੀਨੇਟਲੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸੀ ਮੈਨੂੰ ਮੈਂ ਬਣਾਉਣ ਵਿੱਚ। ਹੋ ਸਕਦਾ ਜੇ ਮੈਂ ਇੰਡੀਆ 'ਚ ਹੁੰਦੀ ਤਾਂ ਹੋ ਸਕਦਾ ਮੈਂ ਥੋੜ੍ਹਾ ਇੰਨਾ ਜ਼ਿਆਦੀਆਂ ਚੀਜ਼ਾਂ ਨਹੀਂ, ਇੰਨਾ ਹੰਬਲ ਨਹੀਂ ਹੋਣਾ ਸਿੱਖਣਾ ਸੀਗਾ। ਯੂ ਲਰਨ ਕਾਈਂਡ ਹੋਣਾ, ਓਨੈਸਟੀ ਐਂਡ ਆਲ ਦੋਜ਼ ਥਿੰਗਸ ਐਜ਼ ਵੈਲ। ਤੇ ਇਫ ਯੂ ਜੇ ਤੁਸੀਂ ਮੈਨੂੰ ਜੋ ਕੁਐਸਚਨ ਪੁੱਛਿਆ ਕਿ ਮੈਂ ਬੱਚਿਆਂ ਨੂੰ ਇੱਥੇ ਆ ਕੇ ਕੀ ਸਿਖਾਇਆ, ਮੈਨੂੰ ਲੱਗਦਾ ਕਿ ਜੋ ਮੈਂ ਉੱਥੇ ਦੇਖਿਆ ਕਿ ਤੁਸੀਂ ਜੇ 15 ਸਾਲਾਂ ਦੇ ਹੋ ਕੇ ਤੁਹਾਨੂੰ ਇਹ ਲੋੜ ਹੈ ਕਿ ਮੇਰੇ ਕੋਲ ਆਪਦੀ ਪੋਕਟ ਮਨੀ ਹੋਵੇ, ਮੇਰੇ ਕੋਲ ਆਪਦੇ ਪੈਸੇ ਹੋਣ। ਜਦੋਂ ਮੈਂ ਸੀ ਇੰਨਾ ਯੰਗ, ਮੈਨੂੰ ਤਾਂ ਇੱਦਾਂ ਲੱਗਦਾ ਸੀ ਕਿ ਮੈਂ ਨਹੀਂ ਪਾਪਾ ਦੇ ਪੈਸੇ ਲੈਣੇ, ਮੈਂ ਨਹੀਂ ਮੰਮਾ ਪਾਪਾ ਦੇ ਪੈਸੇ ਲੈਣੇ, ਤੇ ਮੇਰੇ ਕੋਲ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਮੈਂ ਕਿਤੇ ਵੀ ਜਾਵਾਂ ਆਪਦੇ ਪੈਸੇ ਆਪੇ ਕਮਾ ਸਕਾਂ। ਤੋ ਹੁਣ ਜੇ ਮੈਨੂੰ ਇੱਦਾਂ ਹੋਇਆ, ਹੋਰ ਵੀ ਪੰਜਾਬ ਦੇ ਬੱਚਿਆਂ ਨੂੰ ਇੱਦਾਂ ਹੁੰਦਾ। ਇਸ ਕਰਕੇ ਅਸੀਂ ਸਕੂਲ ਵਿੱਚ ਹੁਣ ਜਿਵੇਂ ਕਿ ਬਿਜ਼ਨਸ ਬਲਾਸਟਰਸ ਵੀ ਹੋ ਰਿਹਾ, ਅਸੀਂ ਸਕੂਲਸ ਵਿੱਚ ਫਾਰਮਰਸ ਮਾਰਕੀਟ ਲਗਾ ਰਹੇ ਹਾਂ ਤਾਂ ਕਿ ਬੱਚੇ ਆਪਦੇ ਘਰੋਂ ਲਿਆਉਣ ਚੀਜ਼ਾਂ ਸਕੂਲ ਵੇਚਣ, ਤਾਂ ਕਿ ਉਹਨਾਂ ਜ਼ਮੀਨ ਨਾਲ ਜੁੜਨ। ਜਿਵੇਂ ਅਸੀਂ ਕਿਰਤ ਛੱਡਤੀ ਹੈ ਆਪਣੇ ਕੋਲ, ਬਾਬੇ ਨਾਨਕ ਨੇ ਕਿਹਾ ਪੰਜਾਬ ਦੀ ਧਰਤੀ ਵੱਖਰੀ ਧਰਤੀ ਹੈ, ਲੈ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਹੁਣ ਕਿਰਤ ਅਸੀਂ ਭੁੱਲ ਗਏ, ਨਾ ਅਸੀਂ ਡਾਊਨ ਸੀਲਿੰਗ ਕਰਦੇ, ਨਾ ਅਸੀਂ ਪਲੰਬਰ ਹੈ, ਨਾ ਅਸੀਂ ਇਲੈਕਟ੍ਰੀਸ਼ੀਅਨ ਹੈ। ਸ਼ਰਮ ਆਉਂਦੀ ਹੈ, ਸ਼ਰਮ ਆਉਂਦੀ ਹੈ। ਅਸੀਂ ਕੀ ਕੀਤਾ, ਪੰਜਾਬ ਸਰਕਾਰ ਨੇ ਬਿਜ਼ਨਸ ਬਲਾਸਟਰ ਬਣਾਇਆ। ਅਸੀਂ ਹੁਣ ਸੈਕਿੰਡ ਸੈਚਰਡੇ ਬੱਚਿਆਂ ਨੂੰ ਕਹਿੰਦੇ ਵੀ ਆਪਦਾ ਕੁਛ ਨਾ ਕੁਛ ਬਣਾਓ ਤੇ ਉਹਨੂੰ ਵੇਚੋ। ਜਦੋਂ ਬੱਚੇ ਉਹਨਾਂ ਨੂੰ ਵੇਚਦੇ ਤਾਂ ਉਹਨੂੰ ਪਤਾ ਲੱਗਦਾ ਵੀ ਅਸੀਂ ਜ਼ਮੀਨ ਦੇ ਵਿੱਚ 2 ਬੀਜ ਬੀਜ ਕੇ ਅਸੀਂ 100 ਰੁਪਇਆ ਹਰ ਰੋਜ਼ ਕਮਾ ਸਕਦੇ ਹਾਂ। ਇੱਕ ਦੁੱਧ ਵੇਚ ਕੇ ਅਸੀਂ ਆਪਦਾ ਕੰਮ ਕਰ ਸਕਦੇ ਹਾਂ। ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੀ ਹੈ, ਸਾਡੀ ਕੋਸ਼ਿਸ਼ ਚੱਲ ਰਹੀ ਹੈ ਕਿਸੇ ਲੋਕਾਂ ਨੂੰ ਮਿੱਟੀ ਨਾਲ ਜੋੜੀਏ ਤਾਂ ਕਿ ਉਹ ਬੱਚੇ ਆਪ ਚੀਜ਼ਾਂ, ਇਹਦਾ ਹੀ ਆਈਡੀਆ ਸਾਰਾ ਨਹੀਂ, ਤਾਂ ਕਿ ਉਹ ਬੱਚੇ ਆਪ, ਕਿਉਂਕਿ ਉਹੀ ਤੁਹਾਡੀ ਗੱਲ ਹੈ ਕਿ ਨਹੀਂ, ਬਾਹਰ ਆਪਾਂ ਕੰਮ ਕਰਦੇ ਹਾਂ ਤਾਂ ਆਪਾਂ ਸ਼ਰਮ ਨਹੀਂ ਕਰਦੇ। ਤੁਸੀਂ ਮੈਕਡੋਨਲਡਸ ਕੰਮ ਕਰੋ, ਤੁਸੀਂ ਡੋਮਿਨੋਜ਼ ਕਰੋ, ਤੁਸੀਂ ਸ਼ਰਮ ਨਹੀਂ ਕਰਦੇ। ਤੁਹਾਨੂੰ ਪਤਾ ਹੈ ਇੱਥੇ ਤੁਸੀਂ ਕਰੋ, ਇੱਥੇ ਤੁਹਾਨੂੰ ਮੈਂ ਕਿਸੇ ਨੂੰ ਖੜਾ ਦਾਂ ਸਬਵੇ ਤੇ, ਤੁਸੀਂ ਬੋਲੋਗੇ ਮੈਂ ਕਿਉਂ ਕਰਾਂ, ਮੇਰੇ ਪਾਪਾ ਕੋਲ ਆ ਹੈ, ਮੇਰੇ ਕੋਲ ਉਹ ਹੈ। ਉੱਥੇ ਵੀ ਬਹੁਤ ਰਿਚ ਬੱਚੇ ਜਿਹੜੇ ਹੁੰਦੇ ਆ, ਵੈਲਥੀਐਸਟ ਪੇਰੈਂਟਸ ਦੇ ਬੱਚੇ, ਉਹ ਵੀ ਆਪਦੇ ਬੱਚਿਆਂ ਨੂੰ ਸ਼ੁਰੂਆਤ ਮੈਕਡੋਨਲਡਸ ਤੋਂ ਹੀ ਕਰਾਉਂਦੇ ਆ। ਜਿੰਨੇ ਵੀ ਸਾਰੇ ਯੰਗਸਟਰਸ ਹੁੰਦੇ ਆ, ਕਿਉਂਕਿ ਜੋ ਤੁਸੀਂ ਕਿੰਨਾ ਕੁਝ ਸਿੱਖ ਰਹੇ ਹੋ, ਤੁਸੀਂ ਆਪਦੇ ਮਨੀ ਸੇਵਿੰਗਸ ਕਰਨਾ ਸਿੱਖ ਰਹੇ ਹੋ, ਤੁਸੀਂ ਅਕਾਊਂਟਿੰਗ ਸਿੱਖ ਰਹੇ ਹੋ, ਸੇਲਸ ਸਿੱਖ ਰਹੇ ਹੋ, ਮਾਰਕੀਟਿੰਗ, ਡਿਸਪਲਿਨ ਸਿੱਖ ਰਹੇ ਹੋ। ਸਭ ਤੋਂ ਜ਼ਿਆਦਾ ਇੰਪੋਰਟੈਂਟ, ਵੈਨ ਆਈ ਵਾਜ਼ ਇਨ ਹਾਈ ਸਕੂਲ, ਮੈਨੂੰ ਬਹੁਤ ਇੱਥੇ ਇੰਡੀਆ ਵਿੱਚ ਮੈਂ ਪਾਪਾ ਦੇ ਹਾਈ ਸਕੂਲ 'ਚ ਮੈਨੂੰ ਇੰਨੀ ਆਦਤ ਸੀ ਲੇਟ ਜਾਣ ਦੀ, ਇੱਦਾਂ ਕਰਨ ਦੀ। ਨਿਊਜ਼ੀਲੈਂਡ ਨੇ ਮੈਨੂੰ ਹੋਰ ਕੁਝ ਸਿਖਾਇਆ ਨਹੀਂ ਸਿਖਾਇਆ, ਹਾਈ ਸਕੂਲ ਵਿੱਚ ਮੈਨੂੰ ਇਹ ਜ਼ਰੂਰ ਸਿਖਾਇਆ ਟਾਈਮ ਸਿਰ ਜਾਓ, ਨਹੀਂ ਤਾਂ ਤੁਹਾਡੇ ਪੈਸੇ ਕੱਟੇ ਜਾਣੇ। ਟਾਈਮ ਸਿਰ ਜਾਓ, ਤੁਹਾਨੂੰ ਰੈਫਰੈਂਸ ਨਹੀਂ ਵਧੀਆ ਮਿਲਣਾ। ਆਈ ਥਿੰਕ ਦੈਟਸ ਗੁੱਡ ਫॉर ਗਰੂਮਿੰਗ। ਤੇ ਉਹ ਆਪਾਂ ਨੂੰ ਐਕਸਪੋਜ਼ਰ ਇੱਥੋਂ ਦੇ ਬੱਚਿਆਂ ਨੂੰ ਵੀ ਦੇਣਾ ਚਾਹੀਦਾ, ਜੋ ਕਿ ਅਸੀਂ ਦੇ ਰਹੇ ਹਾਂ ਫਾਰਮਰਸ ਮਾਰਕੀਟ ਥਰੂ। ਤੇ ਇੱਕ ਹੋਰ ਗੱਲ ਮੈਨੂੰ ਲੱਗਦਾ ਕਿ ਕਿਉਂਕਿ ਮੇਰੀ ਸਟੱਡੀ ਮੈਂ ਆਸਟ੍ਰੇਲੀਆ 'ਚ ਵੀ ਕੀਤੀ ਹੈ, ਨਿਊਜ਼ੀਲੈਂਡ 'ਚ ਵੀ ਕੀਤੀ ਹੈ, ਮੈਂ ਟੀਚਿੰਗ ਐਜੂਕੇਸ਼ਨ ਵੀ ਉੱਥੋਂ ਕੀਤੀ ਹੈ। ਤੇ ਮੈਨੂੰ ਲੱਗਦਾ ਕਿ ਅਸੀਂ ਨਵੇਂ ਆਈਡੀਆਜ਼ ਬੱਚਿਆਂ ਲਈ ਸਕੂਲ 'ਚ ਲੈ ਕੇ ਆਉਂਦੇ ਹਾਂ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਹੀ ਸੀ ਕਿ ਅਸੀਂ ਚਾਹੁੰਦੇ ਹਾਂ ਬੱਚਿਆਂ ਨੂੰ ਉਹ ਐਕਸਪੋਜ਼ਰ ਮਿਲੇ ਜੋ ਬਾਹਰ ਬੱਚਿਆਂ ਨੂੰ ਮਿਲਦਾ ਹੈ। ਅਸੀਂ ਰੀਸੈਂਟਲੀ ਇੱਕ ਲੇਡੀ ਨਾਲ ਗੱਲ ਕੀਤੀ, ਸ਼ੀ ਵਾਜ਼ ਫਰੋਮ BBTV ਕੈਨੇਡਾ ਵਿੱਚ, ਤੇ ਜਸਸਿਮਰਨ
ਕੌਰ ਸੋ ਸ਼ੀ ਵਾਸ ਵਰਕਿੰਗ AI ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ, ਤਾਂ ਉਹਨਾਂ ਨਾਲ ਅਸੀਂ ਬੱਚਿਆਂ ਦੀ ਗੱਲ ਕਰਾਈ ਤੇ ਉਹ ਕਹਿੰਦੇ ਕਿ ਹੁਣ ਇੰਡੀਆ ਇਹ ਨਹੀਂ ਕਹਿ ਸਕਦਾ ਕਿ ਅਸੀਂ ਪਿੱਛੇ ਹਾਂ, ਹੁਣ ਤੁਸੀਂ ਪਿੱਛੇ ਨਹੀਂ ਹੋ, ਹੁਣ ਤੁਸੀਂ ਵਿੱਚ ਸਭ ਕੁਝ ਡਿਜੀਟਲ ਹੈ, ਸਭ ਕੁਝ ਆਨਲਾਈਨ ਹੈ ਤੇ ਤੁਹਾਨੂੰ ਉਹੀ ਐਕਸਪੋਜ਼ਰ ਮਿਲ ਰਿਹਾ ਜੋ ਬੱਚੇ ਨੂੰ ਆਸਟ੍ਰੇਲੀਆ 'ਚ ਮਿਲ ਰਿਹਾ, ਉਹੀ ਐਕਸਪੋਜ਼ਰ ਮਿਲ ਰਿਹਾ ਜੋ ਬੱਚੇ ਨੂੰ ਕੈਨੇਡਾ 'ਚ ਮਿਲ ਰਿਹਾ। ਹੁਣ ਇੰਡੀਆ ਕੋਈ ਪਿੱਛੇ ਨਹੀਂ ਰਹਿ ਗਿਆ। ਨਾਲੇ ਨੰਬਰ 2 ਤੇ ਅਸੀਂ ਦੁਨੀਆ ਦੀ 5ਵੇਂ ਨੰਬਰ ਦੀ ਜਿਹੜੀ ਹੈਗੀ ਇਕਨੋਮੀ ਬਣ ਗਈ ਹੈ ਤੇ ਆਉਣ ਵਾਲੇ ਸਮੇਂ ਚਾਈਨਾ ਬੁੱਢਾ ਹੋ ਰਿਹਾ ਤੇ ਇੰਡੀਆ ਨੇ ਤਾਂ ਹੀ ਸਾਰੀ ਆਪਣਾ ਕੰਪਨੀਆਂ ਇੱਥੇ ਆ ਯੂਥ ਰਹੀਆਂ। ਇੰਨਾ, ਆਪਣੇ ਕੋਲ ਇੰਨੇ ਹਿਊਮਨ ਰਿਸੋਰਸਸ ਹੈ ਤੇ ਮੈਨੂੰ ਲੱਗਦਾ ਕਿ ਪਹਿਲਾਂ ਜਿਵੇਂ ਮੇਬੀ ਇੱਕ ਹੋਰ ਗੱਲ ਹੈ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਹੁਣ ਬੱਚੇ ਜਿਵੇਂ ਕੈਨੇਡਾ ਜਾ ਰਹੇ, ਕਿੰਨੇ ਸਾਲਾਂ ਦਾ ਏਜ, ਕੀ ਏਜ ਗਰੁੱਪ ਹੈ, 18 19? ਇਹ ਉਹ ਬੱਚੇ ਜਿਨ੍ਹਾਂ ਨੇ ਪਿੰਡਾਂ ਤੋਂ ਬਾਹਰ ਕਦੇ ਨਿਕਲਿਆ ਨਹੀਂ ਹੈ, ਨਿਕਲੇ ਹੋਣਗੇ ਪੇਰੈਂਟਸ ਨਾਲ ਗਏ ਆ, ਹਮੇਸ਼ਾ ਪ੍ਰੋਟੈਕਟਡ ਹੈ, ਹਮੇਸ਼ਾ ਪ੍ਰੋਟੈਕਟਡ ਰਹਿੰਦੇ ਆ। ਜਦੋਂ ਕੈਨੇਡਾ ਵਰਗੀ ਕੰਟਰੀ ਜਾਂਦੇ ਆ ਉਹ ਕਿੰਨਾ ਜ਼ਿਆਦਾ ਐਕਸਪੋਜ਼ਰ ਲੈਂਦੇ ਆ, ਕਿੰਨਾ ਐਕਸਪਲੋਇਟ ਕਰਦੇ ਉਹਨਾਂ ਨੂੰ ਲੋਕ। ਤੇ ਇਹ ਜੋ ਹੁਣ ਗੱਲ ਹੈ ਕਿ ਜੋ ਇਹ ਬੱਚੇ ਹੈ ਇਹਨਾਂ ਨੂੰ ਗਰੂਮਿੰਗ ਵਧੀਆ ਹੋ ਗਈ ਇਹਨਾਂ ਦੀ, ਇਹਨਾਂ ਨੂੰ ਆਪਾਂ ਨੂੰ ਇੱਥੇ ਜੇ ਆਪਾਂ ਵਧੀਆ ਐਕਸਪੋਜ਼ਰ ਦੇਵਾਂਗੇ ਤਾਂ ਤੁਸੀਂ ਉਹਨਾਂ ਨੂੰ ਕੁਝ ਵੀ ਕਰ ਸਕਦੇ ਹੋ ਕਿ ਉਹ ਕੁਝ ਵੀ ਬਣ ਸਕਦੇ ਆ। ਇਹ ਜੋ ਛੋਟੀ ਉਮਰ ਦੇ ਵਿੱਚ ਜਿੱਦਾਂ ਤੁਸੀਂ ਆਪਣੇ ਸਕੂਲ ਦੇ ਵਿੱਚ ਇਹ ਕੀਤਾ ਉਪਰਾਲਾ ਹੈ ਨਾ, ਯੂ ਟੇਕਨ ਐਨ ਇਨੀਸ਼ੀਏਟਿਵ, ਜੇ ਬਾਕੀ ਵੀ ਕਰਨ ਤਾਂ ਬਹੁਤ ਸਾਰੇ ਬੱਚਿਆਂ ਨੂੰ ਕਲੀਅਰ ਹੋ ਜਾਏਗਾ ਕਿ ਕਰਨਾ ਕੀ ਹੈ। ਕਿਉਂਕਿ ਨਿਊਜ਼ੀਲੈਂਡ 'ਚ ਤੁਸੀਂ ਇਹ ਵੀ ਹੁੰਦਾ ਹੈ ਕਿ ਅਗਰ ਤੁਸੀਂ ਡਿਫਰੈਂਟ ਜਿਵੇਂ ਮੈਂ ਰੀਟੇਲ 'ਚ ਕੰਮ ਕਰ ਲਿਆ, ਮੈਨੂੰ ਪਤਾ ਲੱਗ ਜਾਂਦਾ ਮੈਨੂੰ ਇਹ ਪਸੰਦ ਹੈ ਕਿ ਨਹੀਂ ਪਸੰਦ। ਮੈਂ ਹਸਪਿਟੈਲਿਟੀ 'ਚ ਕੰਮ ਕਰ ਲਿਆ, ਮੈਕਡੋਨਲਡਸ ਕਰ ਲਿਆ, ਮੈਨੂੰ ਪਤਾ ਲੱਗ ਜਾਂਦਾ ਇਹਦੇ ਵਿੱਚ ਮੈਨੂੰ ਅਕਾਊਂਟਿੰਗ ਪਸੰਦ ਹੈ ਕਿ ਨਹੀਂ ਪਸੰਦ। ਆਈ ਥਿੰਕ ਇਹ ਵੀ ਬੱਚਿਆਂ ਲਈ ਬਹੁਤ ਇੰਪੋਰਟੈਂਟ ਕਿ ਹਰ ਚੀਜ਼ ਪੈਰ ਰੱਖਣ ਥੋੜਾ ਥੋੜਾ ਤੇ ਦੇਖਣ ਉਹਨਾਂ ਨੂੰ ਪਸੰਦ ਕੀ ਹੈ, ਕਿਹੜਾ ਕਰੀਅਰ ਵੀ ਐਕਸਪਲੋਰ ਕਰ ਸਕਣ। ਸਰਕਾਰਾਂ ਵੀ ਬਹੁਤ ਕੰਮ ਕਰ ਰਹੀਆਂ। CBSE ਨੇ 6ਵੀਂ ਕਲਾਸ ਤੋਂ ਸਕਿੱਲ ਡਿਵੈਲਪਮੈਂਟ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ 'ਚ ਉਹਨੂੰ ਕਹਿੰਦੀ ਹੈ ਵੀ ਬੱਚੇ ਹਰੇਕ ਦੁਕਾਨ ਤੇ ਜਾ ਕੇ ਸਿੱਖਣ। ਪੰਜਾਬ ਸਰਕਾਰ ਨੇ ਬਿਜ਼ਨਸ ਬਲਾਸਟਰ ਨਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ। ਇੰਡੀਆ ਨੂੰ ਪਤਾ ਹੈ ਵੀ ਸਾਡੇ ਕੋਲ ਜਿਹੜੀ ਸਭ ਤੋਂ ਵੱਡੀ ਪਾਵਰ ਹੈ ਹਿਊਮਨ ਰਿਸੋਰਸ ਹੈ, ਬਹੁਤ ਕੁਝ ਚੱਲ ਰਿਹਾ। ਈਵਨ ਮੇਰਾ ਖਿਆਲ ਲਾਸਟ ਪ੍ਰੈਜ਼ੀਡੈਂਟ ਜਿਹੜਾ ਸੀਗਾ ਉਹਨੇ ਅਮਰੀਕਾ ਦੇ ਨੇ ਕਿਹਾ ਵੀ ਸੀ ਲੈ ਵੀ ਤੁਹਾਨੂੰ ਚਾਈਨਾ ਨਾਲ ਤੇ ਇੰਡੀਆ ਨਾਲ ਬਹੁਤ ਜ਼ਿਆਦਾ ਕੰਪੀਟੀਸ਼ਨ ਦੀ ਜ਼ਰੂਰਤ ਹੈ। ਜਦੋਂ ਲਾਸਟ ਇੰਟਰਵਿਊ ਹੋਈ ਤਾਂ ਨੈਗੇਟਿਵ ਕਮੈਂਟਸ ਵੀ ਆਏ? ਪਾਪਾ ਨੂੰ ਨਹੀਂ ਆਏ, ਮੈਨੂੰ ਜ਼ਰੂਰ ਆਏ। ਕੀ ਕਹਿੰਦੇ ਲੋਕ? ਆਈ ਥਿੰਕ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਇਹੀ ਕਿ ਪੱਕਾ ਡਿਪੋਰਟ ਹੋਈ ਹੈ ਜਾਂ PR ਹੈ ਜਾਂ ਸਮਥਿੰਗ। ਤੇ ਪਹਿਲੇ ਤਾਂ ਆਈ ਵਾਸ ਲਾਈਕ ਯੂ ਨੋ ਲਾਈਕ ਆਮ ਅ ਸਿਟੀਜ਼ਨ ਕਿ ਮੈਂ ਉੱਥੇ ਹੀ ਬੋਰਨ ਹੈ, ਜਾਂ ਉਹਨਾਂ ਨੇ ਕਿਹਾ ਕਿ ਗਈ ਹੋਊਗੀ, ਕੰਮ ਨਹੀਂ ਹੋਇਆ, ਵਿਚ ਇਜ਼ ਨਾਟ ਦ ਕੇਸ ਫॉर ਮੀ। ਮੈਨੂੰ ਲੱਗਦਾ ਕਿ ਬਹੁਤ ਜਾਣਿਆਂ ਲਈ ਇਹ ਕੇਸ ਹੈ ਕਿ ਉਹ ਜਾਂਦੇ ਉਹਨਾਂ ਤੋਂ ਕੰਮ ਨਹੀਂ ਹੁੰਦਾ, ਵਾਪਸ ਆ ਜਾਂਦੇ ਆ। ਮੈਨੂੰ ਲੱਗਦਾ ਕਿ ਜੇ ਤੁਸੀਂ ਉੱਥੇ ਬੋਰਨ ਹੋ ਤੁਹਾਨੂੰ ਉੱਥੇ ਪੈਸੇ ਵੀ ਮਿਲਦੇ ਆ, ਜੇ ਮੈਂ ਨਾ ਵੀ ਕੰਮ ਕਰਾਂ ਤਾਂ ਮੈਨੂੰ $200 ਮਿਲ ਹੀ ਜਾਣੇ ਆ। ਗਵਰਨਮੈਂਟ ਦੇਖਦੀ ਹੈ ਮੇਰਾ ਸਿਟੀਜ਼ਨ ਹੈ, ਮੈਨੂੰ ਪੈਸੇ ਕਿਉਂ ਨਾ ਦਊਂ। ਮੇਰੇ ਲਈ ਬਹੁਤ ਚੀਜ਼ਾਂ ਕੰਪੈਰੇਟਿਵਲੀ ਈਜ਼ੀ ਵੀ ਰਹੀਆਂ ਕਿਉਂਕਿ ਮੈਨੂੰ ਸਕੂਲ ਪੈਸੇ ਨਹੀਂ ਦੇਣ ਦੀ ਲੋੜ, ਮੈਨੂੰ ਯੂਨੀ ਪੈਸੇ ਦੇਣ ਦੀ ਨਹੀਂ ਲੋੜ। ਸੋ ਇਹੋ ਜਿਹੀਆਂ ਚੀਜ਼ਾਂ ਹੈਗੀਆਂ। ਬਟ ਫਿਰ ਵੀ ਮੈਨੂੰ ਲੱਗਦਾ ਕਿ ਆਈ ਥਿੰਕ ਪਰਸਨਲੀ ਲੋਕਾਂ ਲਈ ਅੰਡਰਸਟੈਂਡ ਕਰਨਾ ਔਖਾ ਕਿ ਕਿਉਂ ਮੈਨੂੰ ਇੰਡੀਆ ਵਧੀਆ ਲੱਗਦਾ ਹੈ। ਉਹਨਾਂ ਨੂੰ ਗੁੱਸਾ ਚੜਦਾ ਕਿ ਅਸੀਂ ਕਿ ਨਿਊਜ਼ੀਲੈਂਡ ਤਾਂ ਇੰਨੀ ਬਿਊਟੀਫੁਲ ਕੰਟਰੀ ਹੈ, ਤੁਹਾਨੂੰ ਉਹ ਨਹੀਂ ਪਸੰਦ। ਬਟ ਵਾਟ ਆਮ ਟ੍ਰਾਈਂਗ ਟੂ ਸੇ ਇਜ਼ ਮੈਂ ਇਹ ਕਦੇ ਨਹੀਂ ਬੋਲਿਆ ਕਿ ਨਿਊਜ਼ੀਲੈਂਡ ਨਹੀਂ ਵਧੀਆ, ਇੰਡੀਆ ਨਹੀਂ ਵਧੀਆ। ਮੈਂ ਇਹ ਬੋਲਿਆ ਕਿ ਦੋਨੋਂ ਜਗ੍ਹਾ ਬਹੁਤ ਵਧੀਆ। ਮੈਂ ਨਹੀਂ ਬੋਲਿਆ ਕੈਨੇਡਾ ਨਹੀਂ ਵਧੀਆ, ਮੈਂ ਬੋਲਿਆ ਕੈਨੇਡਾ ਇਜ਼ ਬਿਊਟੀਫੁਲ ਬਟ ਇੰਡੀਆ ਵੀ ਵਧੀਆ। ਲਾਈਕ ਹੁਣ ਮੇਰਾ ਐਮਫੈਸਿਸ ਇਹਦੇ ਤੇ ਹੀ ਹੈ ਕਿ ਇੰਡੀਆ ਵੀ ਵਧੀਆ। ਇਹ ਨਹੀਂ ਮੈਂ ਬੋਲਿਆ ਕਿ ਇਹ ਨਹੀਂ ਵਧੀਆ। ਆਪਣੇ ਦੇਸ਼ ਨੂੰ ਨੈਗੇਟਿਵ ਬੋਲ ਕੇ ਹੈ ਨਾ ਬਾਹਰ ਦੀ ਪ੍ਰੇਜ਼ ਕਰਦੇ ਆ। ਬਿਲਕੁਲ। ਤੇ ਮੈਨੂੰ ਲੱਗਦਾ ਵੀ ਕਈ ਵਾਰੀ ਬੱਚਿਆਂ ਕੋਲ ਸ਼ਬਦ ਨਹੀਂ ਹੁੰਦੇ, ਤਜਰਬੇ ਨਹੀਂ ਹੁੰਦੇਗੇ। ਤੁਹਾਨੂੰ 3-4 ਚੀਜ਼ਾਂ ਜ਼ਰੂਰੀ ਹੈ ਵਧੀਆ ਜੀਵਨ ਜੀਣ ਵਾਸਤੇ। ਜਿਵੇਂ ਆਪਾਂ ਪਹਿਲੇ ਨੰਬਰ ਤੇ ਤਾਂ SQ ਕਹਿੰਦੇ ਆ, ਸੋਸ਼ਲ ਕੋਸ਼ੈਂਟ। ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਸ਼ਾਮ ਨੂੰ, ਅਸੀਂ ਸਵੇਰੇ ਸੈਰ ਤੇ ਜਾਂਦੇ ਹਾਂ, ਸ਼ਾਮ ਨੂੰ ਸੈਰ ਤੋਂ ਆਉਂਦੇ ਹਾਂ, ਇਹ ਸੋਸ਼ਲ ਕੋਸ਼ੈਂਟ ਹੈ। ਸਾਨੂੰ ਉੱਥੇ ਸੋਸ਼ਲ ਕੋਸ਼ੈਂਟ ਨਹੀਂ ਮਿਲਦਾ। ਜਿਵੇਂ ਜਿਹੜੇ ਬੱਚੇ ਪੰਜਾਬੀ 'ਚ ਗੱਲਾਂ ਕਰ ਸਕਦੇ ਤੇਰੇ ਨਾਲ ਉੱਥੇ ਹੈ ਨਹੀਂਗੇ। ਨੰਬਰ 2 ਦੇ ਉੱਪਰ ਸਾਨੂੰ ਚਾਹੀਦਾ ਇਮੋਸ਼ਨਲ ਕੋਸ਼ੈਂਟ। ਇੱਥੇ ਤੁਹਾਡੀਆਂ ਮਾਸੀਆਂ, ਚਾਚੀਆਂ, ਤਾਈਆਂ ਕਿੰਨੀਆਂ, ਉੱਥੇ ਸਾਡੇ ਕੋਲ ਇਮੋਸ਼ਨਲ ਕੋਸ਼ੈਂਟ ਨਹੀਂ। ਗੋਰਿਆਂ ਨਾਲ ਕੀ ਗੱਲਾਂ ਕਰੋਗੇ ਤੁਸੀਂ? ਫਿਰ ਫੇਥ ਕੋਸ਼ੈਂਟ, ਸਵੇਰੇ ਸਵੇਰੇ ਅਸੀਂ ਬਾਬੇ ਨਾਨਕ ਦੀ ਬਾਣੀ ਸੁਣਦੇ ਤੇ ਉੱਥੇ ਵਿਸ਼ਵਾਸ ਹੈ, ਉੱਥੇ ਤਾਂ ਵਿਸ਼ਵਾਸ ਵਾਲੀ ਵੀ ਗੱਲ ਕੋਈ ਨਹੀਂ। ਉੱਥੇ ਤਾਂ ਕਿਉਂਕਿ ਸਿਸਟਮ ਇਹੋ ਜਿਹਾ ਹੈ, ਇੱਥੇ ਹਰ ਇੱਕ ਨੂੰ ਪਤਾ ਹੈ ਮੇਰਾ ਬੱਚਾ ਹੈ। ਇੱਥੇ ਪਤਾ ਮੇਰੀ ਮਾਂ ਨੇ ਮੇਰੇ ਵਾਸਤੇ ਜੀਣਾ ਹੈ। ਪਰ ਉੱਥੇ ਨਾ ਤਾਂ ਮਾਂ-ਬਾਪ ਤੁਹਾਡੀ ਸਪੋਰਟ ਕਰਦਾ, ਨਾ ਭੈਣ ਭਰਾ ਸਪੋਰਟ ਕਰਦੇ। ਮਾਂ-ਬਾਪ ਦੀ ਸਪੋਰਟ, ਆਈ'll tell you something, ਮੇਰੇ ਲਈ ਇਹ ਬਹੁਤ ਫੈਸੀਨੇਟਿੰਗ ਸੀ। ਹੁਣ ਮੈਨੂੰ 6 ਸਾਲ ਹੋ ਗਏ। ਮੈਨੂੰ ਬਹੁਤ ਇੰਟਰਸਟਿੰਗ ਲੱਗਦਾ ਕਿ ਪਾਪਾ ਮੈਨੂੰ ਪੈਸੇ ਦੇ ਰਹੇ ਸੀ ਇੱਥੇ। ਜਦੋਂ ਮੈਂ ਇੱਥੇ ਪਹਿਲਾਂ ਆਇਆ ਮੈਨੂੰ ਇੱਦਾਂ ਲੱਗਿਆ ਕਿ ਮੈਂ ਨਹੀਂ ਤੁਹਾਡੇ ਤੋਂ ਪੈਸੇ ਲੈਣੇ, ਮੇਰੇ ਕੋਲ ਮੇਰੇ ਪੈਸੇ ਹੈਗੇ ਆ। ਮੈਨੂੰ ਇਹ ਬਹੁਤ ਵੀਅਰਡ ਲੱਗਾ। ਬਟ ਮੈਂ ਜਦੋਂ ਆਸ-ਪਾਸ ਦੇਖਦਾ ਬਹੁਤ ਸਾਰੇ ਪੇਰੈਂਟਸ ਆਪਦੇ ਬੱਚਿਆਂ ਨੂੰ ਪੈਸੇ ਦਿੰਦੇ ਆ ਤੇ ਉਹ ਮਾੜੀ ਗੱਲ ਨਹੀਂ ਹੈ। ਪਹਿਲਾਂ ਮੈਨੂੰ ਲੱਗਦਾ ਸੀ ਕੋਈ ਗਲਤ ਗੱਲ ਹੈ, ਕਿਉਂ ਲੈ ਰਹੇ ਆਪਣੇ ਪੇਰੈਂਟਸ ਦੇ ਪੈਸੇ ਤੇ ਐਸ਼ ਕਰ ਰਿਹਾ। ਬਟ ਇਟਸ ਨਾਟ ਅ ਬੈਡ ਥਿੰਗ ਬਿਕਾਜ਼ ਉਹ ਤੁਹਾਨੂੰ ਦੇਣਾ ਵੀ ਚਾਹੁੰਦੇ, ਉਹ ਤੁਹਾਡਾ ਧਿਆਨ ਵੀ ਰੱਖ ਰਿਹਾ। ਇਟਸ ਜਸਟ ਦ ਕਲਚਰ। ਤੇ ਮੈਨੂੰ ਲੱਗਦਾ ਕਿ ਬਹੁਤ ਚੀਜ਼ਾਂ ਇੰਡੀਆ ਬਾਰੇ ਬਹੁਤ ਬਿਊਟੀਫੁਲ ਹੈ। ਜਿਵੇਂ ਕਿ ਜੋ ਬੱਚੇ ਇੱਥੇ ਪਿਆਰ ਦਿੰਦੇ ਉਹ ਤੁਹਾਨੂੰ ਨਿਊਜ਼ੀਲੈਂਡ 'ਚ ਨਹੀਂ ਦੇ ਸਕਦੇ। ਆਪਾਂ ਜਦੋਂ ਇਹ ਗੱਲ ਕਹਿੰਦੇ ਹਾਂ ਵੀ ਬਾਹਰਲੇ ਬੱਚੇ ਬਹੁਤ ਜ਼ਿਆਦਾ ਜਿਹੜੇ ਉਹ ਇੰਡੀਪੈਂਡੈਂਟ ਹੈ ਤੇ ਅਸੀਂ ਭੁੱਲ ਜਾਂਦੇ ਕਿ ਉਹਨਾਂ ਕੋਲ ਮਾਂ ਨਹੀਂ ਗੀ। ਉਹਨਾਂ ਕੋਲ ਮਾਂ, ਕਿਉਂਕਿ
15 ਸਾਲ ਦੀ ਉਮਰ 'ਚ ਮਾਂ-ਬਾਪ ਉਹ ਬੱਚਿਆਂ ਨੂੰ ਕਹਿੰਦੇ ਲੈ ਵੀ ਇੰਡੀਪੈਂਡੈਂਟ ਰਹੋ। ਉੱਥੇ ਦਾ ਸਿਸਟਮ ਉੱਥੇ ਵਧੀਆ ਹੈ। ਸਾਡੇ ਕੋਲ ਮਾਂ ਵੀ ਹੁੰਦੇ, ਪਿਓ ਵੀ ਹੁੰਦੇ, ਚਾਚੇ ਤਾਏ ਸਭ ਕੁਝ ਹੈ। ਤੇ ਜੇ ਅਸੀਂ ਕੰਪੈਰੀਜ਼ਨ ਕਰਦੇ ਯਾਰ ਉੱਥੇ ਤਾਂ ਜਿਹੜੇ ਬੱਚੇ ਉਹ ਇੰਡੀਪੈਂਡੈਂਟ ਹੁੰਦਾ ਸਿਸਟਮ ਨਹੀਂ ਗਾ। ਤੁਹਾਨੂੰ ਪਤਾ ਉੱਥੇ ਜਿਹੜਾ ਹੈਗਾ ਜਿਵੇਂ ਆਮ ਤੌਰ ਤੇ ਕਹਿੰਦੇ ਆ ਵੀ ਨਾ ਮਾਂ ਹੁੰਦੀ ਹੈ ਨਾ ਪਿਓ ਹੁੰਦਾ, ਤੇ ਬੱਚਿਆਂ ਨੂੰ ਆਪ ਹੀ ਸਰਵਾਈਵ ਆਪਣੇ ਜਦੋਂ ਸਿਰ ਤੇ ਪੈਂਦੀ ਹੈ ਉੱਥੇ। ਬਟ ਮੈਂ ਵੀ ਉੱਥੇ ਆਪਦੇ ਪੈਸੇ ਕਮਾਏ। ਹਾਂਜੀ ਹਾਂਜੀ, ਹਰ ਇੱਕ ਕਮਾਉਂਦਾ, ਪਰ ਜਿਹੜੀ ਮੈਂ ਗੱਲ ਕਹਿੰਦਾ ਵੀ ਉਹ ਕਿਉਂਕਿ ਉਹਨਾਂ ਨੂੰ ਇਮੋਸ਼ਨਲ ਕੁਐਸਚਨ ਉਹ ਨਹੀਂ ਮਿਲਦਾ। ਜਿਵੇਂ ਅਸੀਂ ਜਦੋਂ ਨਵੇਂ ਨਿਊਜ਼ੀਲੈਂਡ ਗਏ ਤੇ ਅਸੀਂ ਕਈ ਵਾਰੀ ਪੰਪ ਦੇ ਉੱਪਰ ਕੰਮ ਕਰਨਾ, ਗੋਰਿਆਂ ਨੇ ਆਉਣਾ ਮੰਡੇ ਪੰਪ ਤੋਂ ਭਰਾ ਕੇ ਤੇ ਭੱਜ ਜਾਣਾ। ਨਵੇਂ ਮੁੰਡੇ ਸੀ ਪੰਜਾਬੀ, ਉਹਨਾਂ ਨੇ ਕਾਰਾਂ ਚੁੱਕਣੀਆਂ ਤੇ ਚੇਜ਼ ਕਰ ਲੈਣਾ। ਪੁਲਿਸ ਨੂੰ ਬੁਲਾ ਲੈਣਾ, ਪੁਲਿਸ ਨੇ ਕਹਿਣਾ ਅੱਛਾ ਠੀਕ ਹੈ, ਪੈਸੇ ਹੈ ਨਹੀਂ ਤੇਰੇ ਕੋਲ, ਕਦੋਂ ਦੇਂਗਾ? ਉਹ ਕਹਿੰਦਾ ਮੈਂ ਦੇ ਦੂੰਗਾ, ਉਹਨੂੰ ਚੱਲ ਜਾਣਾ। ਅਸੀਂ ਬੜੇ ਪਰੇਸ਼ਾਨ ਹੋਏ ਯਾਰ। ਲੈ ਵੀ ਇੱਥੇ ਸਭ ਕੁਝ ਡੋਲ ਦਿੰਦੀ ਸਰਕਾਰ, ਜੇ ਪੈਸੇ ਨਹੀਂ ਤਾਂ ਪੈਸੇ ਦਿੰਦੀ ਤੁਹਾਨੂੰ ਖਾਣ ਨੂੰ। ਫਿਰ ਇਹ ਲੋਕ ਚੋਰੀ ਕਿਉਂ ਕਰਦੇ ਆ? ਹਾਂ, ਚੋਰੀ ਕਿਉਂ ਕਰਦੇ ਆ? ਕਿਉਂਕਿ ਉਹਨਾਂ ਕੋਲ ਮਾਂ ਨਹੀਂ ਗੀ, ਉਹਨਾਂ ਕੋਲ ਸਿਸਟਮ ਨਹੀਂ ਗਾ। ਉਹਨਾਂ ਨੂੰ ਮੋਸਟਲੀ ਜਿਹੜੇ ਪੇਰੈਂਟਸ ਹੈ, ਮੈਂ ਸਾਰੇ ਬਾਰੇ ਨਹੀਂ ਕਹਿੰਦਾ, ਮੋਸਟਲੀ ਪੇਰੈਂਟਸ ਜਿਹੜੇ ਉਹਨਾਂ ਧਿਆਨ ਨਹੀਂ ਰੱਖਦੇ ਜਿੰਨਾ ਆਪਾਂ ਆਪਣਾ ਧਿਆਨ ਰੱਖਦੇ। ਤੇ ਆਪਣਾ ਜਿਹੜਾ ਆਪਣਾ ਜਿਹੜਾ ਫੈਮਿਲੀ ਸਿਸਟਮ ਬਹੁਤ ਵਧੀਆ। ਮੈਂ ਅੱਗੇ ਵੀ ਕਹਿੰਦਾ ਹੁੰਦਾ, ਤੁਸੀਂ ਦੇਖੋ ਲੋ ਫਿਜੀ ਦੇ ਵਿੱਚ ਅੱਜ ਤੋਂ 150 ਸਾਲ 200 ਸਾਲ ਪਹਿਲਾਂ ਜਿਹੜੇ ਗਿਰਮਿਟੀਏ ਕਹਿੰਦੇ ਆ ਐਗਰੀਮੈਂਟ ਦੇ ਅਧੀਨ ਜਿਹੜੇ ਹੈਗੇ ਆਪਣਾ ਗੋਰਿਆਂ ਨੇ ਇੱਥੋਂ ਇੰਡੀਆ ਤੋਂ ਬੰਦੇ ਲੈ ਗਏ, ਉਹ 150 ਸਾਲ ਫਿਜੀ 'ਚ ਰਹਿਣ ਦੇ ਬਾਵਜੂਦ ਵੀ ਉਹਨਾਂ ਨੇ ਆਪਦਾ ਕਲਚਰ ਨਹੀਂ ਛੱਡਿਆ। ਉਵੇਂ ਹੀ ਵਿਆਹ ਹੁੰਦੇ ਉਹਨਾਂ 'ਚ। ਤੇ ਅਸੀਂ ਬਹੁਤ ਵੱਡ ਭਾਗੇ ਲੋਕ ਹਾਂ ਕਿ ਸਾਡੇ ਪਰਿਵਾਰ ਹੈ, ਸਾਡੀ ਸਪੋਰਟ ਹੈ। ਜਿੰਨਾ ਮਰਜ਼ੀ ਕਈ ਵਾਰੀ ਲੋਕ ਮੈਨੂੰ ਕਹਿੰਦੇ ਵੀ ਜਦੋਂ ਬਾਹਰਲੇ ਬੱਚੇ ਆਉਣਗੇ ਕਿ ਕਲਚਰ ਇਹੋ ਜਿਹਾ ਹੋ ਜਾਊਗਾ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਬਾਲੀਵੁੱਡ ਦੇ ਵਿੱਚ ਬੜੀ ਕੋਸ਼ਿਸ਼ ਕੀਤੀ ਲਿਵ ਇਨ ਰਿਲੇਸ਼ਨਸ਼ਿਪ ਦੀ, ਕਾਮਯਾਬ ਨਹੀਂ ਹੋਇਆ। ਕਿ ਤੁਹਾਡੀ ਕੋਡਿੰਗ ਇੰਨੀ ਵਧੀਆ ਹੋਈ ਵੀ ਹੈ, ਤੁਹਾਡੇ ਦਿਮਾਗ 'ਚ ਇਹੀ ਵਾਲੇ ਵਿਆਹ ਕਰਾਉਣਾ। ਉਹੀ ਗੱਲ ਹੈ ਕਿ ਮੇਰੇ ਅੰਦਰ ਵੀ ਮੈਂ ਬਹੁਤ ਇੰਡੀਪੈਂਡੈਂਟ ਹੈ। ਮੈਂ ਜੋ ਮੈਂ ਕਰਨਾ ਮੈਂ ਉਹੀ ਕਰਨਾ। ਬਟ ਮੇਰੇ ਅੰਦਰ ਵੀ ਕਲਚਰ ਇੰਨਾ ਰੂਟਡ ਹੈ ਕਿ ਉਹ ਤੁਸੀਂ ਮੇਰੇ 'ਚੋਂ ਕੱਢ ਹੀ ਨਹੀਂ ਸਕਦੇ ਹੋ। ਤੇ ਜਿਵੇਂ ਆਈ ਥਿੰਕ ਕਿ ਜੇ ਆਪਣੇ ਨੂੰ ਇੰਨਾ ਪਿਆਰ ਕਰਦੇ ਆ ਛੋਟੇ ਬੱਚਿਆਂ ਨੂੰ ਆਪਣੀ ਫੈਮਿਲੀਜ਼ ਵਿੱਚ, ਇੰਡੀਅਨ ਫੈਮਿਲੀ ਵਿੱਚ, ਕਿ ਉਹ ਤੁਸੀਂ ਅਪਰੀਸ਼ੀਏਟ ਕਰਦੇ ਹੋ। ਸੋ ਵੰਦਿਕਾ, ਤੁਸੀਂ ਤਾਂ ਆਪਣੇ ਪੇਰੈਂਟਸ ਦੇ ਨਾਲ ਗਏ ਸੀਗੇ ਨਾ, ਤੁਹਾਡੀ ਫੈਮਿਲੀ ਆਲਰੇਡੀ ਸੀਗੀ, ਤੁਸੀਂ ਉੱਥੇ ਜੰਮੇ ਪਲੇ, ਤਾਂ ਤੁਹਾਨੂੰ ਕਲਚਰ ਐਕਸੈਪਟ ਕਰਨਾ, ਉੱਥੇ ਰਹਿਣਾ ਇਟ ਵਾਸ ਨੈਚੁਰਲੀ, ਹੈ ਨਾ, ਨੈਚੁਰਲੀ ਤੁਹਾਡੇ ਅੰਦਰ ਉਹ ਸਾਰੀਆਂ ਚੀਜ਼ਾਂ ਆ ਗਈਆਂ। ਬਟ ਜਦੋਂ ਤੁਸੀਂ ਵੱਡੇ ਹੋਏ, ਵੈਨ ਯੂ ਸਟਾਰਟਡ ਅਰਨਿੰਗ 18-19 ਸਾਲ ਦੀ ਉਮਰ ਦੇ ਵਿੱਚ, ਤੁਹਾਨੂੰ ਬਹੁਤ ਸੇ ਬੱਚੇ ਟੱਕਰੇ ਹੋਣਗੇ ਜੋ ਫਰੈਸ਼ ਆਏ ਉੱਥੇ, ਜਿਨ੍ਹਾਂ ਦਾ ਕੋਈ ਫੈਮਿਲੀ ਬੈਕਗਰਾਊਂਡ ਨਹੀਂ ਹੈ। ਜਦੋਂ ਉਹਨਾਂ ਨਾਲ ਮਿਲਦੇ, ਗੱਲਾਂ ਬਾਤਾਂ ਕਰਦੇ, ਤਾਂ ਉਹ ਕੀ ਪ੍ਰੋਬਲਮਸ ਫੇਸ ਕਰਦੇ ਸੀ ਉੱਥੇ? I think definitely ਜੋ ਆਪਾਂ ਗੱਲ ਕਰ ਰਹੇ ਹਾਂ ਕਿ being away from your family, that's like a big thing। ਕਿ ਈਵਨ ਮੈਂ ਵੀ 1 ਸਾਲ ਮੰਮਾ ਪਾਪਾ ਤੋਂ ਬਿਨਾਂ ਸੀ ਉੱਥੇ। ਮੰਮਾ ਵਾਜ਼ ਲਾਈਕ ਇਨ ਇੰਡੀਆ। ਮੰਮਾ ਵੀ ਬਹੁਤ ਵਾਰੀ ਆਉਂਦੇ ਜਾਂਦੇ ਸੀਗੇ। ਬਟ ਆਈ ਥਿੰਕ ਆਪਣੇ 'ਚ ਇੰਨੀ ਜ਼ਿਆਦਾ ਗੱਲ ਹੈ ਕਿ ਆਪਾਂ ਪਹਿਲਾਂ ਜਿਵੇਂ ਡਿਸਕਸ਼ਨ ਕਰ ਰਹੇ ਹਾਂ ਕਿ ਇੰਡੀਅਨ ਫੈਮਲੀਜ਼ ਵਿੱਚ ਆਪਾਂ ਇੰਨੇ ਸਰਾਊਂਡਡ ਹੈ ਆਪਣੇ ਫੈਮਲੀਜ਼ ਨਾਲ, ਇੰਨਾ ਆਪਾਂ ਨੂੰ ਕੋਈ ਚਾਚੇ ਹੈ, ਕੋਈ ਤਾਏ ਹੈ, ਕਜ਼ਨਸ ਹੈ। ਇੰਡੀਆ ਵਿੱਚ ਹੁਣ ਮੇਰੇ ਇੱਥੇ ਕਜ਼ਨਸ ਹੈ, ਮੈਂ ਉਹੀ ਮੇਰੇ ਫਰੈਂਡਸ ਹੈ। ਅਗਰ ਮੈਂ ਉੱਥੇ ਵੀ ਚੱਲ ਜਾ, ਚਾਹੇ ਮੈਂ ਹੀ ਹੈ, ਜਿਵੇਂ ਗਰਮੀਆਂ ਦੀ ਛੁੱਟੀਆਂ 'ਚ ਇੱਥੇ ਹਾਂ ਤੇ ਮੈਂ ਉੱਥੇ ਚੱਲ ਜਾ, ਮੈਨੂੰ ਹੀ ਲੱਗਦਾ ਕਿ ਘਰੇ ਇਕੱਲਾ ਮੈਂ ਕੋਈ ਹੈ ਨਹੀਂ ਕੋਈ ਆਸੇ ਪਾਸੇ। ਸੋ ਇਟਸ ਵੈਰੀ ਹਾਰਡ ਕਿ ਤੁਹਾਨੂੰ ਉਹ ਸੇਮ ਚੀਜ਼ ਨਹੀਂ ਮਿਲਦੀ। ਕੋਈ ਤੁਹਾਡਾ ਮੇਰਾ ਬ੍ਰਦਰ ਹੈ, ਉਹਨੇ ਸਕੂਲ ਚੱਲ ਜਾਣਾ, ਮੇਰੇ ਦੀਦੀ ਹੈ, ਉਹਨਾਂ ਨੇ ਜੌਬ ਤੇ ਚੱਲ ਜਾਣਾ, ਮੈਂ ਘਰੇ ਹਾਂ, ਮੈਂ ਇਕੱਲਾ ਘਰੇ ਹਾਂ, ਮੰਮਾ ਉਹਨਾਂ ਨੇ ਕਿਤੇ ਚੱਲ ਜਾਣਾ, ਪਾਪਾ ਨੇ ਜੌਬ ਤੇ ਚੱਲ ਜਾਣਾ। ਬਹੁਤ ਆਈਸੋਲੇਟਿੰਗ ਹੋ ਜਾਂਦੀ ਹੈ ਤੁਹਾਡੀ ਲਾਈਫ, ਇਕੱਲਾ ਹੋ ਜਾਂਦਾ। ਤੇ ਸਪੈਸ਼ਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਾ ਰਹੇ ਆ, ਜਿਨ੍ਹਾਂ ਨੂੰ ਕੋਈ ਫੈਮਿਲੀ ਨਹੀਂ ਹੈ ਉੱਥੇ, ਉਹ ਇਕੱਲੇ ਆ ਰਹੇ ਆ, ਉਹਨਾਂ ਨੂੰ ਜਿਵੇਂ ਜੇ ਕੋਈ ਕੁੜੀ ਆ ਉਹਨਾਂ ਨੂੰ ਆਪਦਾ ਵਿਆਹ ਵੀ ਇਕੱਲੇ ਕਰਾਉਣਾ ਪੈਂਦਾ। ਜਿਵੇਂ ਕੋਵਿਡ ਦੇ ਟਾਈਮ 'ਚ ਇੱਕ ਦੀਦੀ ਸੀ, ਉਹਨਾਂ ਨੇ ਸਭ ਆਪਣੀ ਸ਼ਾਦੀ ਖੁਦ ਅਰੇਂਜ ਕੀਤੀ, ਸਭ ਕੁਛ ਉਹਨਾਂ ਨੇ ਆਪ ਹੀ ਇਕੱਲੇ ਕੀਤਾ, ਉਹਨਾਂ ਦੀ ਕੋਈ ਫੈਮਿਲੀ ਉੱਥੇ ਨਹੀਂ ਹੈਗੀ। ਐਂਡ ਇਟਸ ਰੀਅਲੀ ਹਾਰਡ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫੈਮਿਲੀ ਉੱਥੇ ਤੁਹਾਡੇ ਨਾਲ ਹੋਵੇ, ਉਹ ਵੀ ਇਹ ਸਭ ਚੀਜ਼ਾਂ ਦੇਖਣ। ਜਦੋਂ ਮੈਂ ਘਰੇ ਆਉਣਾ, ਮੈਨੂੰ ਚਾਹੀਦਾ ਕਿ ਮੇਰੇ ਮੰਮਾ ਘਰੇ ਹੋਣ। ਬਹੁਤ ਔਖਾ ਹੈ ਕਿਉਂਕਿ ਜੇ ਹੁਣ ਮੰਮਾ ਮੇਰੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਮੈਂ ਘਰੇ ਆਵਾਂ, ਕੋਈ ਘਰੇ ਹੋਵੇ। ਉੱਥੇ ਕੁਛ ਨਹੀਂ ਹੁੰਦਾ, ਉੱਥੇ ਕੁਛ ਨਹੀਂ, ਕੈਨੇਡਾ 'ਚ ਕੁਛ ਨਹੀਂ ਹੈਗਾ, ਕੋਈ ਸਪੋਰਟ ਸਿਸਟਮ ਨਹੀਂ ਹੈਗਾ। ਹਾਂਜੀ, ਈਵਨ ਜਿਹੜੇ ਤੁਹਾਡੇ ਰਿਸ਼ਤੇਦਾਰ ਵੀ ਉਹ ਵੀ ਤੁਹਾਡੀ ਬਾਂਹ ਨਹੀਂ ਫੜਦੇ। ਬਿਲਕੁਲ। ਜੇ ਤੁਸੀਂ ਜੌਬ ਲੱਭਣੀ, ਕੈਨੇਡਾ 'ਚ ਜੌਬਸ ਨਹੀਂ ਮਿਲ ਰਹੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਕਿੰਨੇ ਪ੍ਰੋਬਲਮ, ਜੌਬਸ ਨਹੀਂ ਮਿਲ ਰਹੀਆਂ, ਤੇ ਤੁਹਾਨੂੰ ਫਿਰ ਤੁਸੀਂ ਜਦੋਂ ਰਿਸ਼ਤੇਦਾਰਾਂ ਨੂੰ ਪੁੱਛੋਗੇ ਉਹ ਵੀ ਨਹੀਂ, ਕੋਈ ਤੁਹਾਡਾ ਸਾਥ ਨਹੀਂ ਦਿੰਦਾ। ਔਰ ਇਸੇ ਕਰਕੇ ਅਸੀਂ ਰੋਜ਼ ਨਿਊਜ਼ ਸੁਣਦੇ ਹਾਂ, ਕਿਸੇ ਦੀ ਹਾਰਟ ਅਟੈਕ ਕਰਕੇ ਮੌਤ ਹੋ ਗਈ, ਕੋਈ ਡਿਪਰੈਸ਼ਨ, ਕਿਸੇ ਨੇ ਸੁਸਾਈਡ ਕਰ ਲਿਆ। ਅਸੀਂ ਇੱਕ ਡਾਕੂਮੈਂਟਰੀ ਵੀ ਦੇਖੀ ਸੀ ਰੀਸੈਂਟਲੀ, ਮੈਂ ਸਕੂਲ ਦੇ ਬੱਚਿਆਂ ਨੂੰ ਵੀ ਬਹੁਤ ਵਾਰੀ ਦਿਖਾਈ, ਕਿਉਂਕਿ ਮੇਰੀਆਂ ਗੱਲਾਂ ਉਹਨਾਂ ਨੂੰ ਰਿਲੇਟ ਨਹੀਂ ਕਰਨਾ, ਕਿਉਂਕਿ ਇਹ ਗੱਲ ਹੈ 5th estate ਸੀ ਉਹਦਾ ਨੇਮ। ਤੇ ਉਹਦੇ ਵਿੱਚ ਇਹ ਉਹਨਾਂ ਨੇ ਬੋਲਿਆ ਕਿ ਜਿੰਨੇ ਵੀ ਬੱਚੇ ਹੁਣ ਕੈਨੇਡਾ ਜਾ ਰਹੇ ਆ, ਬਹੁਤ ਸਾਰੀ ਕੰਪਨੀਜ਼, ਕੈਨੇਡਾ ਇੱਕੋ ਕੰਟਰੀ ਹੈ ਜਿਹਨੇ ਸਾਈਨ ਨਹੀਂ ਕੀਤਾ ਕੰਟਰੈਕਟ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਐਕਸਪਲੋਇਟ ਨਹੀਂ ਕਰਨਾ। ਇੱਕ ਤਰੀਕੇ ਨਾਲ ਇੱਦਾਂ ਦਾ ਕੋਈ ਕੰਟਰੈਕਟ ਲਿਖਿਆ ਹੈ। ਯੂਕੇ ਨੇ ਵੀ ਸਾਈਨ ਕੀਤਾ ਹੋਇਆ, ਨਿਊਜ਼ੀਲੈਂਡ ਨੇ ਵੀ ਸਾਈਨ ਕੀਤਾ ਹੋਇਆ, US ਨੇ ਵੀ ਕੀਤਾ। ਤਾਂ ਹੀ ਉਹ ਇਹ ਕੰਟਰੀਜ਼ ਵਿੱਚ ਜਾਣਾ ਔਖਾ ਹੈ। ਕੈਨੇਡਾ ਜਾਣਾ ਸੌਖਾ ਹੈ। ਕਿਉਂ ਸੌਖਾ? ਕਿਉਂਕਿ ਅਲਫਾ ਕਾਲਜ ਦੀ ਰੀਸੈਂਟਲੀ ਨਿਊਜ਼ ਵੀ ਆਈ ਸੀ, ਕਪੈਸਿਟੀ ਉਹਨਾਂ ਦੀ ਸੀ 400 ਬੱਚਿਆਂ ਦੀ, ਸਾਈਨ ਉਹਨਾਂ ਨੇ ਕਿੰਨੇ ਕੀਤੇ? 4000
4000 ਬੱਚਿਆਂ ਨੂੰ ਉਹਨਾਂ ਨੇ ਐਡਮਿਸ਼ਨ ਦਿੱਤੀ, ਕੈਨੇਡਾ ਬੁਲਾ ਲਿਆ, ਜਗ੍ਹਾ ਹੀ ਨਹੀਂ ਉਹਨਾਂ ਨੂੰ। ਉਹ ਬੱਚੇ ਕਿੱਥੇ ਜਾਣ? ਕਿਉਂਕਿ ਉਹਨਾਂ ਵਿੱਚ ਜਿੰਨੇ ਵੀ ਆਪਣੇ ਹੁਣ ਇੱਥੇ ਇਹ ਉਸ ਡਾਕੂਮੈਂਟਰੀ ਵਿੱਚ ਬੋਲਿਆ, ਮੈਂ ਆਪਦੇ ਵਰਡਸ ਨਹੀਂ ਬੋਲਿਆ, ਕਿ ਜਿੰਨੇ ਵੀ ਆਪਣੇ ਏਜੰਟਸ ਹੈ ਇੱਥੇ, ਉਹਨਾਂ ਨੇ ਸਾਈਨ ਕੀਤਾ ਹੁੰਦਾ ਕਾਲਜਸ ਵਿੱਚ, ਉਹਨਾਂ ਨੂੰ ਕਮਿਸ਼ਨ ਮਿਲਦਾ ਕਿ ਸਾਡੇ ਕਾਲਜ ਆਓ, ਸਾਡੇ ਕਾਲਜ ਆਓ, ਕਾਲਜ ਆਓ। ਉਹ ਨਾਮ ਭੇਜੀ ਗਏ, ਉੱਥੇ 4000 ਹੋ ਗਏ, 400 ਤੋਂ 4000 ਬੱਚੇ ਸੜਕਾਂ ਤੇ ਸੀ। ਕੈਨੇਡਾ ਰਹਿਣ ਦੀ ਜਗ੍ਹਾ ਨਹੀਂ, ਸੜਕਾਂ ਤੇ ਹੈ ਕਿ ਇਨਟੇਕ ਹੋ ਗਿਆ, ਸਿਟੀ ਕੰਟਰੀ 'ਚ ਆ ਗਏ, ਜਗ੍ਹਾ ਹੀ ਨਹੀਂ ਉਹਨਾਂ ਲਈ, ਕਿਉਂਕਿ ਉਹਨਾਂ ਨੂੰ ਕੁਝ ਮਤਲਬ ਨਹੀਂ ਹੈ। ਇਹਦਾ ਪੋਜ਼ਿਟਿਵ ਵੀ, ਬਟ ਨੈਗੇਟਿਵ ਵੀ ਹੈ ਕਿ ਉਹਨਾਂ ਨੂੰ ਕੁਝ ਮਤਲਬ ਨਹੀਂ, ਉਹਨਾਂ ਨੂੰ ਸਿਰਫ ਪੈਸਿਆਂ ਨਾਲ ਮਤਲਬ ਹੈ। ਜਦੋਂ ਬੱਚੇ ਉੱਥੇ ਆ ਗਏ, ਆਇਲਸ ਵੀ ਕਰਕੇ ਜਾ ਰਹੇ ਹੈ, ਕੋਈ ਇਹ ਵੀ ਗੱਲ ਹੈ ਕਿ ਕੋਈ ਬੱਚਾ ਸਪੀਕਿੰਗ 'ਚ ਵਧੀਆ ਹੋ ਸਕਦਾ, ਕੋਈ ਬੱਚਾ ਲਿਸਨਿੰਗ 'ਚ ਵਧੀਆ ਹੋ ਸਕਦਾ ਹੈ। ਇਹ ਵੀ ਉਹ ਵਧੀਆ ਗੱਲ ਨਹੀਂ ਹੈ ਕਿ ਮਤਲਬ ਜੇ ਕੋਈ ਟੀਚਰ ਪੜ੍ਹਾ ਰਿਹਾ, ਬੱਚੇ ਨੂੰ ਸਪੀਕਿੰਗ ਲਿਸਨਿੰਗ ਦੋਨਾਂ 'ਚ ਵਧੀਆ ਹੋਣਾ ਚਾਹੀਦਾ। ਜਿਹਦੀ ਸਪੀਕਿੰਗ ਵਧੀਆ ਉਹਨੂੰ ਲਿਸਨਿੰਗ ਸਮਝ ਨਹੀਂ ਆਣੀ ਕਿ ਟੀਚਰ ਫਾਸਟ ਕੀ ਬੋਲ ਰਿਹਾ। ਉਹ ਤਾਂ ਹੌਲੀ ਹੌਲੀ ਹੋ ਜਾਂਦੀ ਐਡਜਸਟਮੈਂਟ। ਪਾਪਾ ਕੁਆਇਟ ਪੋਜ਼ਿਟਿਵ ਹੈ, ਬਟ ਮੈਨੂੰ ਇਦਾਂ ਲੱਗਦਾ ਕਿ ਰਿਐਲਿਟੀ ਵੀ ਹੈ ਕਿ ਜੋ ਹੋ ਰਿਹਾ, ਕਿ ਜਿਵੇਂ ਤੁਸੀਂ ਬੋਲੇ ਸੁਸਾਈਡ ਹੋ ਰਿਹਾ, ਇੱਕ ਰੀਅਲ ਗੱਲ ਹੈ। ਸੋ ਮੈਨੂੰ ਲੱਗਦਾ ਕਿ ਇਹਦਾ ਮੇਨ ਸੋਲੂਸ਼ਨ ਇਹ ਹੋਏਗਾ ਕਿ ਤੁਸੀਂ ਬੱਚਿਆਂ ਨੂੰ ਹੋਰ ਪ੍ਰੀਪੇਅਰ ਕਰਕੇ ਭੇਜੋ। ਇਹ ਬਹੁਤ ਇੰਪੋਰਟੈਂਟ ਹੈ, ਤੇ ਜਿਹਦੇ ਲਈ ਖੁਦ ਅਵੇਅਰ ਹੋਵੋ ਕਿ ਹੋ ਕੀ ਰਿਹਾ। ਪੋਜ਼ਿਟਿਵ ਹੋਣਾ ਵਧੀਆ ਗੱਲ ਹੈ, ਬਟ ਮੈਨੂੰ ਇਦਾਂ ਲੱਗਦਾ ਕਿ ਐਜੂਕੇਸ਼ਨ ਐਜ਼ ਅ ਟੀਚਰ ਮੇਰੀ ਰਿਸਪੌਂਸਿਬਿਲਿਟੀ ਹੈ, ਮੇਰੇ ਮੋਢਿਆਂ ਤੇ ਬਹੁਤ ਵੱਡਾ ਭਾਰ ਹੈ ਕਿ ਇਹ ਬੱਚਿਆਂ ਨੂੰ ਮੈਂ ਉਹ ਐਕਸਪੋਜ਼ਰ ਦੇਵਾਂ ਜੋ ਮੈਨੂੰ ਹੈ, ਜੋ ਮੈਨੂੰ ਮਿਲਿਆ ਸੀ। ਬਿਕਾਜ਼ ਯੂ ਡੋਂਟ ਵਾਂਟ them ਕਿ ਉਹ ਸਿੱਧਾ ਜਾਣ ਤੇ ਪਾਣੀ 'ਚ ਡੁੱਬਣ। ਨੋ, ਯੂ ਵਾਂਟ them ਕਿ ਉਹ ਪ੍ਰੀਪੇਅਰ ਹੋਣ, ਉਹਨਾਂ ਕੋਲ ਟੂਲਸ ਹੋਣ ਕਿ ਓਕੇ ਇਹ ਗੱਲ ਹੈ, ਉਹਨਾਂ ਨੇ ਕੁਝ ਬੈਚਲਰਸ ਕੀਤੀ ਹੋਵੇ, ਕੁਝ ਪੜ੍ਹੇ ਹੋਣ, ਤੇ ਉੱਥੇ ਜਾ ਕੇ ਉਹ ਸਰਵਾਈਵਲ ਉਹਨਾਂ ਲਈ ਈਜ਼ੀਅਰ ਹੋਵੇ। ਸੋ ਆਈ ਥਿੰਕ ਦੈਟਸ ਅ ਬਿਗ ਪੋਜ਼ਿਟਿਵ ਲੱਗਦਾ ਹੈ। ਪਾਪਾ ਨੂੰ ਬਹੁਤ ਪੋਜ਼ਿਟਿਵ ਲੱਗਦਾ, ਮੈਨੂੰ ਬਹੁਤ ਪੋਜ਼ਿਟਿਵ ਲੱਗਦਾ। ਮੈਨੂੰ ਲੱਗਦਾ ਵੀ ਬਾਜ ਵਾਂਗੂ, ਜਿਵੇਂ ਬਾਜ ਹੈ ਉਹ ਆਪਣੇ ਬੱਚਿਆਂ ਨੂੰ ਉੱਪਰੋਂ ਸਿੱਟ ਦਿੰਦਾ, ਤੇ ਉਹ ਕਹਿੰਦੇ ਲਈ ਧਰਤੀ ਤੇ ਥੋੜੀ ਨੇੜੇ ਆ ਕੇ ਉਹ ਪਰ ਖੋਲਦੇ ਆ। ਤੇ ਮੈਨੂੰ ਇਹ ਲੱਗਦਾ ਵੀ ਜੋ ਹੋ ਰਿਹਾ ਉਹਦਾ ਭਾਣਾ ਹੈ, ਪਰ ਇਹ 'ਚ ਪੋਜ਼ਿਟਿਵ ਚੀਜ਼ ਇਹ ਹੈ ਵੀ ਆਉਣ ਵਾਲੇ 15-20 ਸਾਲਾਂ 'ਚ ਸਾਨੂੰ ਬਹੁਤ ਵਧੀਆ ਸਿਆਣੇ ਬੱਚੇ, ਕੰਪਨੀ ਫਾਰਮ ਕਰਨ ਵਾਲੇ ਸਾਰੇ ਪੰਜਾਬ 'ਚ ਆਉਣਗੇ। ਤੁਹਾਨੂੰ ਲੱਗਦਾ ਕਿ ਹੋਰ ਲੋਕ ਵਾਪਸ? ਮੈਨੂੰ ਲੱਗਦਾ ਹੁਣ ਦੇਖੋ ਸੋਲੂਸ਼ਨ ਹੀ ਕੋਈ ਨਹੀਂ। 800 ਕਰੋੜ ਤੋਂ 1000 ਕਰੋੜ ਨੂੰ ਤੁਸੀਂ ਕਿਵੇਂ ਲੋਕਾਂ ਨੂੰ ਰੋਟੀ ਖਵਾ ਦੋਗੇ? ਤੇ ਸਾਡੇ ਕੋਲ ਸਭ ਨਾਲੋਂ ਵੱਡੀ ਪੰਜਾਬ ਦੀ ਪੋਜ਼ਿਟਿਵ ਚੀਜ਼ ਇਹ ਹੈ ਵੀ ਸਾਡੇ ਕੋਲ ਰੋਟੀ ਹੈ, ਸਾਡੇ ਕੋਲ ਮਕਾਨ ਹੈ। ਤੇ ਇਸ ਕਰਕੇ ਮੈਂ ਬੱਚਿਆਂ ਨੂੰ ਕਹਿੰਦਾ ਕੋਈ ਗੱਲ ਨਹੀਂ, ਨਦੀ 'ਚੋਂ ਸਮੁੰਦਰ 'ਚ ਤੁਸੀਂ ਜਾਣਾ, ਜਾਓ, ਟੈਂਪਲੂਸ ਦੀਆਂ ਮੱਛੀਆਂ ਵਾਂਗੂ, ਪਰ ਦਿਮਾਗ 'ਚ ਇਹ ਗੱਲ ਜ਼ਰੂਰ ਰੱਖੋ ਕਿ ਤੁਸੀਂ ਵਾਪਸ ਉੱਥੇ ਆਉਣਾ। ਬਟ ਮੈਨੂੰ ਲੱਗਦਾ ਕਿ ਇਸ ਕਰਕੇ ਬਾਹਰ ਜਾਓ ਜ਼ਰੂਰ, ਆਪਦੀਆਂ ਕੈਪੇਬਿਲਿਟੀਜ਼ ਬਣਾਓ ਤੇ ਵਾਪਸ ਇੱਥੇ ਸਿੱਖੋ। ਹਾਂਜੀ, ਤੇ ਇੱਥੇ ਆਓ। ਇੱਕ ਬਹੁਤ ਇੰਪੋਰਟੈਂਟ ਗੱਲ ਲੱਗਦੀ ਹੈ ਮੈਨੂੰ ਇਹਦੇ 'ਚ ਕਿ ਆਪਦੀ ਰੂਟਸ ਨੂੰ, ਆਪਦੀ ਜ਼ਮੀਨਾਂ ਵੇਚ ਕੇ ਨਾ ਜਾਓ। ਜੇ ਜਾਣਾ ਮਤਲਬ ਠੀਕ ਹੈ, ਬਟ ਇੱਥੇ ਵੀ ਕੁਝ ਰੱਖੋ। ਇਹ ਗੱਲ ਮੇਰੇ ਕੋਲ ਜੁੜੇ ਰਹਿਣਾ ਬਹੁਤ, ਰਿਵਰਸ ਮਾਈਗ੍ਰੇਸ਼ਨ ਕਰਨੀ ਨਹੀਂ ਸੌਖੀ ਨਹੀਂ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਇਹ ਗੱਲ ਹੈ ਕਿ ਠੀਕ ਹੈ ਲੈਂਡ ਹੈ, ਆਪਾਂ ਜੌਬਸ ਲੈ ਸਕਦੇ ਹਾਂ, ਬਟ ਇੱਥੇ ਵੀ ਕੁਝ ਰੱਖੋ, ਇਹ ਬਹੁਤ ਇੰਪੋਰਟੈਂਟ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਲੈ ਵੀ ਜਦੋਂ ਤੁਹਾਡਾ ਹਰ ਬੰਦਾ ਵੱਖਰੀ ਸਟੇਜ ਤੇ ਹੈ, ਜਿਵੇਂ ਮੇਰੇ ਵਾਸਤੇ ਵੱਖਰੀ ਸਟੇਜ ਹੈ ਯਾਰ, ਮੈਂ ਦੁਨੀਆ ਦੇਖ ਲਈ ਹੈ ਤੇ ਮੈਨੂੰ ਆਪਦਾ ਘਰ ਵਧੀਆ ਲੱਗਦਾ ਹੈ। ਬੱਚਿਆਂ ਨੇ ਵੀ ਸਟੇਜਸ ਦੇ ਹਿਸਾਬ ਨਾਲ ਵਾਪਸ ਮੁੜਨਾ ਹੈ। ਤੇ ਜੇ ਤੁਸੀਂ 18 ਸਾਲ ਦੇ ਬੱਚੇ ਨੂੰ ਜਿਹਨੂੰ ਲੱਗਦਾ ਪਬ ਕਲਚਰ, ਬਾਰ ਕਲਚਰ ਵਧੀਆ ਲੱਗਦਾ, ਇੰਡੀਪੈਂਡੈਂਸ ਵਾਸਤੇ ਲੋਕ ਜ਼ਿਆਦਾ ਜਾਂਦੇ ਆ, ਉਹਨਾਂ ਨੇ ਜਦੋਂ ਉਹਨਾਂ ਦੀਆਂ ਸਟੇਜਸ ਆ ਗਈ ਵਾਪਸ ਹੋਣਾ ਹੀ, ਜਦੋਂ ਰੱਜ ਗਏ। ਹਾਂਜੀ। ਤੇ ਇਸ ਕਰਕੇ ਆਪਣੇ ਘਰ, ਆਪਦੀਆਂ ਜ਼ਮੀਨਾਂ ਬਚਾ ਕੇ ਰੱਖੋ। ਆਉਣ ਵਾਲਾ ਸਮਾਂ ਪੰਜਾਬ ਦਾ ਹੀ ਹੈ। ਕਿਉਂਕਿ ਜਿਵੇਂ ਆਪਾਂ ਪੰਜਾਬੀਆਂ ਨੂੰ ਬਹੁਤ ਨੱਪਿਆ ਵੀ ਮਾੜੇ ਹੈ, ਅਮਲੀ ਹੈ, ਨਸ਼ਈ ਹੈ। ਜਦੋਂ ਕਿਸੇ ਚੀਜ਼ ਨੂੰ ਹੀ ਨੱਪਦੇ ਹਾਂ, ਦੇਖੋ ਲਹਿਰ ਆਏ ਆ, ਦੇਖੋ ਕੁਦਰਤ ਦੇ ਵਿੱਚ ਐ ਆਪਾਂ ਪਾਣੀ ਦੇ ਉੱਪਰ ਵੱਟਾ ਮਾਰਦੇ ਹਾਂ ਤੇ ਆਪਾਂ ਕਹਿੰਦੇ ਹਾਂ ਪਾਣੀ ਦਬ ਗਿਆ, ਪਰ ਉਹ ਅਗਲੇ ਨੂੰ ਤਾਂ ਚੱਕਦਾ। ਇਹ ਕੁਦਰਤ ਵਹਾ ਹੈ ਜੀਵਨ ਦਾ। ਜਿਵੇਂ ਆਪਾਂ ਕਹਿੰਦੇ ਰੋ ਯੂਰ ਬੋਟ ਜੈਂਟਲੀ ਡਾਊਨ ਦ ਸਟ੍ਰੀਮ, ਮੈਰੀਲੀ। ਇਹ ਜਦੋਂ ਆਪਾਂ ਜੈਂਟਲੀ, ਇਹੀ ਹੈ ਲੈ ਵੀ ਜਦੋਂ ਆਪਾਂ ਥੱਲੇ ਜਾਂਦੇ ਹਾਂ ਆਪਾਂ ਤਾਂ ਜਾ ਰਹੇ ਹੁੰਦੇ ਹਾਂ ਅਸਲ ਵਿੱਚ। ਤੇ ਜਿੰਨਾ ਸਾਨੂੰ ਲੱਗਦਾ ਵੀ ਪੰਜਾਬ ਖਤਮ ਹੋ ਗਿਆ, ਮੈਨੂੰ ਹਮੇਸ਼ਾ ਹੀ ਆਸ਼ਾ ਰਹਿੰਦੀ ਹੈ ਕਿ ਪੰਜਾਬ 'ਚ ਬਹੁਤ ਸਾਰਾ ਚੀਜ਼ਾਂ ਵਾਪਰਨ ਵਾਲੀਆਂ। ਆਉਣ ਵਾਲੇ 15-20 ਸਾਲਾਂ 'ਚ ਸਾਡੇ ਕੋਲ ਬਹੁਤ ਵਧੀਆ ਲੋਕ ਆਉਣ ਵਾਲੇ ਆ, ਟ੍ਰੇਨਡ ਲੋਕ ਆਉਣ ਵਾਲੇ ਆ, ਤੇ ਅਸੀਂ ਬਾਹਾਂ ਖਿਲਾਰ ਕੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਘੁੰਮੋ ਫਿਰੋ, ਤੇ ਪੰਜਾਬ ਬਾਹਾਂ ਖਿਲਾਰ ਕੇ ਤੁਹਾਡੇ ਵਾਸਤੇ ਬੈਠਾ ਹੈ। ਅਸੀਂ ਜਿਵੇਂ ਕਹਿੰਦੇ ਨੇ ਮੇਰਾ ਦਰ ਖੁੱਲਾ ਹੈ, ਖੁੱਲਾ ਹੀ ਰਹੇਗਾ ਤੁਹਾਡੇ ਲਈ। ਤੇ ਪੰਜਾਬ ਦਾ ਦਰਵਾਜ਼ਾ ਹਮੇਸ਼ਾ ਖੁੱਲਾ ਹੈ, ਬਾਬੇ ਨਾਨਕ ਦੀ ਧਰਤੀ ਹੈ। ਤੇ ਇਸੇ ਗੱਲ ਨੇ ਮੈਨੂੰ ਖਿੱਚ ਕੇ ਲਿਆਂਦਾ ਕਿ ਇਹ ਬਹੁਤ ਪੇਰੈਂਟਸ ਲਈ ਵੀ ਬਹੁਤ ਇੰਪੋਰਟੈਂਟ ਹੈ। ਮੈਨੂੰ ਲੱਗਦਾ ਕਿ ਪਾਪਾ ਨੇ, ਕਿ ਜੇ ਮੈਨੂੰ ਇਹੋ ਜਿਹਾ ਇਨਵਾਇਰਨਮੈਂਟ ਮਿਲਿਆ ਕਿ ਪਾਪਾ ਬੋਲਦੇ ਕਿ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੈ, ਕਿ ਪੰਜਾਬ ਹਮੇਸ਼ਾ ਹੈਗਾ, ਤੇ ਮੈਨੂੰ ਇਹ ਆਪਸ਼ਨ ਦਿਖਦਾ ਕਿ ਇਹ ਹੈ, ਤਾਂ ਹੀ ਮੈਨੂੰ ਐਕਸਪਲੋਰ ਕੀਤਾ ਕਿ ਮੈਂ ਵੀ ਆਵਾਂ, ਮੈਂ ਦੇਖਾਂ ਕੀ ਹੈ। ਬਟ ਯੂਜੂਅਲੀ ਕੀ ਹੁੰਦਾ ਹੈ, ਜੋ ਆਪਾਂ ਸੁਣਦੇ ਆ ਕਿ ਪੇਰੈਂਟਸ ਜਦੋਂ ਬੱਚੇ ਨੂੰ ਭੇਜਦੇ ਆ 15-20 ਲੱਖ ਲਗਾ ਕੇ, ਤਾਂ ਉਹਦੇ ਤੇ ਪ੍ਰੈਸ਼ਰ ਹੈ ਕਿ ਉੱਥੇ ਰਹੋ। ਹੁਣ ਤੂੰ ਪੀਆਰ ਜਦ ਤੱਕ ਤੇ ਨਹੀਂ ਆਂਦੀ ਨਹੀਂ ਨਾ, ਤੂੰ ਮੁੜਨਾ ਨਹੀਂ, ਮਿਲਣ ਵੀ ਨਹੀਂ ਆਣਾ। ਮੇਰੇ ਨਾਲ ਦੇ ਬੱਚਿਆਂ ਤੇ ਇਹੀ ਗੱਲ, ਛੋਟੀ ਜਿਹੀ ਗੱਲ ਮੈਨੂੰ ਯਾਦ ਆ ਗਈ। ਜਦੋਂ ਸੈਕੰਡ ਵਰਲਡ ਵਾਰ ਦੇ ਵਿੱਚ ਨਾ ਪੰਜਾਬੀਆਂ ਨੂੰ ਕਿਹੜਾ ਤੈਰਨਾ ਹੁੰਦਾ ਸੀ, ਤੇ ਕਹਿੰਦੇ ਆ ਕਹਾਣੀਆਂ ਬਣੀਆਂ ਵੇਲੇ ਗੋਰੇ ਜਿਹੜੇ ਆ ਨਾ, ਉਹ ਸਮੁੰਦਰੀ ਜਹਾਜ਼ ਤੋਂ ਲੱਤਾਂ ਬੰਨ੍ਹ ਕੇ ਤੇ ਉਹਨਾਂ ਨੂੰ ਸਿੱਟ ਦਿੰਦੇ ਸੀ।
ਉਹ ਕਹਿੰਦੇ ਜਦੋਂ ਡੁੱਬਦੇ ਸੀ ਤੇ ਹੱਥ ਪੈਰ ਮਰਦੇ ਸੀ ਤੇ ਸਵਿਮਿੰਗ ਆ ਜਾਂਦੀ ਸੀ। ਉਹ ਕਹਿੰਦੇ ਜਾਂ ਤਾਂ ਫੇਲਰ ਬਣ ਜਾਓਗੇ ਜਾਂ ਸੇਲਰ ਬਣ ਜਾਓਗੇ, ਤੇ ਸਾਡੇ ਕੋਲ ਸਾਰੇ ਸੇਲਰ ਹੈ। ਕਿੰਨੀ ਖੁਸ਼ਕਿਸਮਤੀ ਦੀ ਗੱਲ ਹੈ। ਮਤਲਬ ਜੇ ਤੁਸੀਂ ਫੇਲਰ ਦਾ ਮਤਲਬ ਜੇ ਤੁਸੀਂ ਡੁੱਬ ਗਏ ਤੇ ਉਹ ਬਾਹਰ ਖਿੱਚ ਲੈਂਦੇ ਸੀ, ਕਹਿੰਦੇ ਤੁਸੀਂ ਫੇਲ ਹੋ ਗਏ ਫਿਰ ਤੁਹਾਨੂੰ ਨੌਕਰੀ ਤੇ ਨਹੀਂ ਰੱਖਣਾ। ਤੇ ਜੇ ਡੁੱਬਦੇ ਡੁੱਬਦੇ, ਯਾਨੀ ਤੈਰਨਾ ਕੀ ਹੈ, ਡੁੱਬਦਿਆਂ ਦਾ ਹੱਥ ਮਾਰਨਾ, ਉਹਨੂੰ ਤੈਰਨਾ ਕਹਿੰਦੇ ਅਸੀਂ। ਤੇ ਪੰਜਾਬੀ ਹਮੇਸ਼ਾ ਸੇਲਰ ਬਣੇ, ਤੇ ਇਸ ਕਰਕੇ ਤੁਸੀਂ ਸਾਰੇ ਸੇਲਰ ਹੈ, ਫੇਲਰ ਨਹੀਂ। ਜੇ ਤੁਸੀਂ ਕੈਨੇਡਾ ਅਮਰੀਕਾ 'ਚ ਗਏ ਆ, ਤੁਸੀਂ ਬਹੁਤ ਕੁਛ ਜ਼ਿੰਦਗੀ ਦਾ ਸਿੱਖਿਆ, ਤੇ ਉਹ ਜਿਵੇਂ ਮਾੜੇ ਹਾਲਾਤਾਂ ਦੇ ਵਿੱਚ ਜਿੱਥੇ 4-4 ਬੰਦੇ ਇੱਕੋ ਕਮਰੇ 'ਚ ਰਹਿੰਦੇ ਆ, ਇੱਕੋ ਕਮਰੇ 'ਚ ਸੌਂਦੇ ਆ, ਤੇ ਤੁਸੀਂ ਕਿੰਨਾ ਕੁਝ ਸਿੱਖ ਰਹੇ ਆ। ਇਹ ਵੀ ਗੱਲ ਹੈ। ਬਿਲਕੁਲ, ਸਾਨੂੰ ਹਮੇਸ਼ਾ ਤੁਹਾਡੇ ਤੇ ਮਾਣ ਹੈ, ਮੇਰੇ ਪਿਆਰੇ ਪਿਆਰੇ ਬੱਚਿਆਂ ਦੇ ਉੱਪਰ ਜਿਹੜੇ ਇੰਨੇ ਸੰਘਰਸ਼ਮਈ ਜੀਵਨ ਜੀ ਰਹੇ ਆ। ਤੇ ਅਸੀਂ ਸਾਰੇ ਸੇਲਰ ਸਾਡੇ ਕੋਲ ਹੀ ਹੋਣੇ, ਕਿਉਂਕਿ ਉਹ ਸਿੱਖ ਕੇ ਨਵੀਆਂ ਚੀਜ਼ਾਂ। ਹਾਂਜੀ, ਆਉਣ ਵਾਲੇ 15-20 ਸਾਲ 'ਚ ਬਹੁਤ ਵਧੀਆ ਭਵਿੱਖ ਹੈ ਪੰਜਾਬ ਦਾ। ਤੇ ਮੈਨੂੰ ਇਹ ਲੱਗਦਾ ਜਿਵੇਂ ਤੁਹਾਡੀ ਆਪਾਂ ਗੱਲ ਪਹਿਲਾਂ ਕਰਦੇ ਸੀ, ਲਈ ਬੋਡੀ ਦੱਸਣ ਲੱਗ ਪੈਂਦੀ ਹੈ ਵੀ ਹੁਣ ਐਨਕਾਂ ਦੀ ਜ਼ਰੂਰਤ ਹੈ, ਤੇ ਹਾਲਾਤ ਦੱਸਣ ਲੱਗ ਪਿਆ ਵੀ ਰਿਵਰਸ ਮਾਈਗ੍ਰੇਸ਼ਨ ਹੋਣੀ। ਤੇ ਜੇ ਆਪਾਂ ਕਹਿ ਰਹੇ ਕਿ ਪੰਜਾਬ ਖਾਲੀ ਹੋ ਰਿਹਾ, ਤਾਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਖਾਲੀ ਨਹੀਂ ਹੋ ਰਿਹਾ, ਇਹ ਸਕਿੱਲ ਡਿਵੈਲਪ ਕਰਨ ਗਿਆ, ਪੰਜਾਬ ਸਕਿੱਲ ਡਿਵੈਲਪ ਕਰਕੇ। ਜੇ ਤੁਸੀਂ ਦੇਖੋ ਟਿਮ ਹਾਰਟਨਸ ਖੋਲਿਆ, ਇਹ ਕਿੰਨੇ ਖੋਲਿਆ? ਕੋਈ ਕੈਨੇਡਾ ਗਿਆ, ਕੋਈ ਪੰਜਾਬੀ ਕੈਨੇਡਾ ਗਿਆ, ਉਹਨੇ ਇੱਥੇ ਆ ਕੇ ਪੰਜਾਬ 'ਚ ਖੋਲਿਆ ਨਾ। ਕੋਈ ਜਿੰਨੇ ਵੀ ਬ੍ਰਾਂਡਸ ਆ ਰਹੇ ਆ, ਜਿੰਨਾ ਕੁਝ ਵਧੀਆ ਆ ਰਿਹਾ ਹੈ, ਉਹੀ ਬੱਚੇ ਨੇ ਜਿਹੜੇ ਪਹਿਲਾਂ ਬਾਹਰ ਗਏ ਨੇ, ਉਹਨਾਂ ਨੇ ਉੱਥੇ ਪੈਸੇ ਕਮਾਏ ਨੇ। ਹੁਣ ਉਹ ਕਹਿੰਦੇ ਅਸੀਂ ਪੰਜਾਬ ਲਈ ਕੁਝ ਕਰਨਾ ਹੈ, ਤੇ ਉਹ ਪੰਜਾਬ ਵਿੱਚ ਪੈਸੇ ਇਨਵੈਸਟ ਕਰ ਰਹੇ ਆ। ਜਿਵੇਂ ਤੁਸੀਂ ਇੰਟਰਵਿਊ ਲੈ ਰਹੇ ਨੇ, ਲੋਕਾਂ ਨੂੰ ਅੱਗੇ ਕਰ ਰਹੇ ਨੇ, ਜਿਹੜੇ ਲੋਕ ਬਾਹਰੋਂ ਆਏ ਆ। ਮੇਰਾ ਇੱਕ ਸਟੂਡੈਂਟ ਇੱਥੇ ਕਿਲੀ ਕਾਂਦਰਾ ਤੋਂ, ਉਹ 25 ਸਾਲ ਬਾਅਦ ਕੈਨੇਡਾ ਛੱਡ ਕੇ ਆ ਗਿਆ, ਇੱਥੇ ਆਪਦਾ ਕੰਮ ਕਰਦਾ, ਗੁੜ ਬੀਜਿਆ ਉਹਨੇ, ਗੰਨੇ ਗੁੰਨੇ ਬੀਜੇ ਵੀ। ਜੇ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਇਹ ਗੱਲ ਕਰਦੇ, ਕੋਈ ਗੱਲ ਸੁਣਦਾ ਨਹੀਂ ਸੀ। ਅੱਜ ਲੋਕ ਗਾਲਾਂ ਵੀ ਕੱਢਦੇ ਸੀ। ਅੱਜ ਜਿਹੜਾ ਉਹ ਸਮਾਂ ਵਾਪਸ ਆ ਰਿਹਾ, ਤੇ ਮੈਂ ਇਹ ਕਹਿੰਦਾ ਹੁਣ ਇਹ ਭਾਣਾ ਉਹਦਾ, ਉਹਨੇ ਬਾਹਰ ਭੇਜਣਾ ਸੀ। ਸਾਡੇ ਕੋਲ ਬਹੁਤ ਵੱਡੀ ਵਰਕ ਫੋਰਸ ਆ ਰਹੀ ਹੈ, ਅਲਰਟ ਵਰਕ, ਸਾਈਬਰ ਸਿਕਿਉਰਿਟੀ ਵਰਗੇ, ਤੁਹਾਡੇ ਵਰਗੇ, ਤੁਹਾਡਾ ਡੇਲੀ ਪੋਸਟ ਪੰਜਾਬੀ। ਅਸੀਂ ਇਹ ਜੋ ਕਰ ਰਹੇ ਹਾਂ ਨਾ, ਇਹ ਸਮੇਂ ਦੇ ਹਿਸਾਬ ਨਾਲ ਕਰ ਰਹੇ ਹਾਂ, ਭਾਣਾ ਇਹਨੂੰ ਕਹਿੰਦੇ ਅਸੀਂ। ਉਦੋਂ ਸਮਾਂ ਨਹੀਂ ਸੀਗਾ। ਹੁਣ ਦੇਖਿਆ ਜੇ 15-20 ਸਾਲਾਂ ਨੂੰ ਸਾਰਾ ਉਵੇਂ ਹੀ ਪੰਜਾਬ ਜਿਹੜਾ ਉਹ ਹੱਸੂ ਵਸੂਗਾ, ਤੇ ਉਵੇਂ ਹੀ ਲੋਕ ਜਿਹੜੇ ਸਾਡੇ, ਕੋਈ ਟਿਮ ਹੋਟਲ ਖੋਲ੍ਹੀ ਬੈਠਾ ਹੋਊਗਾ, ਕੋਈ ਮੈਕਡੋਨਲਡ ਖੋਲ੍ਹਿਆ। ਕਿੰਨੇ ਅੱਛੇ ਰੋਜ਼ ਪੰਜਾਬ ਦੀਆਂ ਬਣ ਗਈਆਂ, ਕਿੰਨਾ ਕੁਝ ਪੰਜਾਬ 'ਚ ਆ ਗਿਆ। ਕਿਉਂ ਨਹੀਂ ਕੋਈ ਆ ਕੇ ਇੱਥੇ ਰਹਿਣਾ? ਅਸੀਂ ਜਦੋਂ ਗਏ ਸੀ ਪੰਜਾਬ ਨੂੰ ਛੱਡ ਕੇ, ਉਦੋਂ ਅਸੀਂ ਭੁੱਖੇ ਸੀ। ਉਹ ਮੈਂ ਪੁੱਛਣਾ ਸੀ ਤੁਹਾਨੂੰ, ਜਦੋਂ ਤੁਸੀਂ 1999 ਵਿੱਚ ਗਏ, ਉਦੋਂ ਕਿਹੜੇ ਹਾਲਾਤਾਂ ਨੇ ਮਜਬੂਰ ਕੀਤਾ? ਦੇਖੋ, ਉਦੋਂ ਪੰਜਾਬ ਇੰਡੀਆ ਦੀ ਡਿਵੈਲਪਮੈਂਟ ਨਹੀਂ ਸੀਗੀ, ਤੇ ਸਾਨੂੰ ਲੱਗਦਾ ਸੀ ਵੀ ਬਾਹਰ ਬਹੁਤ ਵਧੀਆ ਚਕਾਚੌਂਧ, ਅਸੀਂ ਇਹਨੂੰ ਕਹਿੰਦੇ ਗ੍ਰੀਨ ਪਾਸਚਰਸ, ਹਰੇ ਚਾਰਾਗਾਹਾਂ ਦੀ ਭਾਲ ਦੇ ਵਿੱਚ ਅਸੀਂ ਗਏ ਸੀ। ਸਾਰੇ ਬੰਦੇ ਉੱਥੇ ਯੂਰਪੀਅਨ ਗਏ, ਨਿਊਜ਼ੀਲੈਂਡ 'ਚ। ਪਰ ਹੁਣ ਉਹ ਹਾਲਾਤ ਨਹੀਂ ਗਏ। ਹੁਣ ਹਰੀਆਂ ਚਾਰਾਗਾਹਾਂ ਇੱਥੇ ਵਾਪਸ ਹੈ। ਪਹਿਲੀਆਂ ਹਰੀਆਂ ਚਾਰਾਗਾਹਾਂ ਉੱਥੇ ਸੀਗੀਆਂ। ਸਭ ਨਾਲੋਂ ਵੱਡਾ ਤੁਹਾਡਾ ਗਿਆਨ ਕੀ ਹੈ? ਰੋਟੀ ਕਿਵੇਂ ਕਮਾਉਣੀ। ਦੇਖੋ, ਰੋਟੀ ਕਮਾਉਣੀ ਨਾ, ਜੇ ਅਸੀਂ ਜੰਗਲ 'ਚ ਰਹਿੰਦੇ, ਸਭ ਨਾਲੋਂ ਪਹਿਲਾਂ ਸਾਡੀ ਨੌਲੇਜ ਕੀ ਹੈ ਵੀ ਅਸੀਂ ਖਾਣਾ ਕਿਵੇਂ ਖਾਣਾ। ਹੁਣ ਉੱਥੇ ਤਾਂ ਖਾਣਾ ਹੈ ਨਹੀਂਗਾ। ਉੱਥੇ ਕਿੰਨੀਆਂ ਚੀਜ਼ਾਂ ਪੈਦਾ, ਨਾ ਉੱਥੇ ਅੰਬ ਹੈ, ਨਾ ਉੱਥੇ ਬਹੁਤ ਸਾਰੇ ਦੇਸ਼ਾਂ 'ਚ ਅੰਬ ਨਹੀਂ ਗਏ, ਲੀਚੀਆਂ ਨਹੀਂ ਗਈਆਂ, ਗਾਵਾ ਨਹੀਂ ਗਾ, ਸਾਰਾ ਕੁਝ ਇੱਥੇ ਹੈ। ਸਭ ਇੰਡੀਆ 'ਚ ਇੰਨੇ ਫਰੂਟ ਵੈਜੀਟੇਬਲਸ ਮੈਂ ਤਾਂ ਦੇਖੇ ਨਹੀਂ। ਬਿਲਕੁਲ, ਇੰਨੀ ਵੈਰਾਈਟੀ ਆਫ ਲਾਈਫ ਹੈ। ਤੁਸੀਂ ਦੇਖੋ, ਸਾਊਥ ਚਲ ਜਾਓ, ਹੋਰ ਕੁਝ ਖਾਓ, ਨਾਰਥ ਚਲ ਜਾਓ, ਹੋਰ ਕੁਝ ਖਾਓ, ਈਵਨ ਰਾਜਸਥਾਨ ਚਲ ਜਾਓ। ਇਹੋ ਜਿਹਾ ਦੇਸ਼ ਕਿਹੜਾ ਹੈ? ਵਿਭਿੰਨਤਾ, ਵੈਰਾਈਟੀ ਆਫ ਪੀਪਲ ਜਿਹੜੇ। ਇਦੋਂ ਵਧੀਆ ਕੋਈ ਦੇਸ਼ ਨਹੀਂਗਾ, ਇਦੋਂ ਵਧੀਆ ਕੋਈ ਲੈਂਡ ਨਹੀਂ, ਪੰਜਾਬ ਵਰਗੀ ਧਰਤੀ ਕੋਈ ਨਹੀਂ। ਤੇ ਆ ਜਾਓ ਬਸ। ਜੇ ਮੈਂ ਕਹਾਂ ਆਈ ਸੇ ਆਈ ਐਮ ਇਨ ਆਅ ਆਫ ਇੰਡੀਆ। ਲਾਈਕ ਮੈਂ ਹੈਰਾਨ ਹੈ ਕਿ ਇੰਨਾ ਵਧੀਆ। ਤੇ ਸਾਰਿਆਂ ਨੇ ਮੈਨੂੰ ਕਹਿਣਾ ਤੂੰ ਨਿਊਜ਼ੀਲੈਂਡ ਨੂੰ ਮਾੜਾ ਕਿਹਾ। ਮੈਂ ਨਿਊਜ਼ੀਲੈਂਡ ਨੂੰ ਮਾੜਾ ਨਹੀਂ ਕਿਹਾ, ਮੈਂ ਸਿਰਫ ਇਹ ਕਿਹਾ ਕਿ ਇੰਡੀਆ ਬਹੁਤ ਵਧੀਆ ਹੈ। ਤੇ ਮੈਨੂੰ ਬਹੁਤ, ਮੈਂ ਸੈਡ ਹੈ ਕਿ ਇੰਨੇ ਸਾਲ ਮੈਨੂੰ ਆਪਣੀ ਲਾਈਫ ਦਾ ਪਤਾ ਨਹੀਂ ਸੀ, ਬਟ ਇੱਥੇ ਆਏ ਤਾਂ ਪਤਾ ਲੱਗਿਆ। ਅੱਛਾ, ਜਿਵੇਂ ਆਪਾਂ ਕਹਿੰਦੇ ਕਿ ਬਾਹਰ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਕਿਸੇ ਦੇ ਅੰਡਰ ਵਰਕ ਕਰਨਾ ਪੈਂਦਾ ਹੈ ਨਾ, ਯੂ ਆਰ ਡਿਕਟੇਟਡ ਬਾਈ ਸਮਵਨ। ਇੱਥੇ ਤੁਸੀਂ ਆਏ ਹੋ ਤਾਂ ਆਪਣੀ ਮੌਜ ਹੈ, ਪਾਪਾ ਦਾ ਸਕੂਲ ਹੈ, ਆਰਾਮ ਨਾਲ ਹੈ ਨਾ, ਬਿਜ਼ਨਸ ਦੇ ਵਿੱਚ ਤੁਸੀਂ ਹੱਥ ਵਟਾ ਰਹੇ ਹੋ, ਹੈ ਨਾ। ਇਹ ਜੇ ਕਿਤੇ ਬਾਹਰ ਹੋਵੋ ਤਾਂ ਤੁਹਾਨੂੰ ਕਿਸੇ ਹੋਰ ਦੀ ਸੁਣਨੀ ਪਏਗੀ, ਕਿਸੇ ਹੋਰ ਦੇ ਇਸ਼ਾਰਿਆਂ ਤੇ ਚੱਲਣਾ ਪਏਗਾ। ਤੁਸੀਂ ਆਪਣਾ ਨਹੀਂ ਕੁਝ ਕਰ ਸਕਦੇ। ਇਟਸ ਨਾਟ ਈਜ਼ੀ ਟੂ ਓਪਨ ਅਪ ਯੋਰ ਬਿਜ਼ਨਸ ਆਊਟਸਾਈਡ। ਜੇ ਤੁਹਾਡੇ ਕੋਲ ਬਹੁਤ ਸਾਰੇ ਫੰਡਸ ਹੈ, ਬਹੁਤ ਫਿਲਥੀ ਫੈਮਿਲੀ ਤੋਂ, ਤੁਸੀਂ ਤਾਂ ਕਰ ਸਕਦੇ ਹੋ। ਤੇ ਇਹਦੇ ਵੀ ਮੌਜ ਹੈਗੀ ਆਪਣੀ, ਕਿਵੇਂ ਫੀਲ ਹੁੰਦਾ? ਬਿਲਕੁਲ ਇਹ ਹੁੰਦਾ ਹੈ। ਬਟ ਮੈਂ ਇਹ ਵੀ ਬੋਲੂੰ ਕਿ ਜੋ ਮੈਂ ਉਹਨਾਂ ਥੱਲੇ ਕੰਮ ਕੀਤਾ, ਤਾਈਓ ਮੈਂ ਵੀ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ। ਆਪਣੇ ਬੌਸਿਸ ਤੋਂ ਹੀ ਸਿੱਖਿਆ ਕਿ ਕਿੱਦਾਂ ਬੌਸ ਬਣਨਾ ਹੈ। ਤੇ ਕਿਉਂਕਿ ਤੇ ਮੈਂ ਬਹੁਤ ਗ੍ਰੇਟਫੁਲ ਹੈ ਕਿ ਹੁਣ ਮੈਨੂੰ ਵੀ ਐਕਸਪੀਰੀਅੰਸ ਮਿਲ ਰਿਹਾ ਹੈ। ਮੈਨੂੰ ਲੱਗਦਾ ਕਿ ਸਾਡੀ ਫੈਮਿਲੀ ਵਿੱਚ ਸਾਰੇ ਟੀਚਰਸ ਹੈ। ਪਾਪਾ ਦੇ ਪਾਪਾ ਟੀਚਰ ਸੀ, ਉਹਨਾਂ ਦੇ ਪਾਪਾ ਟੀਚਰ ਸੀ, ਤੇ ਇੱਕ ਟੀਚਰਸ ਫੈਮਿਲੀ ਹੈ। ਤੇ ਮੈਨੂੰ ਬਹੁਤ, ਪਹਿਲਾਂ ਤਾਂ ਮੈਨੂੰ ਇਹੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇਸ ਐਨਸੈਸਟਰਲ ਲੈਂਡ 'ਤੇ ਕੰਮ ਕਰਾਂ। ਤੇ ਮੈਂ ਬਹੁਤ ਗ੍ਰੇਟਫੁਲ ਹਾਂ। ਹਰ ਟਾਈਮ ਜਦੋਂ ਵੀ ਮੈਂ ਬੈਠਦਾ ਪਾਪਾ ਨਾਲ, ਮੈਨੂੰ ਲੱਗਦਾ ਕਿ ਇਹ ਬਹੁਤ ਗ੍ਰੇਟਫੁਲ ਓਪਰਚੁਨਿਟੀ ਹੈ ਮੇਰੇ ਲਈ, ਕਿਉਂਕਿ ਮੇਰੇ ਸਿਬਲਿੰਗਸ ਵੀ ਹੈ, ਤੇ ਉਹਨਾਂ ਸਾਰਿਆਂ ਵਿੱਚੋਂ ਵੀ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਇੱਥੇ ਰਵਾਂ। ਤੇ ਬਟ ਨਾਲੇ ਪੰਜਾਬੀਆਂ ਦਾ ਤਾਂ ਜਿਹੜਾ ਇਤਿਹਾਸ ਘੁੰਮਦਾ, ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ,
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਪਵਿੱਤਰ ਸਾਨੂੰ ਗ੍ਰੰਥ ਦਿੱਤਾ ਹੈ। ਜੇ ਅਸੀਂ ਉਹਨਾਂ ਨੇ ਦੇਖੋ ਮੱਕੇ ਮਦੀਨੇ ਤੱਕ ਵੀ ਗਏ, ਹਰ ਚੀਜ਼ਾਂ ਜਦੋਂ ਤੁਸੀਂ ਘੁੰਮਦੇ ਫਿਰਦੇ ਆ ਤੁਸੀਂ ਗਿਆਨ ਹਾਸਲ ਕਰਦੇ ਆ, ਗਿਆਨ ਹਾਸਲ ਕਰਕੇ ਉਹ ਗਿਆਨ ਤੁਸੀਂ ਆਪਣੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ, ਤੇ ਦੇਖੋ ਕਿੰਨਾ ਗਿਆਨ ਨਿਊਜ਼ੀਲੈਂਡ ਕੈਨੇਡਾ ਦੇ ਵਿੱਚ ਉੱਥੇ ਪਲੰਬਰਾਂ ਕੋਲ ਆਪਦੀਆਂ ਗੱਡੀਆਂ ਹੁੰਦੀਆਂ, ਉਹ ਜਾਂਦੇ ਆ 10 ਮਿੰਟਾਂ 'ਚ ਕੰਮ ਕਰੇ ਹੁੰਦੇ। ਪੰਜਾਬੀ ਜਿਹੜੇ ਆਉਣਗੇ ਅੱਜ ਤੋਂ 20 ਸਾਲ ਬਾਅਦ ਉਹ ਆਪਣੀ ਕੰਪਨੀਆਂ ਸ਼ੁਰੂ ਕਰਨਗੇ ਪਲੰਬਰਾਂ ਦੀਆਂ, ਐਵੇਂ ਹੀ ਉਹ ਲੋਕਾਂ ਨੂੰ ਹਾਇਰ ਕਰਨਗੇ, ਐਵੇਂ ਹੀ ਆਨਲਾਈਨ ਕਲਿੱਕ ਕਰਾਂਗੇ ਇੱਕ ਦਿਨ 'ਚ ਪਲੰਬਿੰਗ ਹੋ ਜਾਊਗੀ। ਜਿੱਥੇ ਆਪਾਂ ਨੂੰ 15 ਤੇ ਜੇ ਉਹ ਨਾ ਜਾਣਗੇ ਬਾਹਰ, ਸਿੱਖ ਕੇ ਟੈਕਨੋਲੋਜੀਆਂ ਨਾ ਆਉਣਗੇ ਤੇ ਕਿਵੇਂ ਹੋਊਗਾ? ਤੇ ਇਸ ਕਰਕੇ ਸਭ ਕੁਝ ਪੋਜ਼ਿਟਿਵ ਹੈ, ਮੈਂ ਤਾਂ ਤੇ ਹੋ ਰਿਹਾ ਪੋਜ਼ਿਟਿਵ, ਯਾਨੀ ਰਿਵਰਸ ਮਾਈਗ੍ਰੇਸ਼ਨ ਆਪਣੇ ਆਪ ਆਟੋਮੇਟਡ ਹੈ। ਆਟੋਮੇਟਡ ਹੈ, ਕਿਸੇ ਕੋਈ ਕਿਸੇ ਨੂੰ ਕਹਿ ਨਹੀਂ ਸਕਦਾ। ਅਸੀਂ ਤਾਂ ਸਾਨੂੰ ਗਾਲਾਂ ਗੁਲਾਂ ਜਿੰਨੀਆਂ ਮਰਜ਼ੀ ਕੱਢ ਲਓ, ਪਰ ਅਸੀਂ ਨਹੀਂ ਕਰਾ ਰਹੇ, ਇਹ ਵਕਤ ਆਪੇ ਹੋ ਰਿਹਾ। ਬਟ ਮੈਨੂੰ ਡੈਫੀਨਿਟਲੀ ਬਹੁਤ ਮਜ਼ਾ ਆ ਰਿਹਾ ਸਕੂਲ ਵਿੱਚ। ਤੁਹਾਡਾ ਜੋ ਕੁਐਸਚਨ ਸੀਗਾ ਕਿ ਕਿੱਦਾਂ ਲੱਗ ਰਿਹਾ, ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਇਹ ਆਪਣੇ ਆਪ ਨੂੰ ਪ੍ਰਿਪੇਅਰ ਕਿਵੇਂ ਕੀਤਾ? ਕਿਉਂਕਿ ਜਦੋਂ ਕਿਸੇ ਨੇ ਹੁਣ ਪੰਜਾਬ ਤੋਂ ਵੀ ਬਾਹਰ ਜਾਣਾ ਹੈ, ਤੁਹਾਨੂੰ ਵੀ ਟਾਈਮ ਲੱਗਦਾ ਹੈ ਪ੍ਰਿਪੇਅਰ ਕਰਨ ਲਈ, ਹੈ ਨਾ, ਕਿ ਮੈਂ ਨਵੀਂ ਕੰਟਰੀ ਦੇ ਵਿੱਚ ਸੈਟਲ ਹੋਣਾ ਹੈ। ਬਟ ਮੈਂ ਇੱਥੇ ਪਹਿਲਾਂ ਥੋੜਾ ਬਹੁਤ ਰਹਿ ਚੁੱਕਾ, ਮੈਂ ਇੱਥੇ ਬੋਰਡਿੰਗ ਸਕੂਲ ਵੀ 1 ਸਾਲ ਲਗਾਇਆ ਸੀ, ਵੈਸੇ ਪਾਪਾ ਦੇ ਸਕੂਲ ਵੀ ਮੈਂ ਕਾਫੀ ਵਾਰੀ ਰਹਿ ਚੁੱਕਾ, ਤੇ ਮੈਂ ਨਿੱਕੇ ਹੁੰਦੇ ਤੋਂ ਪਾਪਾ ਨੂੰ ਇਦਾਂ ਹੀ ਦੇਖਿਆ, ਤੇ ਮੈਨੂੰ ਜੇ ਨਿੱਕੇ ਹੁੰਦੇ ਕਿ ਪੁੱਛ ਵੀ ਲੈਂਦਾ ਸੀ ਕੀ ਬਣਨਾ, ਮੈਂ 1-2 ਵਾਰੀ ਮੈਂ ਇਦਾਂ ਵੀ ਬੋਲਦਾ ਸੀ ਛੋਟੇ ਹੁੰਦੇ ਕਿ ਮੈਂ ਪਾਪਾ ਹੀ ਬਣਨਾ, ਪਾਪਾ ਵਾਂਗੂ ਬਣਨਾ। ਤੇ ਮੈਂ ਪਾਪਾ ਨੂੰ ਨਿੱਕੇ ਹੁੰਦੇ ਦੇਖਿਆ ਟੀਚਰਸ ਨਾਲ ਕਿੱਦਾਂ ਗੱਲ ਕਰਦੇ ਆ, ਬੱਚਿਆਂ ਨਾਲ ਕਿੱਦਾਂ ਗੱਲ ਕਰਦੇ ਆ, ਮੇਰੇ ਚੋਂ ਨੈਚੁਰਲੀ ਆ ਜਾਂਦਾ। ਤੇ ਮੈਨੂੰ ਕਈ ਵਾਰੀ ਮੰਮਾ ਬੋਲਦੇ ਹੁੰਦੇ ਮੈਂ ਇਦਾਂ ਚੀਜ਼ਾਂ ਕਰ ਦਿੰਦੇ ਆ, ਤੇ ਮੈਨੂੰ ਇਦਾਂ ਲੱਗਦਾ ਕਿ ਇਹ ਤਾਂ ਦੇਖ ਕੇ ਹੀ ਆ ਗਿਆ। ਸੋ ਆਈ ਥਿੰਕ ਉਹ ਵੀ ਹੁੰਦਾ ਕਿ ਜੋ ਤੁਸੀਂ ਦੇਖਿਆ, ਕਿ ਜੇ ਮੈਂ ਦੇਖਿਆ ਹੀ ਟੀਚਰਸ ਨੂੰ ਤਾਂ ਮੈਂ ਬਣਨਾ ਹੀ ਟੀਚਰ ਸੀ, ਜਿਨ੍ਹਾਂ ਨੇ ਦੇਖੀ ਖੇਤ ਉਹਨਾਂ ਨੇ ਖੇਤੀ, ਸਹਿਜ ਹੈ ਇਹਦੇ ਵਾਸਤੇ, ਕਿ ਸਹਿਜ ਹੈ ਮੇਰੇ ਵਾਸਤੇ, ਇਟ ਕਮਸ ਨੈਚੁਰਲ। ਤੇ ਬਟ ਇੰਡੀਆ ਵੀ ਸਹਿਜ ਹੀ ਹੈ ਇੱਕ ਤਰੀਕੇ ਨਾਲ। ਜਦੋਂ ਪਾਪਾ ਨੂੰ ਦੱਸਿਆ, ਮੰਮਾ ਨੂੰ ਦੱਸਿਆ ਕਿ ਮੇਰੇ ਫਾਈਨਲ ਡਿਸੀਜਨ ਹੈ, ਤਾਂ ਕੀ ਰਿਐਕਸ਼ਨ ਸੀਗਾ ਪੇਰੈਂਟਸ ਦਾ? ਕੀ ਸੀ ਰਿਐਕਸ਼ਨ? ਆਈ ਵਾਸ ਸਰਪ੍ਰਾਈਜ਼ਡ, He was ਕਿਉਂਕਿ ਇਹ ਜਿਹੜੀ ਇਹ ਪਾਰਟੀ ਗੋਇੰਗ ਸੀ ਯੂਨੀਵਰਸਿਟੀਆਂ ਦੇ ਵਿੱਚ, ਜਿਵੇਂ ਤੁਹਾਨੂੰ ਪਤਾ ਬਾਹਰ ਕੀ ਹੁੰਦਾ, ਫਰਾਈਡੇ ਸੈਟਰਡੇ ਘੁੰਮਣਾ ਫਿਰਨਾ, ਤੇ ਅਸੀਂ ਤਾਂ ਐਕਸਪੈਕਟ ਨਹੀਂ ਸੀ ਕੀਤਾ ਵੀ ਇਹ ਇੰਡੀਆ 'ਚ ਵੀ ਕਦੀ ਰਹੂਗੀ। ਤੇ ਈਵਨ ਮੇਰੇ ਵਾਸਤੇ ਵੀ ਮੈਨੂੰ ਲੱਗਦਾ ਸੀ ਮੇਰੇ ਬੱਚੇ ਜਿਹੜੇ ਬਾਹਰ ਹੀ ਰਹਿਣਗੇ, ਤੇ ਮੈਂ ਵੀ ਥੋੜਾ ਜਿਹਾ ਮਤਲਬ ਇਧਰੋਂ ਥੋੜਾ ਜਿਹਾ, ਮੈਨੂੰ ਵੀ ਸਮਝ ਨਹੀਂ ਸੀ ਹੁੰਦਾ ਕੀ ਕਰਾਂ। ਫਿਰ ਮੈਂ ਫਾਈਨਲੀ ਫੈਸਲਾ ਕੀਤਾ ਵੀ ਨਹੀਂ, ਮੈਂ ਇੱਥੇ ਹੀ ਰਹਿਣਾ, ਬੱਚਿਆਂ ਨੂੰ ਕੁਝ ਬਣਾਉਣਾ, ਜਿਵੇਂ ਆਪਾਂ ਕਹਿੰਦੇ ਆ ਵੀ ਜਿੱਥੋਂ ਦਾ ਰੁੱਖ ਹੈ ਉੱਥੇ ਹੀ ਸੁੱਖ ਹੋਣਾ ਚਾਹੀਦਾ। ਫਿਰ ਇਹ ਜਦੋਂ ਆਏ ਘੁੰਮਣ ਫਿਰਨ, ਦੱਸਿਆ ਲਈ ਬੇਟੀ ਦੀ ਮੈਰਿਜ ਸੀ, ਤੇ ਇਹਨੇ ਸਡਨਲੀ ਸਾਨੂੰ ਫੈਸਲਾ ਸੁਣਾਇਆ ਕਿ ਸਾਨੂੰ ਮੈਂ ਤਾਂ ਜਾਣਾ ਹੀ ਨਹੀਂ। ਆਈ ਥਿੰਕ ਇਟਸ ਕੁਆਇਟ ਹਾਰਡ ਕਿ ਅਗਰ ਕੋਈ ਬੱਚਾ, ਜਿਵੇਂ ਦੋਨੋਂ ਕੰਟਰੀਜ਼ ਵਿੱਚ ਵੀ ਤੁਸੀਂ ਇੱਕ ਤਰੀਕੇ ਨਾਲ ਰਹਿੰਦੇ ਹੋ, ਮੈਨੂੰ ਲੱਗਦਾ ਕਿ ਪਿਛਲੇ ਨਿੱਕੇ ਹੁੰਦੇ ਤੋਂ ਹੀ ਮੈਨੂੰ ਇੱਕ ਹਮੇਸ਼ਾ ਰਿਹਾ ਕਿ ਮੈਂ ਇੰਡੀਅਨ ਹਾਂ, ਮੈਂ ਨਿਊਜ਼ੀਲੈਂਡ ਹਾਂ, ਮੈਂ ਕੀ ਹੈ। ਬਟ ਹੁਣ ਫਾਈਨਲੀ ਮੈਨੂੰ ਇਹ ਲੱਗਦਾ ਕਿ ਮੇਰੀ ਸ਼ਕਲ ਇੰਡੀਆ, ਮੇਰੇ ਪੇਰੈਂਟਸ ਇੰਡੀਅਨ ਹੈ, ਤੇ ਉਹ ਮੇਰੇ ਚੋਂ ਨਿਕਲ ਨਹੀਂ ਸਕਦਾ, ਮੈਂ ਇੰਡੀਅਨ ਹੀ ਹਾਂ। ਆਈ ਮੀਨ ਦੇयर ਇਜ਼ ਡੈਫੀਨਿਟਲੀ ਕਿ ਮੈਂ ਨਿਊਜ਼ੀਲੈਂਡ ਵੀ ਮੈਨੂੰ ਅੱਛਾ ਲੱਗਦਾ, ਬਟ ਮੈਂ ਬਹੁਤ ਵੈਲਿਊ ਕੀਤਾ ਹੁਣ ਇੰਡੀਆ ਨੂੰ, ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਇਹ ਸਭ ਕੁਝ ਹੋ ਰਿਹਾ। ਜਦੋਂ ਹੁਣ ਕੋਈ ਨਵੀਂ ਚੀਜ਼ ਹੁੰਦੀ ਹੈ ਨਾ, ਤਾਂ ਉਹਨੂੰ ਐਕਸਪਲੋਰ ਕਰਨਾ ਅੱਛਾ ਲੱਗਦਾ ਹੈ। ਜਦੋਂ ਤੁਸੀਂ ਹੁਣ ਬਾਹਰ ਇੱਕ ਡਿਵੈਲਪਡ ਕੰਟਰੀ ਤੋਂ ਆਏ ਹੋ ਨਾ, ਡਿਵੈਲਪਿੰਗ ਕੰਟਰੀ ਚਾਹੇ ਨਿਊਜ਼ੀਲੈਂਡ ਕਹਿ ਦੋ, ਤਾਂ ਉਦੋਂ ਦਾ ਐਟਮੋਸਫੇਅਰ, ਉੱਥੇ ਰਹਿਣਾ ਸਹਿਣਾ, ਆਣਾ ਜਾਣਾ, ਔਰ ਇੱਥੇ ਇੱਕਦਮ ਨਿਊ ਕਲਚਰ ਅਡੈਪਟ ਕਰਨਾ, ਬਿਕੋਜ਼ ਭਾਵੇਂ ਆਉਂਦੇ ਜਾਂਦੇ ਰਹੋ, ਬਟ ਉਹ ਚੀਜ਼ਾਂ ਡਿਫਰੈਂਟ ਰਹਿੰਦੀਆਂ। ਘੁੰਮਣਾ ਔਰ ਰਹਿਣਾ, ਇਹਦੇ 'ਚ ਬਹੁਤ ਫਰਕ ਹੁੰਦਾ ਹੈ। ਤੇ ਇਹ ਆਸ-ਪਾਸ ਦੀ ਐਕਸਪਲੋਰ ਕਰਦੇ ਹੋ, ਜਿੱਦਾਂ ਤੁਹਾਡੇ ਫਾਦਰ ਨੇ ਵੀ ਕਿਹਾ ਤੁਹਾਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਨਾ, ਵੀਕਐਂਡ ਪਾਰਟੀਜ਼ ਦਾ, ਫਿਰ ਇੱਥੇ ਤਾਂ ਉਹ ਆਣਾ ਜਾਣਾ ਬਹੁਤ ਔਖਾ ਹੈ। तो बहुत पहला तो वो तो लवली, बट पहले कुछ महीने मेरे लिए भी बहुत औखे सी, लाइक इन द बिगिनिंग पहला महीना वाज फन, मेरे सिबलिंग्स सारे इत्थे सी, जदों चले गए दैन इट वाज रियल लाइफ कि हुण मैं देख रहा स्कूल है। फिर हौली हौली आई लव किड्स, बट मैनू ये लगा कि मैनू लोड़ है कि मैं इस सर्कल तो भी बाहर निकलो, ਤੇ ਮੈਨੂੰ ਲੱਗਦਾ ਕਿ ਹੁਣ ਮੈਂ ਉਹ ਬੈਲੈਂਸ ਲੱਭ ਲਿਆ, ਕਿਉਂਕਿ ਮੇਰੇ ਲਈ ਡਰਾਈਵਿੰਗ ਕਰਨਾ ਬਹੁਤ ਇੰਪੋਰਟੈਂਟ ਸੀਗਾ। ਮੈਨੂੰ ਮੇਰੀ ਇੰਡੀਪੈਂਡੈਂਸ ਚਾਹੀਦੀ ਹੈ ਕਿ ਜਦੋਂ ਮੈਂ ਡਰਾਈਵ ਕਰਨਾ ਮੈਂ ਆਪਣੀ ਕਾਰ ਚੱਕਾਂ, ਡਰਾਈਵ ਕਰ ਸਕਾਂ ਐਟਲੀਸਟ ਆਪਦੇ ਆਪ ਲਈ। ਸੋ ਦੇਰ ਆਰ ਫਿਊ ਕੰਪਰੋਮਾਈਜ਼ਸ ਜੋ ਤੁਹਾਨੂੰ ਕਰਨੇ ਪੈਂਦੇ ਇੰਡੀਆ ਵਿੱਚ ਸੇਫਟੀ ਲਈ। ਜਿਵੇਂ ਜਾਣਾ ਹੁੰਦਾ ਤਾਂ ਪਾਪਾ's ਲਾਈਕ ਕਿਸੇ ਨੂੰ ਨਾਲ ਲੈ ਕੇ ਜਾਓ, ਇਕੱਲੇ ਨਾ ਇੱਦਾਂ ਜਾਓ, ਤਾਂ ਉਹ ਕੁਝ ਚੀਜ਼ਾਂ ਹੈਗੀਆਂ। ਬਟ ਮੈਨੂੰ ਇਹ ਵੀ ਪਤਾ ਕਿ ਹਰ 3 ਮਹੀਨੇ ਬਾਅਦ ਮੈਂ ਕਿਤੇ ਘੁੰਮਣ ਵੀ ਜਾ ਸਕਦਾ, ਡਿਫਰੈਂਟ ਕੰਟਰੀ। ਜ਼ਰੂਰੀ ਨਹੀਂ ਹੈ ਹੋਮ ਬੇਸ ਤੁਹਾਡਾ। ਅੱਛਾ ਐਗਰੀਮੈਂਟ ਹੈ ਕਿ 3 ਮਹੀਨੇ ਬਾਅਦ ਮੇਰਾ ਵੀਜ਼ਾ ਮੈਨੂੰ ਕਹਿੰਦਾ ਕਿ ਤੁਸੀਂ 90 ਡੇਜ਼ ਬਾਅਦ ਕੰਟਰੀ ਐਗਜ਼ਿਟ ਕਰਨਾ ਇੰਡੀਆ ਦਾ, ਤੇ 90 ਡੇਜ਼ ਬਾਅਦ ਮੈਨੂੰ ਜਾਣਾ ਹੁੰਦਾ। ਤੇ ਪਾਪਾ ਨੇ ਬੋਲਿਆ ਕਿ ਓਕੇ ਮੈਂ ਭੇਜੂੰਗਾ ਕਿ ਯੂ ਨੋ। ਸੋ ਆਈ ਥਿੰਕ ਬਟ ਇੱਕ ਬੈਲੈਂਸ ਹੋਣਾ ਵੀ ਇੰਪੋਰਟੈਂਟ ਹੈ ਤੁਹਾਡੇ ਲਈ। being 21 you need that। ਮੈਂ ਨਹੀਂ, ਜੇ ਕੋਈ ਬੱਚਾ ਆ ਰਿਹਾ ਏਜ ਉਦਾਂ ਦੀ ਹੈ ਨਾ, ਇੱਕ ਏਜ ਉਦਾਂ ਦੀ ਹੈ। ਹੁਣ ਮੈਂ ਜੇ ਕਿਸੇ ਬੱਚਾ, ਮੇਰੀ ਫਰੈਂਡ ਕੋਈ ਆਸਟ੍ਰੇਲੀਆ 'ਚ ਆ, ਉਹ ਬੋਲ ਰਹੀ ਹੈ ਕਿ ਮੈਂ ਵਾਪਸ ਆਣਾ, ਤੇ ਉਹਦੀ ਫੈਮਿਲੀ ਉਹਨੂੰ ਕਹੇਗੀ ਕਿ ਤੁਸੀਂ ਪੂਰਾ ਇੱਥੇ ਹੀ ਰਹਿਣਾ, ਕਿਤੇ ਨਹੀਂ ਨਿਕਲਣਾ। ਸ਼ੀ ਕਾਂਟ ਡੂ ਇਟ, ਕੋਈ ਇਹ ਕਰ ਨਹੀਂ ਸਕਦਾ। ਇਹ ਪੇਰੈਂਟਸ ਨੂੰ ਵੀ ਸਮਝਣਾ ਪਏਗਾ ਕਿ ਫਲੈਕਸੀਬਲ ਹੋਣਾ। ਇੰਡੀਪੈਂਡੈਂਸ ਜਿਹੜਾ ਸਮਾਂ ਹੈ ਨਾ, ਇਹ ਔਰਤਾਂ ਦਾ ਸਮਾਂ ਹੈ। ਇਹ ਸਦੀ
ਪੰਜਾਬੀ ਕੁੜੀਆਂ ਦੀ ਸਦੀ ਹੈ। ਜਿਵੇਂ ਪਹਿਲਾਂ ਅਸੀਂ ਕਹਿੰਦੇ ਸੀ ਕਿ ਵੀ ਔਰਤ ਜਿਹੜੀ ਗੁਲਾਮ ਹੈ, ਹੁਣ ਮੇਰਾ ਖਿਆਲ ਮਰਦ ਗੁਲਾਮ ਹੋਣ ਵਾਲੇ। ਇੱਥੇ ਦੇਖ ਲਓ ਤੇ ਨੌਤਾ ਬਿਲਕੁਲ। ਤੇ ਮੈਂ ਇਹ ਆਮ ਇਹ ਕਹਿੰਦਾ ਹੁੰਦਾ, ਜਿਵੇਂ ਉਹ ਇੱਕ ਜੱਟ ਦੇ ਖੇਤ ਚੋਂ ਨਾ ਇੱਕ ਸਿਹਾ ਲੰਘ ਗਿਆ ਤੇ ਉਹ ਨਾ ਜੁੱਤੀ ਲੈ ਕੇ ਸਿਹ ਮਗਰ ਭੱਜਿਆ ਫਿਰਿਆ। ਇੱਕ ਬੰਦਾ ਕਹਿੰਦਾ ਯਾਰ ਇਹ ਸਿਹਾ ਹੈ, ਲੈ ਵੀ ਤੂੰ ਸਿਹੇ ਨੇ ਨਾਲ ਕਿ ਤੇਰੀ ਕਿਹੜਾ ਫਸਲ ਮਰ ਜਾਣੀ। ਉਹ ਕਹਿੰਦਾ ਗੱਲ ਸਿਹੇ ਦੀ ਨਹੀਂ, ਗੱਲ ਪੇਹੇ ਦੀ ਹੈ। ਇਹ ਇੱਕ ਪੇਹੀ ਬਣਾ ਰਹੇ ਆ, ਡੇਲੀ ਪੋਸਟ ਪੰਜਾਬੀ, ਅਵੰਤਿਕਾ, ਹੋਰ ਬਹੁਤ ਸਾਰੇ ਬੰਦੇ ਜਿਹੜੇ ਇੱਕ ਪੇਹੀ ਬਣਾ ਰਹੇ ਆ। ਇਹਦੇ ਤੇ ਕਿਸੇ ਨਾ ਕਿਸੇ ਦਿਨ ਵੱਟ ਜ਼ਰੂਰ ਬਣੂਗੀ। ਅਸੀਂ ਅੱਜ ਹਲਕੀਆਂ ਹਲਕੀਆਂ ਕੋਸ਼ਿਸ਼ਾਂ ਸਿਹੇ ਵਾਂਗੂ ਕਰ ਰਹੇ ਹਾਂ, ਭਾਵੇਂ ਇਹਦਾ ਅਸਰ ਹੋਵੇ ਚਾਹੇ ਨਾ ਹੋਵੇ। ਜਿਵੇਂ ਕਹਿੰਦੇ ਜੰਗਲ ਨੂੰ ਅੱਗ ਲੱਗੀ ਹੈ ਤੇ ਇੱਕ ਚਿੜੀ ਮੂੰਹ 'ਚ ਪਾਣੀ ਪਾ ਕੇ ਤੇ ਉਹਨੂੰ ਬੁਝਾਉਣ ਲੱਗੀ ਵੀ ਹੈ। ਅਵੰਤਿਕਾ ਇੱਕ ਚਿੜੀ ਹੈ, ਮੈਂ ਇੱਕ ਚਿੜੀ ਹਾਂ। ਅਸੀਂ ਜੰਗਲ ਦੀ ਅੱਗ ਨਹੀਂ ਬੁਝਾ ਸਕਦੇ ਪੰਜਾਬ ਦੇ ਵਿੱਚੋਂ, ਬਿਲਕੁਲ। ਪਰ ਸਾਨੂੰ ਇਸ ਗੱਲ ਦਾ ਅਫਸੋਸ ਨਹੀਂਗਾ। ਸਾਨੂੰ ਇਸ ਗੱਲ ਦੀ ਲੈ ਵੀ ਲੋਕ ਜਿਵੇਂ ਕਹਿੰਦੇ ਨਾ, ਜੰਗਲ ਜਦੋਂ ਬਲਦਾ ਸੀ ਤੇ ਮੈਂ ਪਾਣੀ ਨਹੀਂ ਪਾਇਆ, ਤੇ ਹੁਣ ਜੰਗਲ ਦੀ ਅੱਗ ਬੁਝਣ ਵਾਲੀ ਹੈ। ਸਾਰਾ ਕੁਝ ਬਹੁਤ ਪੋਜ਼ਿਟਿਵ ਹੋ ਰਿਹਾ ਤੇ ਪੇਹਾ ਨਵਾਂ ਬਣ ਰਿਹਾ ਰਿਵਰਸ ਮਾਈਗ੍ਰੇਸ਼ਨ ਦਾ। ਔਰ ਇਹ ਕੋਈ ਨਵਾਂ ਕਨਸੈਪਟ ਨਹੀਂ ਆਪਾਂ ਕਵਾਂਗੇ, ਇਹ ਜਸਟ ਹੈ ਕਿ ਇਹ ਹੁਣ ਸੋਸ਼ਲ ਮੀਡੀਆ ਤੇ ਆਣਾ ਹੁਣ ਸ਼ੁਰੂ ਹੋਇਆ ਹੈ। ਮੇਰੇ ਨੋਨ ਦੇ ਵਿੱਚ ਕਿੰਨੇ ਲੋਕ ਹੈ ਜੋ ਅੱਜ ਤੋਂ 4-5 ਸਾਲ ਪਹਿਲੇ ਉੱਥੇ ਰਹਿ ਕੇ ਵਾਪਸ ਆ ਚੁੱਕੇ ਆ, ਬਟ ਤੁਹਾਡੇ ਵਰਗੇ ਲੋਕ ਹੈ ਜੋ ਅਵੇਅਰਨੈਸ ਕ੍ਰੀਏਟ ਕਰ ਰਹੇ ਕਿ ਇਦਾਂ ਹੋ ਰਿਹਾ ਹੈ। ਇਹਦੇ ਤੋਂ ਡਰਨ ਦੀ ਲੋੜ ਨਹੀਂ। ਇਹ ਨਹੀਂ ਕਿ ਵਿਦੇਸ਼ ਜਾਣਾ ਮਾੜਾ ਹੈ, ਇਹ ਨਹੀਂ ਕਿ ਵਿਦੇਸ਼ ਨਾ ਜਾਓ, ਬਟ ਉਹ ਤੋਂ ਸਿੱਖ ਕੇ ਐਟ ਦੀ ਐਂਡ ਆਫ ਦ ਡੇ। ਬਿਲਕੁਲ ਬਿਲਕੁਲ। ਜਿਵੇਂ ਪਹਿਲਾਂ ਹੁੰਦਾ ਸੀ, ਪਹਿਲਾਂ ਲੋਕ ਕਮਾਉਣ ਵਾਸਤੇ ਜਾਂਦੇ ਸੀ, ਵਾਪਸ ਆ ਜਾਂਦੇ ਸੀ। ਹੁਣ ਅਸੀਂ ਵੀ ਸੋਚ ਰਹੇ ਹਾਂ ਵੀ ਇੱਥੇ ਕੋਈ NRI ਜਿਹੜੇ ਬੰਦੇ ਬਾਹਰੋਂ ਆਏ ਇਕੱਠੇ ਕਰੀਏ, ਲੋਕਾਂ ਨੂੰ ਦਿਖਾਈਏ ਵੀ ਅਸੀਂ ਇਕੱਲੇ ਨਹੀਂ, ਕਾਫਲਾ ਹੈ। ਕਾਫਲਾ ਹੈ, ਬਹੁਤ ਲੋਕ ਹੈ। ਇਕੱਲੇ ਬੰਦੇ ਤੋਂ ਅਸੀਂ ਗਾਲਾਂ ਕੱਢ ਸਕਦੇ ਹਾਂ ਤੇ ਪਰ ਨੰਬਰ 1 ਨੰਬਰ 2 ਤੇ ਮੈਂ ਇਹ ਕਹਿੰਦਾ ਸਟੇਜਿਸ ਸਾਡੀਆਂ ਵੱਖਰੀਆਂ ਲੋਕਾਂ ਨਾਲੋਂ। ਜਿਹੜੇ ਬੱਚੇ ਬਾਹਰ ਗਏ ਆ, ਜਿਵੇਂ ਕੈਂਪ ਲੂਪਸ ਦੀਆਂ ਮੱਛੀਆਂ ਵਾਂਗੂ, ਉਹਨਾਂ ਨੇ ਸਮੁੰਦਰ ਦੇਖਣਾ ਚਾਹੀਦਾ ਉਹਨਾਂ ਨੂੰ, ਪਰ ਵਾਪਸ ਉਹਨਾਂ ਨੇ ਇੱਥੇ ਆਉਣਾ। ਇਸ ਕਰਕੇ ਇੱਥੋਂ ਨੂੰ ਨਾ ਛੱਡੋ। ਤੇ ਮੈਂ ਵੀ ਕਹਿਣਾ ਚਾਹੂੰ ਉਹਨਾਂ ਬੱਚਿਆਂ ਨੂੰ ਕਿ ਜੇ ਤੁਸੀਂ ਆਪਣਾ ਐਟਮੋਸਫੇਅਰ ਉਹਦਾ ਕ੍ਰੀਏਟ ਕਰ ਲਓ। ਮੈਂ ਹੁਣ ਇੱਥੇ ਇੰਨੀ ਦੇਰ ਰੁਕ ਰਿਹਾ ਇਸ ਕਰਕੇ ਕਿਉਂਕਿ ਮੈਂ ਜਿਵੇਂ ਨੂੰ ਮੇਰਾ ਮਨ ਕਰ ਰਿਹਾ ਮੈਂ ਵਾਫਲਸ ਖਾਵਾਂ, ਪੈਨਕੇਕ ਖਾਵਾਂ। ਮੈਨੂੰ ਪਤਾ ਇੱਥੇ ਮੈਂ ਜਾ ਕੇ ਖਾ ਸਕਦਾ ਕਿਉਂਕਿ ਹੁਣ ਇੰਡੀਆ ਇੰਨਾ ਡਿਵੈਲਪਡ ਹੋ ਚੁੱਕਾ ਹੈ ਕਿ ਮੰਨ ਲਓ ਹਰ ਇੱਕ ਚੀਜ਼ ਹੈ ਇੱਥੇ। ਆਈ ਥਿੰਕ ਇੰਡੀਆ ਇਜ਼ ਇਵਨ ਬੈਟਰ ਦੈਨ ਟਿਮ ਹਾਰਟਨਸ ਦੀ ਕਾਫੀ ਦੀ ਪਹਿਲੇ ਕਿੰਨੀ ਉਹ ਹੁੰਦੀ ਸੀ ਕਿ ਫੋਟੋ ਖਿੱਚ ਕੇ ਫੁੱਟ ਟਿਮ ਹਾਰਟਨਸ ਦੀ ਕਾਫੀ ਦੀ ਪਾਣੀ ਹੈ ਨਾ। ਉਹ ਤੁਸੀਂ ਲੁਧਿਆਣੇ ਚ ਜਾਓ, ਤੁਹਾਡੇ ਕੋਲ 3 ਜਗ੍ਹਾ ਤੇ ਡਰਾਈਵ ਥਰੂ, ਨਿਊਜ਼ੀਲੈਂਡ ਦਾ ਡਰਾਈਵ ਥਰੂ ਵੀ ਨਹੀਂ ਹੈਗੇ ਸਟਾਰਬਕਸ ਦੇ। ਆਈ ਰੀਲੀ ਅਪਰੀਸ਼ੀਏਟ ਇਟ। ਤਾਂ ਮੈਨੂੰ ਲੱਗਦਾ ਕਿ ਇੰਡੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਤੇ ਇਹਨਾਂ ਹੁਣ ਹੈ ਨਾ, ਇਹ ਚੰਡੀਗੜ੍ਹ ਸੀ, ਇਹਨੂੰ ਵੀ ਅਸੀਂ ਕਿਹਾ ਮਹੀਨਾ 2 ਮਹੀਨਾ ਆਪਦੀ ਧਰਤੀ ਨੂੰ ਕੁਛ ਦੇ। ਬਾਹਰ ਜਾਣਾ ਚਾਹੁੰਦੇ ਲੋਕ ਜਾਣ, ਪਰ ਆਪਣੀ ਧਰਤੀ ਨੂੰ ਕੁਛ ਨਾ ਕੁਛ ਜ਼ਰੂਰ ਦੇਣ। ਇਹਨਾਂ ਤੁਸੀਂ ਕਦੋਂ ਇੱਥੇ ਆਏ ਔਰ ਕੀ ਮੋਟਿਵ ਰਿਹਾ ਇੱਥੇ ਆਉਣ ਦਾ? ਮਤਲਬ ਕਿਵੇਂ ਆਪਣੀ ਜੌਬ ਵਗੈਰਾ ਸਭ ਸਕਿਪ ਕਰਕੇ ਤੁਸੀਂ ਇੱਥੇ ਆਏ ਹੋ? Actually, first of all, thank you so much, Jitinder sir and Daily Post Punjabi for inviting me, for giving me opportunity, ਮੈਨੂੰ ਬੋਲਣ ਦਾ ਮੌਕਾ ਦਿੱਤਾ। Actually 7-8 ਸਾਲ ਤੋਂ ਮੈਂ ਬਾਹਰ ਹੀ ਰਹੀ ਹਾਂ, ਆਪਣੇ ਪੇਰੈਂਟਸ ਤੋਂ ਬਾਹਰ, ਟੂ ਡਿਵੈਲਪ ਮਾਈਸੈਲਫ, ਆਪਦੇ ਆਪ ਨੂੰ ਡਿਵੈਲਪ ਕਰਨ ਵਾਸਤੇ। ਆਈ ਵਾਜ਼ ਆਲਸੋ, ਮੈਂ ਪਹਿਲਾਂ ਇੱਥੇ ਵੀ ਪੜ੍ਹਾਇਆ ਹੋਇਆ ਸਰ ਦੇ ਸਕੂਲ ਦੇ ਵਿੱਚ। ਹੌਲੀ ਹੌਲੀ ਫਿਰ ਮੈਂ ਆਪਦੇ ਆਪ ਨੂੰ ਡਿਵੈਲਪ ਕੀਤਾ, ਦੁਨੀਆ ਵੇਖੀ। ਐਂਡ ਆਈ ਥਿੰਕ ਹੁਣ ਪੇਰੈਂਟਸ ਨੂੰ ਵੀ ਟਾਈਮ ਦੇਣਾ ਚਾਹੀਦਾ, ਆਪਣੇ ਪਿੰਡ ਨੂੰ ਵੀ ਟਾਈਮ ਦੇਣਾ ਚਾਹੀਦਾ। ਸੋ ਮੈਂ ਇੱਕ ਵਾਰੀ ਜੌਬ ਸਕਿਪ ਕਰਕੇ ਤੇ ਆਈ ਵਾਂਟ ਕਿ ਆਈ ਸ਼ੁੱਡ ਡਿਵੈਲਪ in my own place also। ਜੋ ਸਿੱਖਿਆ ਉੱਥੇ ਵੀ ਆ ਕੇ ਮੋੜਨਾ ਜ਼ਰੂਰ ਹੈ। ਜਾਣ ਤੋਂ ਪਹਿਲਾਂ ਇਹ ਕਹਿੰਦੀ ਬਾਹਰ ਜਾਣਾ, ਮੈਂ ਕਿਹਾ ਬਾਹਰ ਤੋਂ ਪਹਿਲਾਂ ਸਾਡਾ ਸਾਨੂੰ ਵਾਪਸ ਦੇ ਜਾ। ਜਿਹੜੀ ਰੋਟੀ ਅਸੀਂ ਖਵਾਈਏ ਪਿੰਡ ਨੇ, ਉਹਨੂੰ ਪਿੰਡ ਥੋੜਾ ਮੋਟਾ ਹੈ। ਇਹ ਹੁਣ ਕਰ ਰਹੀ ਹੈ, ਲੜਕਿਆਂ ਨੂੰ ਇਕੱਠੇ ਕਰਕੇ ਇੰਪਾਵਰਮੈਂਟ। ਜੂਨ ਦੀ ਛੁੱਟੀਆਂ ਦੇ ਵਿੱਚ ਜਿੰਨੀ ਦੇਰ ਇੱਥੇ ਹੈ ਲਵੀ ਇੱਕ ਗਰੁੱਪ ਬਣਾ ਰਹੀ, ਕਿਉਂਕਿ ਸਾਡਾ ਪਿੰਡ ਛੋਟਾ ਜਿਹਾ ਗਰੁੱਪ ਪਿੰਡ ਹੈ। ਸੋ ਸਾਰੀ ਲੇਡੀਜ਼ ਸਰ ਹੋ ਗਏ। ਮੈਂ ਆਈ ਐਕਸੈਪਟ ਕਿ ਸਾਰੇ ਮੇਰੇ ਵਾਸਤੇ ਗੁਰੂ ਹੈ ਇੱਥੇ। ਇਫ ਆਈ ਵਿਲ ਗਿਵ them they will also give something। ਕੀ ਸਿਖਾ ਰਹੇ ਹੋ ਉਹਨਾਂ ਨੂੰ? Women's ਵਾਸਤੇ for the gymming purpose, because I'm knowledgeable in gymming। ਮੈਂ 40 kgs weight reduce ਕੀਤਾ ਸੀ। I've gained again। ਮੰਮਾ ਨੇ ਪਰੌਂਠੇ ਕਾਫੀ ਖਵਾਏ ਵਾਪਸ and means I want to give them knowledge at the free of cost। I want to give them the diet plans ਕਿ ਕਿਵੇਂ weight reduce ਹੁੰਦਾ। ਕੁਝ ਚੀਜ਼ਾਂ ਜਿਹੜੀਆਂ ਕਿ ਆਪਣੇ ਇੱਥੇ ਪਿੰਡ ਦੇ ਵਿੱਚ ਨਹੀਂ ਪਤਾ ਹੈ ਨਾ, ਵੀ I want to tell them ਕਿ ਹਾਂ ਕੀ ਚੀਜ਼ਾਂ ਵੀ ਹੈ ਤੇ ਲਾਈਫ 'ਚ ਆਪਾਂ ਕਿਵੇਂ ਅੱਗੇ ਵੱਧ ਸਕਦੇ ਹਾਂ। ਅੱਜ ਵੂਮਨ ਚਾਹੁੰਦੀ ਹੈ ਮੇਰੇ ਅੰਦਰ ਜੋ ਕੁਝ ਹੈਗਾ ਉਹ ਪਤੀ ਤੇ ਡਿਪੈਂਡੈਂਟ ਨਾ ਹੋਵੇ, ਬੱਚੇ ਤੇ ਡਿਪੈਂਡੈਂਟ ਨਾ ਹੋਵੇ, ਤੇ ਮੈਂ ਇਹਨੂੰ ਐਪਰੀਸ਼ੀਏਟ ਕਰਦਾ। ਸੋ ਐਵਰੀ ਵੂਮਨ ਸ਼ੁੱਡ ਬੀ ਸੈਲਫ ਡਿਪੈਂਡੈਂਟ ਫਾਈਨੈਂਸ਼ੀਅਲੀ ਇਨ ਐਵਰੀ ਕੇਸ। ਮਤਲਬ ਸਭ ਕੁਝ ਹੈ ਉਹਨਾਂ ਦੇ ਵਿੱਚ, ਬਟ ਦੇ ਆਰ ਨਾਟ ਟੇਕਿੰਗ ਦੈਟ ਥਿੰਗ ਆਊਟ। everybody from the small child ਤੋਂ ਲੈ ਕੇ even ਕਿ till the higher age
ਸਭ ਕੁਝ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੁੰਦਾ ਬਦਲ ਰਿਹਾ ਵਕਤ ਬਟ ਉਹ ਬਾਹਰ ਨਹੀਂ ਕੱਢਦੇ ਉਹਨੂੰ ਬਾਹਰ ਹਾਂ ਕਢਾਣਾ ਪੈਂਦਾ ਪੁਸ਼ ਕਰਨਾ ਪੈਂਦਾ ਪੁਸ਼ ਟਾਈਮ ਕਰਨਾ ਕਿ ਉਹਨਾਂ ਨੂੰ ਪੈਂਦਾ ਓਪਰਚੁਨਿਟੀਜ਼ ਦੇ ਅਗਰ ਆਪਾਂ ਇੱਕ ਮੌਕਾ ਦਵਾਂਗੇ ਤਾਂ ਡੈਫੀਨਿਟਲੀ ਕੋਈ ਨਾ ਕੋਈ ਐਕਸਟਰਾ ਚੀਜ਼ ਉਹ ਜ਼ਰੂਰ ਆਪਦੇ ਚੋਂ ਹੈ ਨਾ ਬਾਹਰ ਕੱਢਣਗੇ ਐਂਡ ਡੈਫੀਨਿਟਲੀ ਆਈ ਬਿਲੀਵ ਕਿ ਕੁਛ ਨਾ ਕੁਛ ਉਹਨਾਂ ਦੇ ਵਿੱਚ ਜ਼ਰੂਰ ਹੁੰਦਾ ਹਰੇਕ ਇਨਸਾਨ ਦੇ ਵਿੱਚ ਹੁੰਦਾ ਪਰ ਰਿਵਰਸ ਮਾਈਗ੍ਰੇਸ਼ਨ ਕਰਨੀ ਹੈ ਇਹ ਮੇਰੇ ਨਾਲ ਵਾਅਦਾ ਕਰ ਹੁਣ ਅਵੰਤਿਕਾ ਦਿਲ ਲੱਗਿਆ ਹੋਇਆ ਤੁਹਾਡਾ ਮੇਰਾ ਬਹੁਤ ਜ਼ਿਆਦਾ ਦਿਲ ਲੱਗਾ ਹੋਇਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਮੈਂ ਇਹਨਾਂ ਬੱਚਿਆਂ ਨਾਲ ਜਾ ਕੇ ਆਈ ਸਪੀਕ ਇਨ ਮਾਓਰੀਜ਼ ਨਿਊਜ਼ੀਲੈਂਡ ਲੈਂਗੁਏਜ ਜਾਂ ਮੈਨੂੰ ਉਹਨਾਂ ਨੂੰ ਕਲਚਰ ਸ਼ੇਅਰ ਕਰਨਾ ਜਾਂ ਹੋਰ ਨਵੀਂ ਚੀਜ਼ਾਂ ਸਾਡੇ ਕੋਲ ਬਹੁਤ ਫੋਰਨਰਸ ਵੀ ਆਉਂਦੇ ਆ ਡਿਫਰੈਂਟ ਕੰਟਰੀਜ਼ ਤੋਂ ਕੋਈ ਇਟਲੀ ਤੋਂ ਆ ਗਿਆ ਕੋਈ ਸਪੇਨ ਤੋਂ ਆ ਗਿਆ ਸੋ ਇਟਸ ਅ ਗੁੱਡ ਕਲਚਰਲ ਹੱਬ ਜਿਹਦੇ ਵਿੱਚ ਅਸੀਂ ਬੈਠ ਕੇ ਬੱਚਿਆਂ ਨਾਲ ਗੱਲਾਂ ਕਰਦੇ ਆ ਉਹਨਾਂ ਨੂੰ ਹੋਰ ਨਵੀਆਂ ਚੀਜ਼ਾਂ ਸਿਖਾਉਂਦੇ ਆ ਐਂਡ ਆਈ ਟਰਾਈ ਕਿ ਜਿਵੇਂ ਅਸੀਂ 5th estate ਦੀ ਗੱਲ ਕਰ ਰਹੇ ਸੀਗੇ ਤਾਂ ਕਿ ਉਹਨਾਂ ਨੂੰ ਇੰਨੀ ਅਵੇਅਰਨੈਸ ਦੋ ਕਿ ਇਹ ਚੀਜ਼ਾਂ ਹੋ ਰਹੀਆਂ ਸੋ ਇਟਸ ਪ੍ਰੀਟੀ ਗੁੱਡ ਆਈ ਲਵ ਇਟ ਵਾਪਸ ਤਾਂ ਨਹੀਂ ਜਾਓਗੇ ਨਾ ਹੁਣ ਤਾਂ ਮੈਂ ਇੱਥੇ ਹੀ ਹਾਂ ਮੇਰਾ ਹੋਮ ਬੇਸ ਇੰਡੀਆ ਹੀ ਹੈ ਮੈਨੂੰ ਲੱਗਦਾ ਦਿਲੋਂ ਮੈਂ ਇੰਡੀਅਨ ਹੀ ਹਾਂ ਮੈਂ ਦਿਲੋਂ ਇੰਡੀਅਨ ਹੀ ਹਾਂ both are deciding to give a good platform to everybody me and Avantika and so that we can ਅਸੀਂ ਅੱਗੇ ਵਧਾਈਏ ਹਰੇਕ ਚੀਜ਼ ਮੈਨੂੰ ਲੱਗਦਾ ਕਿ ਟਰੈਵਲ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਮੈਂ ਹਲੇ ਵੀ ਮੈਨੂੰ ਕੋਈ ਕੁਐਸਚਨ ਕਰ ਸਕਦੇ ਆ ਕਿ ਤੁਸੀਂ ਤਾਂ ਨਿਊਜ਼ੀਲੈਂਡ ਚਲੇ ਗਏ ਬਟ ਘੁੰਮਣਾ ਫਿਰਨਾ ਕੋਈ ਮਾੜੀ ਗੱਲ ਨਹੀਂ ਹੈ ਬਟ ਵਾਪਸ ਇੱਥੇ ਆਣਾ ਇਸ ਜੋ ਜਿਵੇਂ ਸਿੱਖਿਆ ਦੇਣਾ ਹਫਤਾ ਪੰਜਾਬ ਇਟਲੀ ਲਾਇਆ ਇਹ ਹਫਤਾ ਇਹਨੂੰ ਕਿਉਂਕਿ ਇਹਨੂੰ ਘੁਮਾਉਣਾ ਹੀ ਪੈਣਾ ਫਿਰ ਹੀ ਬੱਚਿਆਂ ਨੂੰ ਇੰਡੀਪੈਂਡੈਂਸ ਦੇਣੀ ਪੈਂਦੀ ਜੇ ਤੁਸੀਂ ਬੱਚਿਆਂ ਨੂੰ ਨਿਊਜ਼ ਇੰਡੀਆ ਪੰਜਾਬ ਵਾਪਸ ਲਿਆਉਣਾ ਹੈ ਤੇ ਤੁਹਾਡੇ ਕੋਲ ਟਿਮ ਹਾਰਟਨ ਵੀ ਚਾਹੀਦੇ ਤੁਹਾਡੇ ਕੋਲ ਸਾਰਾ ਸਿਸਟਮ ਹੋ ਚਾਹੀਦਾ ਪਾਪਾ ਨੇ ਹੁਣ ਮੈਂ ਤੁਹਾਨੂੰ ਇੰਟਰਰਪਟ ਕੀਤਾ ਬਟ ਪਾਪਾ ਨੇ ਮੇਰੇ ਲਈ ਇੱਕ ਪੋਇਮ ਲਿਖੀ ਸੀ ਜਦੋਂ ਮੈਂ 15 ਸਾਲਾਂ ਦੀ ਸੀ ਆਲ੍ਹਣੇ ਦੇ ਬੋਟ ਮੇਰੇ ਅੱਖਾਂ ਖੋਲ ਪੜ੍ਹ ਨਾ ਤੋਲ ਉੱਠ ਸਫ਼ਰ ਦਾ ਆਗਾਜ਼ ਕਰ ਆਲ੍ਹਣੇ ਦੇ ਬੋਟ ਮੇਰੇ ਅੱਖਾਂ ਸਫ਼ਰ ਖੋਲ ਦਾ ਆਗਾਜ਼ ਕਰ ਮਤਲਬ ਤੂੰ ਆਪਦਾ ਜੋ ਸਾਰੀ ਜ਼ਮੀਨ ਤੇਰੀ ਸਾਰਾ ਛੋਟੇ ਬੱਚੇ ਜਿਹੜੇ ਹੈ ਦੇਖੋ ਅੰਬ ਦਾ ਜਿਹੜਾ ਰੁੱਖ ਹੈ ਅੰਬ ਦਾ ਜਿਹੜਾ ਬੂਟਾ ਹੈ ਉਹਦੇ ਅੰਬ ਜਿਹੜੇ ਦੂਰ ਜਾਂਦੇ ਆ ਉਨਾ ਹੀ ਵਿਕਾਸ ਹੁੰਦਾ ਉਹੀ ਉਨੇ ਜ਼ਿਆਦਾ ਚਾਂਸਸ ਹੁੰਦੇ ਆ ਅੰਬ ਦੇ ਰੁੱਖ ਥੱਲੇ ਕਦੀ ਅੰਬ ਦਾ ਰੁੱਖ ਨਹੀਂ ਹੁੰਦਾ ਬੱਚਿਆਂ ਨੂੰ ਬਾਹਰ ਜਾ ਕੇ ਸਿੱਖਣ ਦੀ ਜ਼ਰੂਰਤ ਹੈ ਵਾਪਸ ਫਿਰ ਉੱਥੇ ਹੋਣਾ ਤੁਹਾਡੇ ਸਵਾਲ ਬਹੁਤ ਰਹੇ ਤੁਸੀਂ ਸਿੱਖ ਲਓ ਪੁੱਛ ਲਓ ਬਟ ਇਹ ਗੱਲ ਕਿ ਜੇ ਬੱਚੇ ਬਾਹਰ ਜਾ ਰਹੇ ਆ ਬਹੁਤ ਵਧੀਆ ਗੱਲ ਆ ਬਾਹਰ ਜਾ ਰਹੇ ਆ ਨਵੀਂ ਚੀਜ਼ਾਂ ਸਿੱਖ ਰਹੇ ਆ ਆਪਾਂ ਵੈਸੇ ਵੀ ਪੜ੍ਹਨ ਜਾਂਦੇ ਆ ਬੀਜ ਹਮੇਸ਼ਾ ਦੂਰ ਹੁੰਦੇ ਆ ਫਾਲਤੂ ਬਟ ਰਿਵਰਸ ਮਾਈਗ੍ਰੇਸ਼ਨ ਵਿਜ਼ਨ ਕੀ ਹੈ ਹੁਣ ਇੱਥੇ ਦੇ ਲੈ ਕੇ ਸਕੂਲ ਨੂੰ ਲੈ ਕੇ ਪਿੰਡ ਨੂੰ ਲੈ ਕੇ ਪਿੰਡ ਦੇ ਵਿੱਚ ਕੀ ਚੇਂਜਸ ਲੈਣਾ ਚਾਹੁੰਦੇ ਹੋ ਡੈਫੀਨਿਟਲੀ ਮੇਰੀ ਵਿਜ਼ਨ ਹੈ ਕਿ ਅਸੀਂ ਹੋਰ ਓਪਰਚੁਨਿਟੀਜ਼ ਕਰੀਏ ਸਕਿੱਲਸ ਤੇ ਵਰਕ ਕਰ ਰਹੇ ਹਾਂ ਅਸੀਂ ਆਈਟੀ ਤੇ ਵਰਕ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਹੁਣ ਜੋ ਸਕਿੱਲਸ ਦੇ ਵਿੱਚ ਹੈ ਪਲੰਬਿੰਗ ਵੈਲਡਿੰਗ ਜਿੰਨਾ ਐਕਸਪੋਜ਼ਰ ਬੱਚਿਆਂ ਦੇ ਸਕਦੇ ਆ ਫਾਰਮਰਸ ਮਾਰਕੀਟ ਤੇ ਅਸੀਂ ਹੁਣ ਕੰਮ ਕਰ ਰਹੇ ਹਾਂ ਜੋ ਕਿ ਬਿਜ਼ਨਸ ਬਲਾਸਟਰਸ CMV ਕਰ ਰਹੇ ਆਪਣੇ ਪੰਜਾਬ ਦੇ ਸੋ ਵੀ ਵਾਂਟ ਕਿ ਬੱਚਿਆਂ ਨੂੰ ਪੂਰਾ ਜਿੰਨਾ ਐਕਸਪੋਜ਼ਰ ਮਿਲ ਜੇ ਜੋ ਵੀ ਸਾਡੇ ਨਵੇਂ ਆਈਡੀਆਜ਼ ਆ ਰਹੇ ਅਸੀਂ ਸਭ ਅਪਲਾਈ ਕਰ ਰਹੇ ਹਾਂ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਹੋਰ ਲੋਕ ਵੀ ਸਾਡੇ ਨਾਲ ਜੁੜੋ ਅਸੀਂ ਜਿਵੇਂ ਦੇ ਮੇਰੇ ਵਰਗੇ ਹੋਰ ਬੱਚੇ ਜੋ ਪੰਜਾਬ ਲਈ we grow together yeah we grow together definitely and I want ਕਿ ਜੋ ਮੈਨੂੰ I learned in Australia I learned in New Zealand ਉਹ ਇੱਥੇ ਹੋਵੇ because again ਜਸਮਰਨ ਵਾਂਗੂ there's no difference between India ਤੇ ਕੈਨੇਡਾ 'ਚ ਕੋਈ ਫਰਕ ਨਹੀਂ ਅੱਜ ਬਸ ਉੱਥੇ ਜੋ ਤੁਸੀਂ ਕੰਮ ਕਰਦੇ ਹੋ ਜੇ ਇੱਥੇ ਵੀ ਕਰ ਲੋਗੇ ਤਾਂ 15-16 ਸਾਲ ਦੀ ਉਮਰ 'ਚ ਬੱਚਾ 10,000 ਵੀ ਕਮਾਉਣ ਲੱਗ ਜਾਏ ਬਿਲਕੁਲ ਤਾਂ ਉਹ ਆਪਣੇ ਖਰਚੇ ਕੱਢ ਸਕਦਾ ਉਹ ਆਪਣੀ ਉਹਨਾਂ ਨੂੰ ਜੋ ਉਹਨਾਂ ਦੇ ਅੰਦਰ ਇਹ ਹੈ ਕਿ ਮੈਂ ਕਰਨਾ ਅਗਰ ਉਹਨਾਂ ਦੀ ਇੱਥੇ ਹੀ ਸ਼ੁਰੂ ਹੋ ਜਾਏਗੀ ਤਾਂ they will be more like settled and calm ਕਿ ਹੁਣ ਅੱਛਾ ਬਾਹਰ ਜਾਣਾ ਨਹੀਂ ਜਾਣਾ they can decide ਮੋਰਓਵਰ ਗਵਰਨਮੈਂਟ ਬਹੁਤ ਕੰਮ ਕਰ ਰਹੀ ਹੈ ਤੁਸੀਂ ਦੇਖੋ ਲਵੀ ਜਿਵੇਂ ਆਪਣੇ CM ਸਾਹਿਬ ਨੇ ਬਿਜ਼ਨਸ ਬਲਾਸਟਰ ਬਣਾਇਆ ਸਕਿੱਲ ਡਿਵੈਲਪਮੈਂਟ ਸਕਿੱਲ ਦੇ ਉੱਪਰ ਗਵਰਨਮੈਂਟ ਦਾ ਬਹੁਤ ਸ਼ੇਅਰ ਹੈ ਬਹੁਤ which is such a good thing because ਜਿਵੇਂ ਤੁਸੀਂ ਪੁੱਛਿਆ ਕੀ ਕਰਨਾ ਹੈ ਪੰਜਾਬ ਦੇ ਵਿੱਚ ਹਰ ਇੱਕ sorry it means everybody is having plant revolution you know green revolution is there ਸਭ ਕੁਝ ਹੈ ਇੱਥੇ just they need to ਥੋੜਾ ਜਿਹਾ ਪੁਸ਼ ਅਪ ਕਰਨ ਦੀ ਜ਼ਰੂਰਤ ਹੈ ਕਿ ਇਹਦੇ opportunities ਦਾ ਫਾਇਦਾ ਕਿਵੇਂ many opportunities ਹੈ ਬਹੁਤ ਪੰਜਾਬ ਇੱਕ ਐਵੇਂ ਦਾ ਆਪਣਾ ਏਰੀਆ ਹੈ ਕਿ ਜਿੱਥੇ ਹਰ ਇੱਕ ਚੀਜ਼ ਅਵੇਲੇਬਲ ਹੈ ਜਸਟ ਕਿ ਥੋੜੇ ਜਿਹੇ ਐਫਰਟਸ ਕਰਨ ਦੀ ਜ਼ਰੂਰਤ ਹੈ ਇਟ ਕੈਨ ਆਲਸੋ ਗਰੋ ਔਰ ਤੁਸੀਂ ਮੰਨੋਗੇ ਕਿ ਮੈਨੂੰ ਲੋਕਾਂ ਦੇ ਫੋਨ ਆ ਜਾਂਦੇ ਆ ਇੰਨੀਆਂ ਜੌਬ ਓਪਰਚੁਨਿਟੀਜ਼ ਹੈ ਬਿਲਕੁਲ ਹਾਂਜੀ ਤੇ ਸੋ ਮਨੀ ਵੇਕੈਂਸੀਜ਼ ਇੱਥੇ ਕੋਈ ਕੁੜੀ ਚਾਹੀਦੀ ਇੱਥੇ ਮੁੰਡਾ ਚਾਹੀਦਾ ਹੈ ਕੋਈ ਜਾਣਦਾ ਹੈ ਤਾਂ ਦੱਸਿਓ ਕੋਈ ਭੇਜ ਦਿਓ ਮਤਲਬ ਪੀਪਲ ਆਰ ਲੁਕਿੰਗ ਕਿਉਂ ਦੇਖ ਕਿ ਉਹਨਾਂ ਕੋਲ ਮੈਨ ਪਾਵਰ ਹੋਏ ਉਹਨਾਂ ਕੋਲ ਬੱਚੇ ਆਣ ਉਹਨਾਂ ਕੋਲ ਯੰਗਸਟਰਸ ਆਣ ਜੋ ਉਹਨਾਂ ਦੀ ਹੈਲਪ ਕਰ ਸਕਣ ਬਟ ਆਪਣੇ ਕੋਲ ਹੀ ਨਹੀਂ ਹੈ ਦੇਣ ਲਈ ਉਹਨਾਂ ਕੋਲ 6-7 ਸਾਲ ਪਹਿਲਾਂ ਜੇ ਕਿਸੇ ਨੇ ਮੈਡੀਸਿਨ ਕਰਨੀ ਸੀ ਡੈਂਟਿਸਟ ਬਣਨਾ ਸੀ ਕਿੰਨਾ ਕੰਪੀਟੀਸ਼ਨ ਹੁੰਦਾ ਸੀ ਹਰ ਕੋਈ ਨੀਟ ਕਰ ਰਿਹਾ ਸੀ ਹਰ ਕੋਈ ਕਿੰਨਾ ਜ਼ਿਆਦਾ ਕੰਪੀਟੀਸ਼ਨ ਸੀ ਸੀਟਸ ਨਹੀਂ ਸੀ ਮਿਲਦੀਆਂ
ਐਂਡ ਹੁਣ ਤੁਸੀਂ ਦੇਖੋ ਆਮ ਪ੍ਰੀਟੀ ਸ਼ੋਰ ਕਿ ਹੁਣ ਸੀਟਸ ਹੋਣਗੀਆਂ ਬੱਚੇ ਨਹੀਂ ਹੋਣਗੇ ਸੋ ਕਿੰਨਾ ਈਜ਼ੀ ਹੈ ਤੁਹਾਡੇ ਲਈ ਡਾਕਟਰ ਮੈਂ ਸਕੂਲ ਦੇ ਬੱਚਿਆਂ ਨਾਲ ਮੈਂ ਗੱਲ ਕਰਦਾ ਮੇਰੇ ਕੋਲ ਆਉਂਦੇ ਉਹਨਾਂ ਨੂੰ ਮੈਂ ਡਾਕੂਮੈਂਟਰੀ ਮੇਰੇ ਨਾਲ ਲੜਨ ਲੱਗੇ ਮੈਮ ਇਦਾਂ ਕਿਵੇਂ ਹੋ ਗਿਆ ਇਦਾਂ ਕਰਦੇ ਆ ਇੱਕ ਡਾਕੂਮੈਂਟਰੀ ਵਿੱਚ ਇੱਕ ਕੁੜੀ ਸੀ ਉਹਦੇ ਪਾਪਾ ਸੀ ਉਹਨੂੰ ਪੈਸੇ ਲਾ ਕੇ ਭੇਜਿਆ ਅਲਫਾ ਕਾਲਜ ਦੀ ਅਗੇਨ ਸਟੋਰੀ ਤੇ ਉਹਨੂੰ ਸੀਟ ਨਹੀਂ ਮਿਲੀ ਪਾਪਾ ਨੇ ਪੈਸੇ ਲਾਏ ਤਾਂ ਵਾਰ-ਵਾਰ ਖੇਤੀ ਦਿਖਾਉਂਦੇ ਆ ਕਿ ਪਾਪਾ ਨੇ ਕਿੱਦਾਂ ਔਖੇ ਹੋ ਕੇ ਪੈਸੇ ਲਾਏ ਇਹ ਬੱਚੇ ਆ ਜਿਨ੍ਹਾਂ ਦੇ ਪਾਪਾ ਖੇਤੀ ਕਰਦੇ ਆ ਉਹਨਾਂ ਦੇ ਤਾਂ ਗੁੱਸਾ ਆਣਾ ਕਿ ਇਦਾਂ ਹੋਊਗਾ ਸਾਡੇ ਨਾਲ ਇਦਾਂ ਹੋ ਰਿਹਾ ਮੇਰੇ ਨਾਲ ਆ ਕੇ ਲੜਨ ਲੱਗੇ ਫਿਰ ਮੈਂ ਕਿਹਾ ਕਿ ਤੁਸੀਂ ਦੇਖੋ ਤੁਹਾਡੇ ਕੋਲ ਕਿੰਨੀ ਓਪਰਚੁਨਿਟੀਜ਼ ਹੈ ਹੁਣ ਤੁਸੀਂ ਡਾਕਟਰ ਬਣਨਾ ਸਕੋ ਚਾਹੋ ਤੁਹਾਡੇ ਲਈ ਕਿੰਨਾ ਈਜ਼ੀ ਹੈ ਕੰਪੀਟੀਸ਼ਨ ਹੀ ਨਹੀਂ ਹੈਗਾ ਕਿੱਥੇ ਹੈ ਕੰਪੀਟੀਸ਼ਨ ਹੁਣ ਤੁਸੀਂ ਕੁਝ ਵੀ ਕਰ ਸਕਦੇ ਹੋ And I think कि internet एक सरस्वती वांगू है. We can learn anything from the internet. Means we are blessed कि अपने को ये चीज़ हैगी है. You can search anything. You can do. बस मन होना चाहिए अपना. मन होना चाहिए. जज सिमरन ने You should be passionable. It's like once you start. करे बैठा इंसान भी कुछ ना कुछ ज़रूर बन सकता है. He should have the proper mindset. ਤੇ ਉਹਦੇ 'ਚ ਇੱਕ ਪੈਸ਼ਨ ਹੋਣਾ ਚਾਹੀਦਾ ਵਿਲ ਪਾਵਰ ਹੋਣੀ ਚਾਹੀਦੀ ਹੈ ਕਿ ਹਾਂ ਇੱਕ ਗੋਲ ਹੋਣਾ ਚਾਹੀਦਾ ਕਿ ਮੈਂ ਆਹ ਕੰਮ ਕਰਨਾ ਹੈ ਡੈਫੀਨੇਟਲੀ ਆਈ ਬੈਟ ਕਿ ਉਹ ਪਰਸਨ ਜ਼ਰੂਰ ਆਪਣੇ ਟਾਰਗੇਟ ਤੇ ਪਹੁੰਚੇਗਾ ਸਿਰ ਤੁਸੀਂ ਕੀ ਤੱਤ ਕੱਢ ਲਿਆ ਕਿ ਪੰਜਾਬ ਦੇ ਵਿੱਚ ਜਿਵੇਂ ਸਭ ਤੋਂ ਵੱਡਾ ਕਾਰਨ ਬਾਹਰ ਭੇਜਣ ਦਾ ਰਹਿੰਦਾ ਕਿ ਇੱਥੇ ਜੌਬ ਓਪਰਚੁਨਿਟੀਜ਼ ਨਹੀਂ ਹੈ ਤੁਸੀਂ ਬਹੁਤ ਘੁੰਮੇ ਹੋ ਹੈ ਨਾ ਤੁਹਾਨੂੰ ਬਹੁਤ ਤਜਰਬਾ ਵੀ ਹੈ ਉਮਰ ਦੇ ਅਕੋਰਡਿੰਗ ਵੀ ਤਾਂ ਕੀ ਲੱਗਦਾ ਕਿ ਵਾਕਈ ਖਤਮ ਹੋ ਗਿਆ ਕਿ ਹੱਲੇ ਵੀ ਬਹੁਤ ਸਕੋਪ ਹੈ ਨਹੀਂ ਮੈਨੂੰ ਇਹ ਲੱਗਦਾ ਵੀ ਇਹ ਸਾਰਾ ਕੁਝ ਵਾਪਸ ਆਉਣ ਵਾਲਾ ਹੈ ਜਿਵੇਂ ਆਪਾਂ ਕੈਂਪ ਲੂਪਸ ਦੀ ਗੱਲ ਮੇਰੇ ਇਕੱਲੇ ਦਾ ਤਜਰਬਾ ਨਹੀਂ ਸਾਡੀ ਉਮਰ 'ਚ ਸਾਰਿਆਂ ਦਾ ਹੀ ਤਜਰਬਾ ਹੈ ਤੁਸੀਂ ਜਾਓਗੇ ਦੇਖੋ ਤੁਹਾਡੀ ਸਟੇਜ ਵੱਖਰੀ ਹੈ ਇਹਦੀ ਸਟੇਜ ਵੱਖਰੀ ਹੈ ਇਹਦੀ ਸਟੇਜ ਵੱਖਰੀ ਹੈ ਇਹ ਆਪਦੀ ਜਗ੍ਹਾ ਇਹਨਾਂ ਨੇ ਕੈਂਪ ਲੂਪਸ ਦੀਆਂ ਮੱਛੀਆਂ ਵਾਂਗੂ ਸਮੁੰਦਰ ਜਾਣਾ ਹੀ ਜਾਣਾ ਹੈ ਪਰ ਘੁੰਮ ਫਿਰ ਕੇ ਵਾਪਸ ਹੋਣਾ ਜਿਵੇਂ ਪੰਜਾਬੀ ਜੀ ਮੁਹਾਵਰੇ ਵਾਲੇ ਮੱਛੀ ਪੱਥਰ ਚੱਟ ਕੇ ਵਾਪਸ ਆਉਂਦੀ ਮੱਛੀ ਨੂੰ ਪਹਿਲਾਂ ਤੁਸੀਂ ਰੋਕ ਹੀ ਨਹੀਂ ਸਕਦੇ ਪੱਥਰ ਚੜਨਾ ਹੀ ਚੜਨਾ ਤੇ ਮੈਨੂੰ ਇਹ ਬਹੁਤ ਪੋਜ਼ਿਟਿਵ ਲੱਗਦਾ ਗੱਲਾਂ ਮੈਨੂੰ ਲੱਗਦਾ ਵੀ ਅਸੀਂ ਬਾਹਰ ਗਏ ਬਹੁਤ ਵਧੀਆ ਗਏ ਅਸੀਂ ਬਾਹਰੋਂ ਸਿੱਖਿਆ ਤਾਂ ਹੀ ਇੱਥੇ ਗੱਲਾਂ ਕਰ ਰਹੇ ਹਾਂ ਜਿਵੇਂ ਸਾਡੇ ਥੱਲੇ ਵੀ ਕਮੈਂਟ ਕਰਦੇ ਆ ਵੀ ਆਪ ਦਾ ਘੁੰਮਿਆ ਹੁਣ ਦੂਜਿਆਂ ਨੂੰ ਰੋਕਦਾ ਤੇ ਮੈਂ ਕਹਿੰਦਾ ਘੁੰਮ ਫਿਰ ਕੇ ਆਓ ਅਸੀਂ ਤਾਂ ਕਹਿੰਦੇ ਨਹੀਂ ਰੋਕਣਾ ਪਰ ਇੱਥੇ ਹਮੇਸ਼ਾ ਪੰਜਾਬ ਬਾਰੇ ਤੁਸੀਂ ਆ ਹੀ ਜਾਣਾ ਵੈਸੇ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਇਹੋ ਜਿਹੀ ਜ਼ਮੀਨ ਕਿੱਥੇ ਹੈ ਅੱਜ ਕੱਲ੍ਹ ਹਾਲਾਤ ਸਰ ਇੰਨੇ ਖਰਾਬ ਹੈ ਕਿ ਅੱਜ ਕੱਲ੍ਹ ਬੱਚੇ ਆਪਣੇ ਪੇਰੈਂਟਸ ਨੂੰ ਛੱਡ ਕੇ ਇਕੱਲੇ ਮਾਂ ਪਿਓ ਨੂੰ ਛੱਡ ਕੇ ਗਿਆ ਇਕੱਲੀ ਮਾਂ ਹੈ ਜਾਂ ਇਕੱਲਾ ਪਿਓ ਹੈ ਉਹਨਾਂ ਨੂੰ ਛੱਡ ਕੇ ਅੱਜ ਕੱਲ੍ਹ ਬਾਹਰ ਜਾ ਰਹੇ ਇੱਥੇ ਪੇਰੈਂਟਸ ਰੋਂਦੇ ਹੋਏ ਵੀ ਦੇਖਿਆ ਸੀ ਕਿ ਮੇਰਾ ਸਾਰਾ ਪਰਿਵਾਰ ਬਾਹਰ ਹੈ ਮੈਂ ਮਿੰਨਤਾਂ ਕਰ ਰਹੀ ਹਾਂ ਬੱਚਿਆਂ ਨੂੰ ਕਿ ਮੈਨੂੰ ਆਓ ਮੇਰਾ ਹਾਲ ਚਾਲ ਪੁੱਛ ਲਓ ਪਰ ਉਹ ਆ ਨਹੀਂ ਰਹੇ ਇੱਥੋਂ ਤੱਕ ਵੀ ਹਾਲਾਤ ਖਰਾਬ ਹੋ ਚੁੱਕੇ ਕਿ ਕਈ ਵਾਰ ਇਹ ਫੈਮਲੀਜ਼ ਦਾ ਸਟਰਕਚਰ ਵੀ ਲਗਾ ਲਓ ਚਾਹੇ ਕਿ ਉਹ ਵਾਪਸ ਨਹੀਂ ਆਉਣਾ ਚਾਹੁੰਦੇ ਔਰ ਮਾਂ ਪਿਓ ਇੱਥੇ ਇਕੱਲੇ ਰੋ ਰਹੇ ਆ ਜਿਨ੍ਹਾਂ ਨੇ ਪੈਸੇ ਲਗਾ ਕੇ ਕਿੰਨਾ ਕੁਝ ਕਰਕੇ ਤੁਸੀਂ ਬਹੁਤ ਲੱਕੀ ਰਹੇ ਹੋ ਹੈ ਨਾ ਤੁਸੀਂ ਇੱਥੇ ਹੋ ਤੁਹਾਡੀ ਫੈਮਿਲੀ ਤੁਹਾਡੇ ਬੱਚੇ ਨਾਲ ਤੁਹਾਡੇ ਤੁਰ ਆਈ ਆ ਤੁਹਾਡੇ ਫਾਦਰ ਨੇ ਕਿਹਾ ਤੇ ਤੁਹਾਡੇ ਫਾਦਰ ਵੀ ਬਹੁਤ ਲੱਕੀ ਸੀ ਕਿ ਤੁਸੀਂ ਵੀ ਉਹਨਾਂ ਦੀ ਗੱਲ ਬਿਲਕੁਲ ਮੈਂ ਜਦੋਂ ਮੇਰੇ ਫਾਦਰ 2-3 ਮਹੀਨੇ ਰਹਿ ਗਏ ਸੀ ਮੈਂ 3 ਮਹੀਨੇ ਆਪਣੇ ਫਾਦਰ ਨਾਲ ਸਪੈਂਡ ਕੀਤੇ ਇਹਨਾਂ ਨੂੰ ਛੱਡ ਕੇ ਆ ਗਿਆ ਸੀ ਉੱਥੇ ਤੇ ਮੈਂ ਆਪਣੇ ਫਾਦਰ ਨਾਲ ਆਖਰੀ ਸਮਾਂ ਸਪੈਂਡ ਕਰਨਾ ਤੇ ਅਸੀਂ ਸਾਰੇ ਹੀ ਬਹੁਤ ਲੱਕੀ ਹੈ ਤੇ ਮੈਨੂੰ ਜਿਵੇਂ ਮੈਂ ਆਪਾਂ ਵਾਰ-ਵਾਰ ਉਹੀ ਗੱਲਾਂ ਕਰਦੇ ਆ ਜਿਹੜੀ ਤੁਹਾਡੀ ਸਿਹਤ ਤੁਹਾਨੂੰ ਦੱਸ ਰਹੀ ਹੈ ਵੀ ਤੁਹਾਨੂੰ ਐਨਕਾਂ ਦੀ ਜ਼ਰੂਰਤ ਹੈ ਤੇ ਪੰਜਾਬ ਦੇ ਹਾਲਾਤ ਬਾਹਰਲੇ ਹਾਲਾਤ ਸਾਨੂੰ ਦੱਸ ਰਹੇ ਵੀ ਸਾਰਿਆਂ ਨੂੰ ਵਾਪਸ ਆਇਆ ਔਰ ਬਹੁਤ ਇੰਟਰਨੈਸ਼ਨਲ ਸਟੂਡੈਂਟਸ ਦੇਖੇ ਉੱਥੇ ਜਾ ਕੇ ਮਤਲਬ ਇੰਨੇ ਪੈਥੈਟਿਕ ਕੰਡੀਸ਼ਨਸ ਦੇ ਵਿੱਚ ਹੈ ਰੋਟੀ ਨਹੀਂ ਹੁੰਦੀ ਖਾਣ ਨੂੰ ਕੁਝ ਦੇਣ ਨੂੰ ਨਹੀਂ ਹੁੰਦਾ ਅੱਗੇ ਕਿਵੇਂ ਐਕਸਪੈਂਸਸ ਮੈਨੇਜ ਕਰਨੇ ਔਰ ਇਕੱਲੇ ਦੇ ਸਿਰ ਤੇ ਜਦੋਂ ਬੋਝ ਪੈ ਜਾਂਦਾ ਤਾਂ ਉਹ ਮੈਨੇਜ ਕਰਨਾ ਬਹੁਤ ਔਖਾ ਹੈ ਬਿਲਕੁਲ ਤੁਸੀਂ ਕੁਝ ਕਹਿ ਰਹੇ ਸੀ ਨਹੀਂ ਆਈ ਵਾਸ ਜਸਟ ਗੋਇੰ ਟੂ ਐਡ ਟੂ ਕਿ ਪਾਪਾ ਨੇ ਜੋ ਕਿਹਾ ਮੈਨੂੰ ਲੱਗਦਾ ਕਿ ਪਿਛਲੇ 6 ਸਾਲਾਂ ਤੋਂ ਇਟ ਵਾਸ ਮੋਸਟਲੀ ਮੰਮਾ ਉੱਥੇ ਰਹਿ ਰਹੇ ਸੀ ਪਾਪਾ ਥੋੜਾ ਜ਼ਿਆਦਾ ਇੰਡੀਆ ਹੀ ਸੀਗੇ ਸਕੂਲ ਦੇਖ ਰਹੇ ਸੀ ਵੱਡੇ ਪਾਪਾ ਸੀ ਜਾਂ ਮੇਰੇ ਤਾਇਆ ਜੀ ਇੱਥੇ ਸਕੂਲ ਦੇਖ ਰਹੇ ਸੀ ਤੇ ਮੈਨੂੰ ਲੱਗਦਾ ਕਿ there was a time ਜਦੋਂ ਮੈਂ ਹੁਣ ਇੱਥੇ ਡਿਸਾਈਡ ਕੀਤਾ ਕਿ ਮੈਂ ਰਹਿਣਾ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਪਾਪਾ ਨੂੰ ਇਹ ਵੀ ਕਿਹਾ ਕਿ ਜੇ ਤੁਸੀਂ ਸਾਨੂੰ ਛੱਡ ਕੇ ਆਪਦੇ ਪੇਰੈਂਟਸ ਦੇਖਣ ਆ ਸਕਦੇ ਹੋ ਫਿਰ ਅਸੀਂ ਤੁਹਾਨੂੰ ਉੱਥੇ ਛੱਡ ਕੇ ਤੁਹਾਨੂੰ ਦੇਖਣ ਕਿਉਂ ਨਹੀਂ ਆਵਾਂਗੇ ਇਹ ਜੋ ਵੈਲਿਊਜ਼ ਹੈ ਉਹ ਤੁਹਾਨੂੰ ਤੁਸੀਂ ਬਣਾਉਂਦੇ ਹੋ ਤੇ ਮੈਨੂੰ ਲੱਗਦਾ ਕਿ ਇਟਸ ਗੁੱਡ ਟੂ ਹੈਵ ਅ ਡੈਡ ਲਾਈਕ ਹਿਮ ਜਿਨ੍ਹਾਂ ਨੇ ਮੇਰੇ ਵਿੱਚ ਇਨਸਟਿਲ ਕੀਤਾ ਕਿ ਯੂ نو ਕਿ ਤੁਹਾਡੇ ਪੇਰੈਂਟਸ ਫੈਮਿਲੀ ਦੇ ਨਾਲ ਜੁੜੇ ਰਹਿਣਾ ਕਿੰਨਾ ਫੈਮਿਲੀ ਕਿਉਂਕਿ ਤੁਹਾਡੀ ਫੈਮਿਲੀ ਤੁਹਾਨੂੰ ਕਨਸਟੈਂਟਲੀ ਦੇ ਰਹੀ ਹੈ ਜਦੋਂ ਉਹਨਾਂ ਨੂੰ ਦੇਣ ਦੀ ਵਾਰੀ ਆਈ ਉਦੋਂ ਆਪਾਂ ਪਿੱਛੇ ਹੋ ਜਾਂਦੇ ਬਟ ਇਹਦੇ 'ਚ ਉਹ ਬੱਚਿਆਂ ਦੀ ਵੀ ਗਲਤੀ ਨਹੀਂ ਹੈ ਅਗੈਨ ਉਹਨਾਂ ਕੋਲ ਰਿਸੋਰਸਿਸ ਨਹੀਂ ਹੋਣੇ ਜਾਂ ਉਹਨਾਂ ਕੋਲ ਪਿੱਛੇ ਕੁਝ ਹੈ ਨਹੀਂ ਜਿਹਦੇ ਨਾਲ ਉਹ ਵਾਪਸ ਆ ਸਕਦੇ ਨਹੀਂ ਗ੍ਰੀਨ ਪਾਸਚਰ ਦੇਖੋ ਯੂਰਪ ਦੇ ਵਿੱਚੋਂ ਸਾਰੇ ਲੋਕ ਨਿਊਜ਼ੀਲੈਂਡ ਗਏ ਅਮਰੀਕਾ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਯੂਰਪ ਜੇ ਕਿੱਲਾ ਸੀ ਉੱਥੇ 100 ਕਿੱਲੇ ਸੀ ਜਾਂ ਜਿੰਨੀ ਮਰਜ਼ੀ ਨੱਪ ਲਓ ਗ੍ਰੀਨ ਪਾਸਚਰ ਅਸੀਂ ਵੀ ਕਹਿੰਦੇ ਲੈ ਵੀ ਆਰੀਅਨਸ ਵੀ ਬਾਹਰੋਂ ਆਏ ਤੇ ਅਸੀਂ ਹਮੇਸ਼ਾ ਹੀ ਹਰੀਆਂ ਚਾਰਾ ਗਾਹਾਂ ਦੀ ਭਾਲ 'ਚ ਬਾਹਰ ਜਾਂਦੇ ਹਾਂ ਵਿਚ ਇਜ਼ ਨੋਟ ਬੈਡ ਬਸ ਵਧੀਆ ਸਭ ਕੁਝ ਐਂਡ ਇਟਸ ਗੁੱਡ ਇਟਸ ਐਵਰੀਥਿੰਗ ਕਿ ਐਸ ਲੌਂਗ ਐਸ ਉਹ ਆਪਣਾ ਪਿੱਛੇ ਵੀ ਕੁਝ ਰੱਖਣੇ will be easier ਕਿ ਉਹ ਵਾਪਸ ਆ ਕੇ ਇੱਥੇ ਕੁਝ ਕਰ ਸਕਣ ਉੱਥੇ ਵੀ ਕਰ ਸਕਣ ਦੋਨੋਂ ਮਨਦੀਪ ਕੌਰ ਟਾਂਗੜਾ ਨਾਲ ਸਾਡੀ ਗੱਲ ਹੋ ਰਹੀ ਸੀ ਕਿ ਇਹ ਟਾਈਮ ਹੋ ਚੁੱਕਾ ਜਿਹਦੇ 'ਚ ਆਪਾਂ ਗਲੋਬਲੀ ਕਨੈਕਸ਼ਨਸ ਬਣਾਈਏ ਅੱਜ ਇਹ ਗੱਲ ਨਹੀਂ ਰਹੀ ਤੁਸੀਂ ਇੰਡੀਆ 'ਚ ਰਹਿੰਦੇ ਹੋ ਤੁਸੀਂ ਨਿਊਜ਼ੀਲੈਂਡ ਰਹਿੰਦੇ ਹੋ ਕੈਨੇਡਾ
ਡਸਨਟ ਮੈਟਰ ਤੁਸੀਂ ਪੂਰੇ ਵਰਲਡ 'ਚ ਰਹਿ ਰਹੇ ਹੋ, ਤੁਹਾਡਾ ਹੋਮ ਬੇਸ ਕੀ ਹੈ? ਮੇਰਾ ਹੋਮ ਬੇਸ ਇੰਡੀਆ ਹੈ। ਤੁਹਾਨੂੰ ਮੈਂ ਦੱਸਿਆ ਜੀ, ਮੇਰੇ ਦੋਸਤ ਹੈ ਨਿਊਜ਼ੀਲੈਂਡ, ਉਹ ਸੀਏ ਹੈ, ਉਹ ਕਹਿੰਦੇ ਲੈ ਵੀ ਇੱਥੇ ਤੁਸੀਂ ਸੈਟਅਪ ਕਰੋ, ਆਊਟਸੋਰਸਿੰਗ ਕਰਾਈਏ। ਸਾਨੂੰ ਬਾਹਰਲੇ ਲੋਕਾਂ ਕੋਲ ਤਾਂ ਬੰਦੇ ਨਹੀਂ ਕੰਮ ਕਰਨ ਨੂੰ। ਕੰਮ ਅਸੀਂ ਇੰਡੀਆ 'ਚ ਦਿੰਨੇ ਆ ਕਿ ਜਿਵੇਂ ਪਾਪਾ ਕਹਿ ਰਹੇ ਹੋ ਕਿ ਉਹਨਾਂ ਨੂੰ ਅਕਾਊਂਟੈਂਟ ਚਾਹੀਦਾ, ਸਾਡੇ ਕੋਲ ਇੰਡੀਆ 'ਚ ਅਕਾਊਂਟੈਂਟਸ ਹੈ, ਇੰਟਰਨੈਟ ਥਰੂ ਅਸੀਂ ਉਹਨਾਂ ਨੂੰ ਕਨੈਕਟ ਕਰਦੇ, ਉਹਨਾਂ ਦਾ ਕੰਮ ਇੱਥੋਂ ਕਰੋਗੇ। ਆਈਟੀ ਕੰਪਨੀਆਂ ਵੀ ਇਹੀ ਕਰ ਰਹੀਆਂ। ਸਾਡੇ ਇੱਥੇ ਇੱਕ ਬਹੁਤ ਵਧੀਆ ਸਾਡੇ ਐਮਐਲਏ, ਉਹਨਾਂ ਦੇ ਉੱਥੇ ਬਾਹਰ ਸਟੋਰ ਹੈ, ਸਾਰਾ ਕੰਮ ਇੱਥੋਂ ਦਾ ਆਊਟਸੋਰਸ ਅਕਾਊਂਟਸ ਆ। ਆਉਣ ਵਾਲੇ ਸਮੇਂ ਸਾਰਾ ਆਊਟਸੋਰਸ ਇੰਡੀਆ ਤੋਂ ਆਊਟਸੋਰਸਿੰਗ ਇੰਡੀਆ ਤੋਂ ਨਹੀਂ, ਕਿਉਂਕਿ ਜੋ ਬ੍ਰਿਲੀਅੰਟ ਮਾਈਂਡ, ਜੋ ਕ੍ਰੀਏਟੀਵਿਟੀ ਐਬਸੋਲੂਟਲੀ ਜੋ ਇੰਡੀਆ ਦੇ ਵਿੱਚ ਹੈ, ਜੋ ਇੰਡੀਅਨ ਸਿਟੀਜ਼ਨ ਦੇ ਵਿੱਚ ਹੈ, ਉਹ ਕਿਤੇ ਨਹੀਂ ਹੈ। ਕਿਤੇ ਨਹੀਂ ਹੈ। ਹਿਊਮਨ ਰਿਸੋਰਸਸ ਕਿੰਨੇ ਇੰਡੀਆ ਵਿੱਚ, ਬਹੁਤ one of the top population ਆਪਣੇ ਕੋਲ, so it's ਆਪਣੇ ਕੋਲ ਇੰਨੇ ਹਿਊਮਨ ਰਿਸੋਰਸਸ ਹੈ, you can use them for anything and ਅਗਰ ਉਹਨਾਂ ਨੂੰ ਤੁਸੀਂ ਨਿੱਕੇ ਹੁੰਦੇ ਤੋਂ ਸਕਿੱਲ ਸਿਖਾਓਗੇ, ਜਿਵੇਂ ਕਿ ਸਕੂਲਸ ਵਿੱਚ, isn't that brilliant? ਕਲੈਰਿਟੀ ਹੋ ਜਾਏਗੀ ਕਿ ਮੈਂ ਇਸ ਜੌਬ 'ਚ ਜਾਵਾਂਗਾ, ਮੇਰਾ ਇੰਨਾ ਪੈਕੇਜ ਹੋਏਗਾ, ਮੇਰੇ ਇੰਨੇ ਐਕਸਪੈਂਸਸ ਹੋਣਗੇ, ਮੈਂ ਇੰਨਾ ਫੈਮਿਲੀ ਨੂੰ ਐਡਜਸਟ ਕਰ ਸਕਦਾ, ਇੰਨਾ ਫੈਮਿਲੀ ਨੂੰ ਦੇ ਸਕਦਾ। ਤੇ ਉਹ ਅਵੇਅਰਨੈਸ ਅਵੰਤਿਕਾ ਔਰ ਜਤਿੰਦਰ ਸਰ ਆਪਣੇ ਸਕੂਲ ਦੇ ਵਿੱਚ ਇੱਥੇ ਕ੍ਰੀਏਟ ਕਰ ਰਹੇ। ਜਾਂਦੇ ਜਾਂਦੇ ਮੈਸੇਜ ਕੀ ਦੇਣਾ ਚਾਹੋਗੇ? ਐਨੀਥਿੰਗ ਦੈਟ ਕਮਸ ਟੂ ਯੋਰ ਮਾਈਂਡ, ਐਨੀਥਿੰਗ ਦੈਟ ਯੂ ਵਾਂਟ ਟੂ ਸੇ? I would say ਕਿ ਜੋ ਵੀ ਤੁਸੀਂ ਜਿੱਥੇ ਵੀ ਕਰ ਰਹੇ ਹੋ, you're brilliant, you're doing amazing and try and stay connected to your roots. Just like ਮੈਨੂੰ ਲੱਗਦਾ ਕਿ ਇੰਡੀਆ ਬਹੁਤ ਬਿਊਟੀਫੁਲ ਕੰਟਰੀ ਹੈ, ਜਿਹੜੀ ਕੰਟਰੀ 'ਚ ਤੁਸੀਂ ਰਹਿ ਰਹੇ ਹੋ ਉਹ ਵੀ ਬਿਊਟੀਫੁਲ ਹੈ। Just remember ਕਿ you can always come back and this is your home. We have open arms. ਸਾਡੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਹੈ। So yeah, that's my message ਕਿ yeah, I'm quite positive like ਪਾਪਾ। ਬੋਲੋ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹੁੰਦਾ ਵਕਤ ਦੱਸ ਰਿਹਾ ਵੀ ਕਿਉਂ ਵਾਪਰਨ ਵਾਲਾ ਹੈ, ਹਰ ਇੱਕ ਨੂੰ ਪਤਾ ਹੈ। ਤੇ ਤੇਰਾ ਪਾਣਾ ਮਿੱਠਾ ਲਾਗੇ, ਜੋ ਤੂੰ ਕਰੇਂਗਾ ਬਹੁਤ ਵਧੀਆ ਕਰੇਂਗਾ। ਬਾਹਾਂ ਸਾਡੀਆਂ ਖਿਲਾਰੀਆਂ ਵੀ ਆ ਤੇ ਲੋਕ ਆ ਰਹੇ ਆ, ਇਹੋ ਜਿਹੀਆਂ ਲਹਿਰਾਂ ਕਦੀ ਬਣੀਆਂ ਨਹੀਂ ਸੀ। ਜਿਵੇਂ ਪੇਹਾ ਬਣ ਗਿਆ, ਭਾਵੇਂ ਸੇਹੇ ਕਰਕੇ ਬਣਿਆ ਸੀ, ਨਿੱਕੇ ਨਿੱਕੇ ਸੇਹੇ ਆ, ਤੇ ਪਰ ਆਉਣ ਵਾਲਾ ਸਮਾਂ ਬਹੁਤ ਸਾਡਾ ਬ੍ਰਾਈਟ ਹੈ ਪੰਜਾਬੀਆਂ ਦਾ। ਤੇ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਹਮੇਸ਼ਾ ਮਤਲਬ ਪੋਜ਼ਿਟਿਵ ਰਹੋ, ਚੜ੍ਹਦੀ ਕਲਾ 'ਚ ਰਹੋ, ਤੇ ਜੋ ਹੁੰਦਾ ਜਿੱਥੇ ਵੀ ਹੈਗੇ ਆ ਆਪਣਾ ਵਧੀਆ ਵਕਤ ਗੁਜ਼ਾਰੋ। ਜਿਹੜੇ ਦੇਸ਼ 'ਚ ਵੀ ਹੈ, ਉਹ ਜਿਹੜੇ ਦੇਸ਼ ਦਾ ਖਾਈਏ ਉਸਦਾ ਬੁਰਾ ਨਹੀਂ ਮੰਗੀਦਾ, ਉਹ ਵਧੀਆ ਰਹੋ। ਪਰ ਆਉਣਾ ਤੁਸੀਂ ਕੈਂਪਲੂਸ ਦੀਆਂ ਬੱਚਿਆਂ ਵਾਂਗੂ ਇੰਡੀਆ 'ਚ। ਜਿਵੇਂ ਉਹ ਵੀ ਕਹਿੰਦੇ ਆ ਨਾ ਕਿ ਭਾਵੇਂ ਪਿੰਡ 'ਚੋਂ ਨਿਕਲਿਆ ਮੈਂ, ਪਿੰਡ ਮੇਰੇ 'ਚੋਂ ਨਹੀਂ ਨਿਕਲਦਾ। ਬਿਲਕੁਲ ਉਵੇਂ ਤੁਹਾਡੇ 'ਚੋਂ ਪਿੰਡ ਨਹੀਂ ਨਿਕਲ ਸਕਦਾ, ਪੰਜਾਬ ਨਹੀਂ ਨਿਕਲਣਾ ਤੁਹਾਡੇ 'ਚੋਂ, ਪੰਜਾਬ 'ਚ ਨਹੀਂ ਨਿਕਲਣਾ। ਤੇ ਇਸ ਕਰਕੇ ਆ ਜਾਓ, ਤੁਹਾਡੇ ਅਸੀਂ ਬਾਹਾਂ ਪਰ ਜਦੋਂ ਤੁਹਾਡਾ ਸਮਾਂ ਆਇਆ ਉਦੋਂ ਆ ਜਾਓ। ਬਿਲਕੁਲ, ਜਦੋਂ ਸਮਾਂ ਆਏ। ਜਿੱਦਾਂ ਲੋਕ ਕਹਿ ਰਹੇ ਸੀ ਕਿ ਅਵੰਤਿਕਾ ਬਾਹਰ ਚਲੀ ਜਾਏਗੀ, ਬਾਹਰ ਤਾਂ ਨਹੀਂ ਨਾ ਜਾਓਗੇ ਹੁਣ? ਘੁੰਮਣ ਜਾਣਾ, ਡਿਪੋਰਟ ਨਹੀਂ ਹੋਏ, ਮੇਰਾ ਪਾਸਪੋਰਟ ਨਹੀਂ ਡਿਪੋਰਟ ਨਹੀਂ। ਮੈਨੂੰ ਲੱਗਦਾ ਕਿ ਅਗੇਨ ਘੁੰਮਣਾ ਫਿਰਨਾ ਮਾੜੀ ਗੱਲ ਨਹੀਂ ਹੈ। ਮੈਂ 21 ਹੈ, ਮੇਰੇ ਤੇ ਜਸਟ ਲੁੱਕ ਐਟ ਮੀ ਐਜ਼ ਅ ਕਿਡ, not a kid but like ਕਿ ਇੱਕ ਯੰਗ ਬੱਚਾ ਹੈ, ਤੇ ਯੂ نو ਲਾਈਕ ਐਕਸਪਲੋਰ ਕਰਨਾ ਹੈ, ਤਾਂ ਉਹ ਕੋਈ ਗਲਤ ਗੱਲ ਨਹੀਂ ਹੈ। world is waiting for you and ਉਹੀ ਮੇਰਾ ਮੈਸੇਜ ਹੈ ਕਿ ਤੁਸੀਂ ਵੀ ਘੁੰਮੋ ਫਿਰੋ, ਬਟ ਪੰਜਾਬ ਨੂੰ ਹਮੇਸ਼ਾ ਆਪਣੇ ਦਿਲ 'ਚ ਰੱਖੋ। ਤੇ ਯੈਸ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ। ਬਹੁਤ ਬਹੁਤ ਸ਼ੁਕਰੀਆ ਡੇਲੀ ਪੋਸਟ ਪੰਜਾਬੀ ਤੇ ਮੰਚ ਤੇ ਸਾਡੇ ਨਾਲ ਜੁੜਨ ਲਈ। ਹੀਨਾ, ਅਵੰਤਿਕਾ, ਜਤਿੰਦਰ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਨੂਰ। ਸੋ ਅੱਜ ਦੀ ਖਾਸ ਮੁਲਾਕਾਤ ਇਸ ਪਰਿਵਾਰ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ ਘੁੰਮਣਾ ਫਿਰਨਾ ਤਾਂ ਬਹੁਤ ਜ਼ਰੂਰੀ ਹੈ, ਪਰ ਬਹੁਤ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਜੜ੍ਹਾਂ ਦੇ ਨਾਲ ਜੁੜੇ ਰਹੋ। ਘੁੰਮੋ ਫਿਰੋ ਜ਼ਰੂਰ, ਬਾਹਰ ਜਾਣ ਤੋਂ ਨਹੀਂ ਰੋਕ ਰਹੇ, ਪਰ ਇਹ ਦੱਸ ਰਹੇ ਨੇ ਕਿ ਰਿਵਰਸ ਮਾਈਗ੍ਰੇਸ਼ਨ ਕਿੰਨੀ ਜ਼ਰੂਰੀ ਹੈ। ਟ੍ਰੈਂਡ ਜੋ ਚੱਲ ਰਿਹਾ ਹੈ ਇਹ ਵਾਕਈ ਕਿੰਨਾ ਪੰਜਾਬ ਲਈ ਬੈਨੀਫਿਟ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਹਾਅ ਚੱਲ ਰਿਹਾ, ਹੋ ਸਕਦਾ ਕਿ ਬਹੁਤ ਸੇ ਪੰਜਾਬੀ ਨੌਜਵਾਨ ਇੱਕ ਥਾਂ ਤੇ ਜਾ ਕੇ, ਇੱਕ ਸਟੇਜ ਤੇ ਜਾ ਕੇ ਜ਼ਰੂਰ ਸੋਚਣਗੇ ਕਿ ਜੋ ਵੀ ਸਿੱਖਿਆ ਹੈ ਔਰ ਜਿਸ ਤੇ ਵੀ ਕਾਬਿਲ ਬਣਿਆ, ਪੰਜਾਬ ਦੇ ਖਾਤਰ ਹੀ ਇਹ ਵਾਪਸ ਆ ਕੇ ਪੰਜਾਬ ਦੀ ਮਿੱਟੀ ਨੂੰ ਜ਼ਰੂਰ ਮੋੜੀਏ। ਸੋ ਉਮੀਦ ਹੈ ਤੁਹਾਨੂੰ ਇੰਟਰਵਿਊ ਪਸੰਦ ਆਈ ਹੋਏਗੀ। ਤੁਹਾਡੇ ਤੋਂ ਲੈਣਾ ਇਜਾਜ਼ਤ ਚਾਹਾਂਗੇ। ਸੋ ਕੈਮਰਾ ਪਰਸਨ ਹੈਪੀ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ।